ਨਵਰੰਗ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ ਪ੍ਰੋਗਰਾਮ ਇੱਕ ਨਜ਼ਰ ਦੇ ਵਿੱਚ ਮੈਂ ਹਾਂ ਜੀ ਮਨਪ੍ਰੀਤ ਆਮੀ। ਉਮੀਦ ਹੈ ਕਿ ਤੁਸੀਂ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ, ਤੰਦਰੁਸਤ ਹੋਵੋਗੇ ਤੇ ਮੈਂ ਹਰਮਿੰਦਰ ਸਿੰਘ ਬਸਰਾ ਹਰੇਕ ਵਾਰ ਦੀ ਤਰ੍ਹਾਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਇੱਕ ਨਜ਼ਰ ਜਿੱਥੇ ਅਸੀਂ ਰੱਖਦੇ ਹਾਂ ਕਿ ਜੋ ਸਾਡੇ ਆਸ-ਪਾਸ ਵਾਪਰ ਰਿਹਾ ਕੀ ਮਾਹੌਲ ਹੈ ਕਰੋਨਾ ਨੂੰ ਲੈ ਕੇ, ਇਹ ਮਹਾਮਾਰੀ ਨੂੰ ਲੈ ਕੇ ਕਿਹੜੀਆਂ ਚੀਜ਼ਾਂ ਤੋਂ ਅਸੀਂ ਬਚਣਾ ਆ, ਕਿਹੜੀ ਚੀਜ਼ਾਂ ਨਵੀਆਂ ਹੋਈਆਂ, ਕਿਹੜੇ ਪੇਸ਼ੈਂਟ ਆਏ ਨੇ ਤੇ ਕਿੰਨੇ ਪੇਸ਼ੈਂਟ ਜਿਹੜੇ ਨੇ ਉਹ ਠੀਕ ਹੋਏ ਨੇ ਤੇ ਕਿੰਨਾ ਕੁ ਪ੍ਰਕੋਪ ਸਾਡੇ ਤੇ ਰਹਿ ਗਿਆ। ਇਸ ਤੋਂ ਇਲਾਵਾ ਜਿਹੜਾ ਆ ਅਸੀਂ ਹੁਣ ਪ੍ਰੋਗਰਾਮ ਦੇ ਵਿੱਚ ਨਾਲ ਦੀ ਨਾਲ ਸ਼ੁਰੂ ਕਰਨ ਜਾ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਕਿਹੜੇ ਚਲੰਤ ਮੁੱਦੇ ਜਿਹੜੇ ਨੇ ਉਹ ਚੱਲਦੇ ਪਏ ਨੇ ਉਸ ਦੇ ਉੱਤੇ ਨਾਲ ਡਿਸਕਸ ਕਰਿਆ ਕਰਾਂਗੇ ਤੇ ਨਾਲ ਹੋਰ ਜੋ ਵੀ ਤੁਹਾਡੇ ਵੱਲੋਂ ਸਵਾਲ ਸਾਨੂੰ ਆਇਆ ਕਰਨਗੇ ਉਹਨਾਂ ਦੇ ਜਿਹੜੇ ਅਸੀਂ ਜਵਾਬ ਲੈ ਕੇ ਤੁਹਾਡੇ ਲਈ ਹਾਜ਼ਰ ਹੋਇਆ ਕਰਾਂਗੇ ਜੀ। ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਜੀ ਪੰਜਾਬ ਦੀ ਅੱਜ ਦੀ ਜਿਹੜੀ ਕੋਵਿਡ-19 ਦੀ ਰਿਪੋਰਟ ਹੈਗੀ ਹੈ ਤੇ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜਾ ਪੀੜਤਾਂ ਦਾ ਅੰਕੜਾ ਹੈ ਉਹ 2000 ਤੋਂ ਪਾਰ ਹੋ ਗਿਆ। 2016 ਜਿਹੜੇ ਹੁਣ ਤੱਕ ਕੁੱਲ ਪੀੜਤ ਪਾਏ ਗਏ ਨੇ, 37 ਮੌਤਾਂ ਹੋ ਚੁੱਕੀਆਂ ਨੇ। 667 ਲੋਕ ਜਿਹੜੇ ਇਸ ਵਾਇਰਸ ਤੋਂ ਜਿਹੜਾ ਠੀਕ ਹੋ ਗਏ ਨੇ ਤੇ ਘਰਾਂ ਨੂੰ ਵਾਪਸ ਜਿਹੜੇ ਆਪਣੇ ਪਹੁੰਚ ਚੁੱਕੇ ਨੇ ਤੇ ਕੱਲ ਜਿਹੜੇ ਕੁੱਲ 9 ਕੇਸ ਸਾਹਮਣੇ ਆਏ ਨੇ ਉਹਦੇ ਵਿੱਚ ਜ਼ਿਲ੍ਹਾ ਕਪੂਰਥਲਾ ਦੇ ਜਿਹੜੇ 5 ਨਵੇਂ ਕੇਸ ਉਹ ਸਾਹਮਣੇ ਆਏ ਨੇ ਤੇ ਕਿੱਥੋਂ ਕਿੰਨੇ ਮਰੀਜ਼ ਠੀਕ ਹੋ ਕੇ ਘਰ ਪਹੁੰਚੇ ਨੇ ਉਹਦੀ ਜਾਣਕਾਰੀ ਇਹ ਹੈਗੀ ਕਿ ਜਲੰਧਰ ਦੇ ਵਿੱਚੋਂ 213 ਮਰੀਜ਼ ਜਿਹੜੇ ਠੀਕ ਹੋ ਕੇ ਘਰ ਪਹੁੰਚ ਚੁੱਕੇ ਨੇ, ਗੁਰਦਾਸਪੁਰ ਦੇ ਵਿੱਚੋਂ 107, ਅੰਮ੍ਰਿਤਸਰ ਸਾਹਿਬ ਦੇ ਵਿੱਚੋਂ 45, ਤਰਨਤਾਰਨ ਤੋਂ 81, ਹੁਸ਼ਿਆਰਪੁਰ ਤੋਂ ਜਿਹੜੇ 78 ਮਰੀਜ਼ ਹੁਣ ਤੱਕ ਠੀਕ ਹੋ ਚੁੱਕੇ ਨੇ, ਫਿਰੋਜ਼ਪੁਰ ਤੋਂ 39 ਮਰੀਜ਼, ਮੋਹਾਲੀ ਤੋਂ 35, ਪਟਿਆਲਾ ਤੋਂ 34, ਬਠਿੰਡਾ ਤੋਂ 21, ਲੁਧਿਆਣਾ ਤੋਂ 11, ਮੁਕਤਸਰ ਸਾਹਿਬ ਤੋਂ 2 ਤੇ ਮਾਨਸਾ ਤੋਂ ਜਿਹੜਾ 1 ਮਰੀਜ਼ ਠੀਕ ਹੋ ਕੇ ਆਪਣੇ ਘਰ ਜਿਹੜਾ ਉਹ ਪਰਤ ਚੁੱਕਾ ਹੈ। ਮਨਪ੍ਰੀਤ, ਜਦੋਂ ਆਪਾਂ ਗੱਲ ਕਰਦੇ ਸੀ ਕਿ ਹੁਣ ਜਿਹੜਾ ਆ ਪੀੜਤਾਂ ਦਾ ਅੰਕੜਾ ਵੱਧਦਾ ਨਹੀਂ, ਹੁਣ ਘਟਣਾ ਸ਼ੁਰੂ ਹੋ ਗਿਆ ਠੀਕ ਹੈ। ਤਕਰੀਬਨ 586 ਤੋਂ ਵੱਧ ਮਰੀਜ਼ ਜਿਹੜੇ ਆ ਕੱਲ ਇੱਕ ਦਿਨ ਦੇ ਵਿੱਚ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤੇ ਆ ਤੇ ਟੋਟਲ 720 ਲੋਕ ਜਿਹੜੇ ਹੋਰ ਕੁਆਰੰਟਾਈਨ ਕੀਤੇ ਗਏ ਸੀ ਜਿਹੜੇ ਪੋਜ਼ਿਟਿਵ ਨਹੀਂ ਵੀ ਨਿਕਲੇ ਉਹਨਾਂ ਨੂੰ ਵੀ ਆਪਣਾ ਇਕਾਂਤਵਾਸ ਦਾ ਟਾਈਮ ਜਿਹੜਾ ਹੈ ਪੂਰਾ ਹੋਣ ਤੋਂ ਬਾਅਦ ਉਹਨਾਂ ਨੂੰ ਘਰ ਭੇਜ ਦਿੱਤਾ ਗਿਆ। ਇਹ ਰੋਜ਼ ਦੀ ਰੋਜ਼ ਹੁਣ ਜਿਹੜੇ ਆ ਇਹ ਇਸ ਤਰੀਕੇ ਨਾਲ ਹੀ ਗਿਣਤੀ ਜਿਹੜੀ ਆ ਚੱਲਦੀ ਜਾਏਗੀ ਤੇ ਜਿਹੜੇ ਐਕਟਿਵ ਪੇਸ਼ੈਂਟ ਆ ਕਿਉਂਕਿ ਹੁਣ ਘਟ ਰਹੇ ਨੇ ਤੇ ਠੀਕ ਜ਼ਿਆਦਾ ਹੋ ਰਹੇ ਨੇ, ਇਸ ਕਰਕੇ ਜਿਹੜੇ ਐਕਟਿਵ ਪੇਸ਼ੈਂਟ ਆ ਉਹਨਾਂ ਦੀ ਗਿਣਤੀ ਦਿਨੋਂ ਦਿਨ ਜਿਹੜੀ ਆ ਉਹ ਘਟੇਗੀ ਤੇ ਅਗਰ ਆਪਾਂ ਹੁਣ 2000 ਦੀ ਗੱਲ ਕਰਦੇ ਹਾਂ ਜੇ 586 ਦਾ ਇਹਨਾਂ ਵਿੱਚੋਂ ਇਹੀ ਨਿਕਲ ਗਏ ਨਾ ਤੇ ਬਹੁਤ ਜਿਹੜੀ ਗਿਣਤੀ ਆ ਉਹ ਡਾਊਨ ਆ ਚੁੱਕੀ ਆ ਤੇ ਚੰਗੀ ਗੱਲ ਆ ਕਿ ਸਾਡੇ ਪੰਜਾਬ ਦੇ ਲਈ ਜਿਹੜੀ ਆ ਉਹ ਬਹੁਤ ਅੱਛੀ ਗੱਲ ਆ ਕਿ ਜਿਹਦਾ ਲਾਕਡਾਊਨ 4 ਜਿਹੜਾ ਸਟਾਰਟ ਹੋਣ ਜਾ ਰਿਹਾ ਆ ਉਸ ਦੇ ਵਿੱਚ ਬਹੁਤ ਸਾਰੇ ਏਰੀਆ ਜਿਹੜੇ ਗ੍ਰੀਨ ਹੋ ਜਾਣਗੇ ਤੇ ਉੱਥੇ ਸਰਵਿਸਿਜ਼ ਜਿਹੜੀਆਂ ਬਹੁਤ ਸਾਰੀਆਂ ਉਹ ਸ਼ੁਰੂ ਹੋ ਜਾਣਗੀਆਂ। ਜਿੱਥੇ ਕੱਲ ਇੰਨੇ ਲੋਕ ਠੀਕ ਹੋਏ ਨੇ ਉੱਥੇ ਹੀ ਡਿਸਟ੍ਰਿਕਟ ਕਪੂਰਥਲਾ ਲਈ ਜਿਹੜਾ ਆ ਕੱਲ ਦਾ ਦਿਨ ਬੜਾ ਮਾੜਾ ਰਿਹਾ ਜਿੱਥੇ 5 ਪੇਸ਼ੈਂਟ ਨਵੇਂ ਆਏ ਨੇ ਜੀ ਤੇ ਇੱਕ ਪੇਸ਼ੈਂਟ ਫਗਵਾੜੇ ਦਾ ਜਿਹੜਾ ਆ ਉਹ ਫਗਵਾੜੇ ਦਾ ਗੁਰੂ ਨਾਨਕਪੁਰਾ ਦਾ। ਲੇਕਿਨ ਚੰਗੀ ਗੱਲ ਉਹਦੇ ਵਿੱਚ ਇਹਨਾਂ ਵਿੱਚ ਇਹ ਰਹੀ ਕਿ ਜਿਹੜੇ 4 ਪੇਸ਼ੈਂਟ ਉਹ ਕਪੂਰਥਲਾ ਏਰੀਆ ਦੇ ਨੇ ਉਹ ਦੁਬਈ ਤੋਂ ਆਏ ਨੇ ਲੇਕਿਨ ਉਹ 에ਅਰਪੋਰਟ ਤੋਂ ਸਿੱਧੇ ਹੀ ਜਿਹੜੇ ਆ ਉਹਨਾਂ ਨੂੰ ਕੁਆਰੰਟਾਈਨ ਸੈਂਟਰਸ ਦੇ ਵਿੱਚ ਲਿਆ ਕੇ ਰੱਖ ਲਿਆ ਗਿਆ ਸੀ ਤੇ ਉੱਥੇ ਆਈਸੋਲੇਟ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਹਨਾਂ ਵਿੱਚ ਪ੍ਰੋਬਲਮ ਸੀ ਖੰਘ ਦੀ, ਜ਼ੁਕਾਮ ਦੀ ਜਾਂ ਇਦਾਂ ਦੀਆਂ ਥੋੜੇ ਸਿੰਪਟਮਸ ਉਹਨਾਂ ਦੇ ਵਿੱਚ ਹੈਗੇ ਸੀ ਨਾ ਤੇ ਉਹਨਾਂ ਨੂੰ ਅਲੱਗ ਰੱਖਿਆ ਗਿਆ ਸੀ। ਜਿੱਥੇ ਉਹਨਾਂ ਦੀ ਰਿਪੋਰਟ ਆ ਪੋਜ਼ਿਟਿਵ ਆਈ ਉਹਨਾਂ ਦਾ ਇਲਾਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ, ਉਹ ਵੀ ਠੀਕ ਹੋ ਜਾਣਗੇ, 10-15 ਦਿਨ ਲੱਗਣਗੇ ਤੇ ਲੇਕਿਨ ਫਗਵਾੜਾ ਤੋਂ ਜਿਹੜਾ ਕੇਸ ਆ ਉਹਦਾ ਇਹ ਸੀ ਕਿ ਮਨਪ੍ਰੀਤ ਉਹਦੇ ਲੜਕੇ ਦਾ ਦੇਖੋ ਇਹ ਚੀਜ਼ ਇੱਕ ਸਮਝਣ ਦੀ ਗੱਲ ਆ ਕਿ ਚੇਨ ਕਿੱਦਾਂ ਬਣਦੀ ਆ ਕਿ ਕਿੱਦਾਂ ਜਲਦੀ ਇਹ ਸਪਰੈਡ ਹੁੰਦਾ। ਉਹ ਲੜਕੇ ਦਾ ਨਾਨਾ ਜਿਹੜਾ ਸੀ ਉਹ ਜਲੰਧਰ ਦੇ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਐਡਮਿਟ ਸੀਗਾ ਡਾਇਲਿਸਿਸ ਨੂੰ ਲੈ ਕੇ। ਉਸੇ ਹੀ ਰੂਮ ਦੇ ਵਿੱਚ ਇੱਕ ਹੋਰ ਪੇਸ਼ੈਂਟ ਜਿਹੜੀ ਡਾਇਲਿਸਿਸ ਹੁੰਦੀ ਸੀ ਉਹ ਲੇਡੀ ਸੀਗੀ ਜਿਸ ਦੀ ਬਾਅਦ ਚ ਲੁਧਿਆਣਾ ਦੇ ਹਸਪਤਾਲ ਜਾ ਕੇ ਕਰੋਨਾ ਦੇ ਨਾਲ ਮੌਤ ਹੋ ਗਈ ਤੇ ਲੇਕਿਨ ਜਦੋਂ ਉਹਦਾ ਹਿਸਟਰੀ ਦੇਖੀ ਗਈ ਤਾਂ ਉਹਦਾ ਇਲਾਜ ਜਿਹੜੇ ਹਸਪੀਟਲ ਚੱਲਿਆ ਸੀ ਉਸ ਰੂਮ ਦੇ ਵਿੱਚ ਜਿਹੜਾ ਦੂਜੇ ਪੇਸ਼ੈਂਟ ਸੀਗੇ ਉਹ ਜਿਹੜਾ ਲੜਕਾ ਹੁਣ ਪੋਜ਼ਿਟਿਵ ਆਇਆ ਉਹਦੇ ਨਾਨਾ ਸੀਗੇ ਤੇ ਉਹ ਉੱਥੇ ਉਹਨਾਂ ਦੀ ਦੇਖਭਾਲ ਦੇ ਲਈ ਅਵੇਲੇਬਲ ਸੀ ਤੇ ਉਹਨੂੰ ਉਸੇ ਟਾਈਮ ਜਿਹੜਾ ਆ ਹੈਲਥ ਡਿਪਾਰਟਮੈਂਟ ਨੇ ਉਹਨਾਂ ਨੂੰ ਆਈਸੋਲੇਟ ਕਰ ਦਿੱਤਾ ਸੀ ਤੇ ਜਿਸ ਤੋਂ ਬਾਅਦ ਉਹਦੇ ਟੈਸਟ ਲੈ ਕੇ ਭੇਜੇ ਗਏ ਸਨ ਤੇ ਉਹ ਟੈਸਟ ਜਿਹੜੇ ਨੇ ਹੁਣ ਉਹਦਾ ਪੋਜ਼ਿਟਿਵ ਆਇਆ ਆ ਤੇ ਚੰਗੀ ਗੱਲ ਇਹ ਸੀ ਕਿ ਉਹ ਲੋਕਾਂ ਵਿੱਚ ਵਿਚਰਿਆ ਨਹੀਂ ਤੇ ਟਾਈਮ ਦੇ ਨਾਲ ਹੈਲਥ ਡਿਪਾਰਟਮੈਂਟ ਹੈ ਉਹਨਾਂ ਨੂੰ ਅਲੱਗ ਕਰ ਦਿੱਤਾ ਸੀ ਤੇ ਫੈਲਣ ਦਾ ਮੌਕਾ ਲੇਕਿਨ ਕਿ ਉਹਨਾਂ ਨੂੰ ਸ਼ੱਕ ਦੇ ਆਧਾਰ ਤੇ ਉਹਨਾਂ ਨੇ ਉਹਦਾ ਟੈਸਟ ਕੀਤਾ ਸੀ ਹਾਂ ਸ਼ੱਕ ਦੇ ਆਧਾਰ ਤੇ ਕੀਤਾ ਸੀ। ਲੇਕਿਨ ਚੰਗੀ ਸੋਚਣ ਵਾਲੀ ਗੱਲ ਇਹ ਆ ਦੇਖੋ ਕਿੱਥੇ ਇੱਕ ਰੂਮ ਦੇ ਵਿੱਚ ਇੱਕ ਪੇਸ਼ੈਂਟ 2 ਇਕੱਠੇ ਹੋਏ ਜਿੱਥੋਂ ਇਹ ਉਹਨਾਂ ਨੂੰ ਨਾਲ ਲੱਗ ਗਿਆ ਤੇ ਅੱਗੇ ਦੇ ਅੱਗੇ ਜਿਹੜਾ ਉਹ ਫੈਲਿਆ। ਇਹ ਇਦਾਂ ਚੇਨ ਇਦਾਂ ਬਣਦੀ ਆ।
ਪਰ ਸਰ ਤੁਸੀਂ ਦੇਖੋ ਇੱਕ ਗੱਲ ਨੋਟ ਕਰਨ ਵਾਲੀ ਆ, ਫਗਵਾੜਾ ਕਿਤੇ ਨਾ ਕਿਤੇ ਇਸ ਵਾਇਰਸ ਤੋਂ ਬਚ ਰਿਹਾ ਆ। ਜਿੰਨੇ ਵੀ ਇਦਾਂ ਦੇ ਕੇਸ ਫਗਵਾੜੇ 'ਚ ਸਾਹਮਣੇ ਆਏ ਨੇ ਉਹ ਕੁਦਰਤੀ ਫਗਵਾੜੇ ਤੱਕ ਪਹੁੰਚੇ ਨਹੀਂ ਹੈਗੇ, ਚੰਗੀ ਗੱਲ ਹੈ, ਉਹਨਾਂ ਨੂੰ ਪਤਾ ਲੱਗ ਗਿਆ ਹੈ ਨਾ, ਚੰਗੀ ਗੱਲ ਆ। ਹਾਂ, ਤੇ ਹੋਰ ਵੀ ਜਿਹੜੇ ਆਪਣੇ ਸ਼ਰਧਾਲੂ ਜਿਹੜੇ ਹੋਰ ਨੇ ਉਹ ਵੀ ਉਹਨਾਂ ਦੀ ਰਿਪੋਰਟਸ ਨੈਗੇਟਿਵ ਆ ਚੁੱਕੀਆਂ ਨੇ ਕਾਫੀ ਦੀਆਂ। ਮੈਨੂੰ ਲੱਗਦਾ 1-2 ਦਿਨਾਂ ਵਿੱਚ ਜਾਂ ਥੋੜੇ ਦਿਨਾਂ ਵਿੱਚ ਉਹਨਾਂ ਨੂੰ ਵੀ ਜਿਹੜੀ ਛੁੱਟੀ ਦੇ ਦਿੱਤੀ ਜਾਣੀ ਆ, ਉਹ ਵੀ ਘਰ ਚਲ ਜਾਣੇ ਆ। ਤੇ ਮਨਪ੍ਰੀਤ ਇੱਕ ਅਹਿਮ ਖਬਰ ਇੱਥੇ ਇਹ ਆ ਕਿ ਕੱਲ ਅਸੀਂ ਨਿਊਜ਼ ਜਿਹੜੀ ਆ ਉਹ ਵੀ ਦਿਖਾਈ ਸੀ ਕਿ ਗੜਸ਼ੰਕਰ ਦੇ ਵਿੱਚ ਇੱਕ ਪਿੰਡ ਆ, ਉੱਥੇ ਨਾ ਹੈਲਥ ਡਿਪਾਰਟਮੈਂਟ ਨੇ ਸੈਂਪਲ ਲੈਣੇ ਸੀਗੇ ਤੇ ਉੱਥੇ ਇੱਕ ਪੇਸ਼ੈਂਟ ਜਿਹੜਾ ਨਿਕਲਿਆ ਸੀ। ਉਸ ਤੋਂ ਬਾਅਦ ਹੈਲਥ ਡਿਪਾਰਟਮੈਂਟ ਨੇ ਜਿਹੜੇ ਆ ਉਹ ਸੈਂਪਲ ਲੈਣੇ ਸੀ ਤਾਂ ਲੋਕਾਂ ਨੇ ਉੱਥੇ ਕੁਝ ਬੰਦੇ ਸੀ ਜਿਨ੍ਹਾਂ ਨੇ ਬਾਕੀ ਲੋਕਾਂ ਨੂੰ ਵੀ ਉਹਨਾਂ ਦੇ ਖਿਲਾਫ ਭੜਕਾ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਸੈਂਪਲ ਨਹੀਂ ਦੇਣੇ, ਜਾਨੀ ਕਿ ਬੁਰਾ ਭਲਾ ਵੀ ਕਿਹਾ, ਹੋਰ ਕੀ ਕੁਝ ਹੋਇਆ। ਉਸ ਤੋਂ ਬਾਅਦ ਪੁਲਿਸ ਉੱਥੇ ਪਹੁੰਚੀ, ਪੁਲਿਸ ਨੇ ਉੱਥੇ ਪਹੁੰਚ ਕੇ ਉਹਨਾਂ ਨੂੰ ਸਮਝਾਇਆ, ਪਿਆਰ ਦੇ ਨਾਲ ਸਮਝਾ ਕੇ ਉਹਨਾਂ ਨੂੰ ਦੱਸਿਆ। ਉਹ ਬੜੀ ਮੁਸ਼ਕਿਲ ਦੇ ਨਾਲ ਉਹ ਪਿੰਡ ਵਾਲੇ ਜਿਹੜੇ ਆ ਆਪਣੇ ਕਰੋਨਾ ਦੇ ਸੈਂਪਲ ਦੇਣ ਨੂੰ ਰੈਡੀ ਹੋਏ। ਉਸ ਤੋਂ ਬਾਅਦ ਉਹਨਾਂ ਦੇ 7-8 ਬੰਦਿਆਂ ਦੇ ਸੈਂਪਲ ਲੈ ਕੇ ਜਿਹੜੇ ਆ ਉਹ ਭੇਜ ਦਿੱਤੇ ਗਏ ਆ ਟੈਸਟ ਦੇ ਲਈ ਤੇ ਰਿਪੋਰਟਸ ਜਿਹੜੀਆਂ ਆ ਉਹ 1-2 ਦਿਨਾਂ ਦੇ ਵਿੱਚ ਉੱਥੇ ਦੀਆਂ ਉਹ ਵੀ ਆ ਜਾਣਗੀਆਂ। ਜੇ ਅਸੀਂ ਨਾ ਡਾਕਟਰਾਂ ਦੇ ਨਾਲ ਜਾਂ ਸਿਹਤ ਵਿਭਾਗ ਦੇ ਨਾਲ ਜੇ ਅਸੀਂ ਕੰਪਰੋਮਾਈਜ਼ ਨਹੀਂ ਕਰਾਂਗੇ ਤਾਂ ਫਿਰ ਅਸੀਂ ਆਪਣਾ ਬਚਾਅ ਕਿੱਦਾਂ ਕਰ ਸਕਦੇ ਹਾਂ? ਇੱਕ ਮਨਪ੍ਰੀਤ ਜਿਹੜੀ ਗੱਲ ਹੋਰ ਸੀਗੀ ਉਹ ਇਹ ਸੀਗੀ, ਸਭ ਨਾਲੋਂ ਜਿਹੜੀ ਰਿਸਕੀ ਚੀਜ਼ ਸ਼ੋ ਹੁੰਦੀ ਪਈ ਆ, ਜਿਹੜੀ ਆਮ ਹਜੇ ਨਿਗਾਹ 'ਚ ਨਹੀਂ ਸ਼ੁਰੂ ਹੋਈ। ਕੱਲ 2 ਡੈੱਡ ਬਾਡੀਜ਼ ਮਿਲੀਆਂ ਲੁਧਿਆਣਾ ਤੋਂ ਜੀ, ਤੇ ਬਾਅਦ ਵਿੱਚ ਜਦੋਂ ਉਹਨਾਂ ਦਾ ਰੂਟੀਨ ਦੇ ਵਿੱਚ ਚੈੱਕ ਕੀਤਾ ਗਿਆ ਉਹਨਾਂ ਨੂੰ ਤਾਂ ਉਹਦੇ ਟੈਸਟ ਕੀਤੇ ਗਏ ਤਾਂ ਉਹ ਦੋਨੋਂ ਡੈੱਡ ਬਾਡੀਜ਼ ਜਿਹੜੀਆਂ ਸੀ ਉਹ ਕਰੋਨਾ ਪੋਜ਼ਿਟਿਵ ਨਿਕਲੀਆਂ। ਦੇਖੋ ਦੇਖਣ ਵਾਲੀ ਗੱਲ ਇਹ ਆ ਕਿ ਕਿਤੇ ਇਦਾਂ ਤਾਂ ਨਹੀਂ ਬਹੁਤ ਸਾਰੇ ਲੋਕਾਂ ਦੇ ਟੈਸਟ ਨਹੀਂ ਹੋਏ ਤੇ ਉਹ ਕਰੋਨਾ ਦੇ ਕੈਰੀਅਰ ਬਣ ਕੇ ਜਿਹੜੇ ਆ ਘੁੰਮ ਰਹੇ ਆ। ਇਹ ਆਪਣੇ ਆਪ ਵਿੱਚ ਚੈੱਕ ਕਰਨ ਵਾਲੀ ਗੱਲ ਆ, ਕਿਉਂਕਿ ਜਿਹੜਾ ਇਹ ਕਰੋਨਾ ਦਾ ਰੂਪ ਆ ਨਾ, ਇਹ ਇੱਕ ਇਸ ਪਾਸੋਂ ਜ਼ਿਆਦਾ ਖਤਰਨਾਕ ਆ ਕਿ ਆਮ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਇਹਨਾਂ ਦਾ ਕੋਈ ਸਿੰਪਟਮਸ ਹੀ ਨਹੀਂ ਆਉਂਦੇ ਤੇ ਇਹ ਆਪਣਾ ਕੰਮ ਵੀ ਕਰੀ ਜਾਂਦੇ ਆ ਤੇ ਜਿੱਥੇ ਕਿਤੇ ਇਹਨਾਂ ਨੂੰ ਕੋਈ ਮਾੜਾ ਇਮਿਊਨ ਸਿਸਟਮ ਵਾਲਾ ਪਰਸਨ ਮਿਲਦਾ ਆ ਉਹਦੇ ਤੇ ਅਟੈਕ ਕਰਕੇ ਉਹਨੂੰ ਜਿਹੜਾ ਹੈ ਜ਼ਿਆਦਾ ਖਰਾਬੀ ਉਹ ਕਰ ਦਿੰਦੇ ਆ। ਉਹ ਜਿਹੜੀ ਲੁਧਿਆਣਾ ਦੀ ਤੁਸੀਂ ਗੱਲ ਕਰ ਰਹੇ ਹੋ, ਜਦੋਂ ਮਰੀਜ਼ ਸੜਕ ਤੇ ਕਿਤੇ ਕਿਨਾਰੇ ਜਿਹੜੇ ਪਏ ਜਿਨ੍ਹਾਂ ਨੇ ਉਹਦੀ ਚੱਕ ਥਲ ਵੀ ਕੀਤੀ ਹੈ ਉਹਨਾਂ ਨੂੰ ਵੀ ਇਕਾਂਤਵਾਸ ਦੇ ਵਿੱਚ ਰੱਖਿਆ ਗਿਆ, ਨਾਲ ਦੀ ਨਾਲ ਡੀਐਸਪੀ ਤੇ ਐਸਐਚਓ ਸਾਹਿਬ ਨੂੰ ਵੀ ਇਕਾਂਤਵਾਸ ਦੇ ਵਿੱਚ ਜਿਹੜਾ ਰੱਖਿਆ ਗਿਆ ਜਿੰਨੇ ਉਹਨਾਂ ਦੇ ਮਤਲਬ ਲਿੰਕ ਦੇ ਵਿੱਚ ਆਏ ਆ, ਕਿਉਂਕਿ ਉਹਨਾਂ ਦੇ ਜਿਹੜਾ ਕਰੋਨਾ ਪੋਜ਼ਿਟਿਵ ਉਹਨਾਂ ਦੀ ਮੌਤ ਤੋਂ ਬਾਅਦ ਜਿੱਦਾਂ ਪਤਾ ਲੱਗਾ ਹੈ ਨਾ, ਤੇ ਉਹਨਾਂ ਨੂੰ ਨਾਰਮਲ ਤਰੀਕੇ ਨਾਲ ਜਿੱਦਾਂ ਉਦਾਂ ਕੋਈ ਡੈਡ ਬੋਡੀ ਮਿਲਦੀ ਹੈ ਉਦਾਂ ਦਾ ਉਹਨਾਂ ਦੇ ਨਾਲ ਜਿਹੜਾ ਕਹ ਲੋ ਕੋਈ ਟ੍ਰੀਟ ਕੀਤਾ ਗਿਆ ਸੀ ਤੇ ਬਾਅਦ ਵਿੱਚ ਪਤਾ ਲੱਗਾ ਕਿ ਕਿੰਨੇ ਜਾਣੇ ਜਿਹੜੇ ਕਿ ਉਹਨਾਂ ਦੇ ਵਿੱਚ ਸਰਕਲ ਦੇ ਵਿੱਚ ਸੋਚ ਵੀ ਨਹੀਂ ਸਕਦੇ ਕਿ ਜੇ ਕੋਈ ਅਣਪਛਾਤੀ ਬੋਡੀ ਮਿਲੀ ਆ ਤੇ ਉਹ ਕਰੋਨਾ ਪੋਜ਼ਿਟਿਵ ਹੋ ਸਕਦੀ। ਹੁਣ ਇੰਨੀ ਤਿਆਰੀ ਦੇ ਵਿੱਚ ਤਾਂ ਉਸ ਟਾਈਮ ਹੁੰਦਾ ਕਿ ਜੇ ਕੋਈ ਵੀ ਸ਼ਾਇਦ ਇਹ ਜਿੰਦਾ ਹੋਵੇ ਉਹਨੂੰ ਦਵਾ ਚੱਕ ਕੇ ਹਸਪੀਟਲ ਪਹੁੰਚਾਇਆ ਜਾਵੇ। ਇਹ ਤਾਂ ਨਹੀਂ ਹੋ ਸਕਦਾ ਕਿ ਪਹਿਲਾਂ ਪੀਪੀਈ ਕਿਟ ਪਾਈ ਜਾਵੇ ਫਿਰ ਉਸ ਤੋਂ ਬਾਅਦ ਉਹਨੂੰ ਲਿਜਾਇਆ ਜਾਵੇ, ਕਿਉਂਕਿ ਉਹਨਾਂ ਟਾਈਮ ਹੀ ਨਹੀਂ ਹੁੰਦਾ। ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ, ਜੇ ਡੈੱਡ ਬੋਡੀ ਵੀ ਮਿਲੇ ਉਹਨੂੰ ਚੈੱਕ ਕਰਨ ਦੇ ਲਈ, ਉਹਦੀ ਪਹਿਚਾਣ ਕਰਨ ਦੇ ਲਈ ਉਹਨੂੰ ਉਦੋਂ ਵੀ ਦੇਖਿਆ ਜਾਂਦਾ, ਲੇਕਿਨ ਗਾਹਾਂ ਪੁਲਿਸ ਨੂੰ ਤੇ ਬਾਕੀ ਜਿਹੜੇ ਹੈਗੇ। ਤੇ ਇਸੇ ਤਰ੍ਹਾਂ ਸਰ ਪਿਛਲੇ ਦਿਨ ਜਿਹੜੀ ਖਬਰ ਆ ਰਹੀ ਸੀ ਪੀਜੀਆਈ ਚੰਡੀਗੜ੍ਹ ਨੇ ਇਹ ਵੀ ਕਰ ਦਿੱਤਾ ਸੀ ਕਿ ਬੇਸ਼ੱਕ ਤੁਸੀਂ ਨਾਰਮਲ ਵੀ ਕੋਈ ਮੈਡੀਸਨ ਲੈਣ ਜਾਣਾ ਨਾ, ਤੁਹਾਡਾ ਟ੍ਰੀਟਮੈਂਟ ਉਥੋਂ ਚੱਲ ਰਿਹਾ ਤੇ ਤੁਹਾਡਾ ਸਭ ਤੋਂ ਪਹਿਲਾਂ ਜਿਹੜਾ ਕਰੋਨਾ ਟੈਸਟ ਹੈ ਉਹ ਹੋਊਗਾ, ਫਿਰ ਤੁਹਾਨੂੰ ਮੈਡੀਸਨ ਮਿਲੂਗੀ ਜੀ, ਮਤਲਬ ਇਸੇ ਡਰ ਦੇ ਕਾਰਨ। ਪਰ ਗਵਰਨਮੈਂਟ ਇੰਨੇ ਟੈਸਟ ਕਿੱਥੋਂ ਕਰੇਗੀ? ਇਹ ਵੀ ਮੁਸ਼ਕਲ ਦੀ ਗੱਲ ਹੈ ਤੇ ਗਾਂ ਦੀ ਆਉਣ ਵਾਲੇ ਟਾਈਮ ਤੇ ਮੈਨੂੰ ਲੱਗਦਾ ਟੈਸਟ ਆਮ ਹੋਣ ਲੱਗ ਪਏ ਨੇ ਤੇ ਹਰੇਕ ਸ਼ਹਿਰ ਦੇ ਵਿੱਚ ਜਿਹੜੇ ਆ ਲੈਬੋਰਟਰੀਆਂ ਦੇ ਉੱਤੇ ਇਹ ਹੌਲੀ ਟੈਸਟ ਜਿਹੜੇ ਆ ਉਹ ਹੋਣ ਲੱਗ ਪਣਗੇ। ਅੱਜ ਦੀ ਤਰੀਕ ਤਾਂ ਹਜੇ ਮਹਿੰਗਾ ਟੈਸਟ ਆ, ਆਮ ਲੋਕ ਜਿਹੜੇ ਇੱਕ ਦਵਾਈ ਲੈਣ ਜਾਣ ਲਈ ਕਿੱਥੇ ਕਰਾਉਣਗੇ। ਤੇ ਯੂਪੀ ਦੇ ਵਿੱਚ ਮਨਪ੍ਰੀਤ ਉੱਥੇ ਵੀ ਉਹਨਾਂ ਨੇ ਉਹ ਕਰ ਦਿੱਤਾ ਕਿ ਅਗਰ ਕਿਸੇ ਨੂੰ ਕੋਈ ਜ਼ੁਕਾਮ ਖੰਘ ਰੇਸ਼ਾ ਹੈ ਉਹਦੀ ਉਹ ਦਵਾਈ ਲੈਣ ਜਾਂਦਾ ਤੇ ਉਹਦੀ ਲਿਸਟ ਜਿਹੜੀ ਆ ਉਹ ਹੈਲਥ ਡਿਪਾਰਟਮੈਂਟ ਨੂੰ ਪਹੁੰਚਾਉਣਾ ਮੈਡੀਕਲ ਸਟੋਰ ਦੀ ਜਾਂ ਡਾਕਟਰ ਦੀ ਡਿਊਟੀ ਹੋਏਗੀ ਤੇ ਤਾਂ ਕਿ ਉਹਦੇ ਉੱਤੇ ਨਿਗਾਹ ਰੱਖੀ ਜਾ ਸਕੇ ਕਿ ਕਿਤੇ ਉਹ ਕਰੋਨਾ ਪੋਜ਼ਿਟਿਵ ਨਾ ਹੋਵੇ ਜੀ। ਤੇ ਤੁਸੀਂ ਵੇਖ ਰਹੇ ਹੋ ਜੀ ਪ੍ਰੋਗਰਾਮ ਇੱਕ ਨਜ਼ਰ ਤੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣਾ ਹਿੱਸਾ ਜਿਹੜਾ ਪਾ ਸਕਦੇ ਹੋ, ਆਪਣਾ ਕੋਈ ਵੀ ਵਿਚਾਰ ਜਾਂ ਕੋਈ ਮੁਸ਼ਕਿਲ ਤੁਹਾਨੂੰ ਆ ਰਹੀ ਹੈ ਤੁਸੀਂ ਸਾਡੇ ਤੱਕ ਪਹੁੰਚਾ ਸਕਦੇ ਹੋ ਫੋਨ ਲਾਈਨ ਦੇ ਜ਼ਰੀਏ। ਪਰ ਇੱਥੇ ਦੱਸਦੇ ਜਾਈਏ ਕਿ ਜਿਹੜਾ 01824508709 ਨੰਬਰ ਹੈਗਾ ਉਹ ਕਿਸੇ ਟੈਕਨੀਕਲ ਇਸ਼ੂ ਕਰਕੇ ਜਿਹੜਾ ਅੱਜ ਨਹੀਂ ਚੱਲ ਰਿਹਾ, ਤੁਸੀਂ 01824380113 ਤੇ ਜਿਹੜਾ ਫੋਨ ਕਰਕੇ ਸਾਡੇ ਨਾਲ ਜਿਹੜੀ ਗੱਲਬਾਤ ਆ ਉਹ ਤੁਸੀਂ ਕਰ ਸਕਦੇ ਹੋ। ਸਰ ਥੋੜੇ ਦਿਨਾਂ ਦੇ ਵਿੱਚ ਜਿਹੜਾ ਇੱਕ ਬਹੁਤ ਮੁੱਦਾ ਉੱਭਰ ਕੇ ਸਾਹਮਣੇ ਆਇਆ ਸੀ ਕਿ ਮਜ਼ਦੂਰਾਂ ਦਾ, ਕਿ ਮਜ਼ਦੂਰ ਘਰਾਂ ਨੂੰ ਜਾ ਰਹੇ ਨੇ ਜਾਂ ਪੈਦਲ ਜਾ ਰਹੇ ਨੇ ਜਾਂ ਫਿਰ ਜਾਣਾ ਚਾਹੁੰਦੇ ਨੇ, ਉਹਨਾਂ ਨੇ ਇਕੱਠ ਕੀਤਾ ਕਿ ਸਾਨੂੰ ਰਾਸ਼ਨ ਨਹੀਂ ਮਿਲ ਰਿਹਾ ਜਾਂ ਮਤਲਬ ਵੱਖੋ ਵੱਖਰੀਆਂ ਜਿਹੜੀਆਂ ਪਰੇਸ਼ਾਨੀਆਂ ਉਹਨਾਂ ਦੇ ਸਾਹਮਣੇ ਆ ਰਹੀਆਂ ਸੀ। ਪਰ ਤੁਸੀਂ ਦੇਖੋ ਇਸ ਸਮੇਂ ਮੈਨੂੰ ਲੱਗਦਾ ਕਿ ਮਜ਼ਦੂਰਾਂ ਤੇ ਜਿਹੜਾ ਪਰਮਾਤਮਾ ਵੀ ਪ੍ਰਕੋਪ ਕਰ ਰਿਹਾ ਸੀ, ਇਹ ਕਹਿ ਸਕਦੇ ਹਾਂ ਨਾ। ਤੇ ਜਿਹੜਾ ਯੂਪੀ ਦੇ ਵਿੱਚ ਰਾਤੀ ਹਾਦਸਾ ਹੋਇਆ ਆ,
ਜਿੱਥੇ 24 ਮਰੀਜ਼ਾਂ ਦੀ ਮੌਤ ਹੋ ਗਈ ਹੈ ਟਰੱਕ ਆਪਸ ਵਿੱਚ ਟਕਰਾਏ ਸੌਰੀ ਹਾਂਜੀ ਤੇ ਉਹਨਾਂ ਦੀ ਜਿਹੜੀ ਮੌਤ ਹੋ ਗਈ ਹੈ। ਤੇ ਤੁਸੀਂ ਇਹ ਦੇਖੋ ਕਿ ਉਹ ਤੜਕਸਾਰ ਜਿਹੜਾ ਕਿ ਮਤਲਬ ਚਾਹ ਪੀ ਰਹੇ ਸੀ ਕਿਸੇ ਢਾਬੇ ਤੇ, ਟਰੱਕ ਆਪਸ ਦੇ ਵਿੱਚ ਟਕਰਾਏ ਆ, ਉਹ ਜਿਹੜਾ ਚੂਨਾ ਸੀ ਟਰੱਕ ਦੇ ਵਿੱਚ ਭਰਿਆ ਹੋਇਆ ਉਹਦੇ ਥੱਲੇ ਆਉਣ ਕਾਰਨ ਜਿਹੜੀ ਉਹਨਾਂ ਦੀ ਮੌਤ ਹੋ ਗਈ ਹੈ ਨਾ। ਤੁਸੀਂ ਦੇਖੋ ਘਰਾਂ ਨੂੰ ਸੀਗੇ ਹੈ ਨਾ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਵਿੱਚ ਵੀ 5 ਹੋਏ ਨੇ ਮਤਲਬ ਉਦੋਂ ਦੇ ਕਿੰਨੇ ਇਦਾਂ ਦੇ ਕੇਸ ਆਪਣੇ ਸਾਹਮਣੇ ਆਏ ਨੇ ਜਿਹੜਾ ਕਿ ਜਦੋਂ ਰੋਡ ਤੇ ਜਾ ਰਹੇ ਕੋਈ ਗੱਡੀ ਨੇ ਕੁਚਲ ਦਿੱਤਾ ਜਾਂ ਟਰੱਕ ਨੇ ਕੁਚਲ ਦਿੱਤਾ, ਕਹਿ ਲਓ ਕਿ ਉਹ ਜਿੱਦਾਂ ਉਹਨਾਂ ਦੇ ਵਿੱਚ ਤੜਫ ਲੱਗੀ ਹੋਈ ਆਪਣੇ ਪਰਿਵਾਰ ਤੱਕ ਪਹੁੰਚ ਸਕਦੇ। ਮੋਗਾ ਦੇ ਨੇੜੇ ਇੱਧਰ ਇੱਕ 2 ਨਰਸ ਸੀਗੀਆਂ ਜਿਹੜੀਆਂ ਸਕੂਟਰੀ ਦੇ ਉੱਤੇ ਜਾ ਰਹੀਆਂ ਸੀ, ਟਰੱਕ ਦੇ ਨਾਲ ਐਕਸੀਡੈਂਟ ਹੋ ਗਿਆ ਜਿਸ ਦੇ ਵਿੱਚੋਂ ਇੱਕ ਦੀ ਮੌਕੇ ਦੇ ਉੱਤੇ ਉਹ ਮੌਤ ਹੋ ਗਈ। ਦੇਖੋ ਐਕਸੀਡੈਂਟ ਜਿਹੜੇ ਆ ਉਹ ਦੁਬਾਰਾ ਹੋਣੇ ਸ਼ੁਰੂ ਹੋ ਗਏ, ਇੰਨੇ ਬੰਦੇ ਕਰੋਨਾ ਨਾਲ ਨਹੀਂ ਮਰੇ ਜਿੰਨੇ ਐਕਸੀਡੈਂਟਾਂ ਨਾਲ ਮਰਦੇ। ਪਰ ਮਜ਼ਦੂਰਾਂ ਤੇ ਸਰ ਇਦਾਂ ਦਾ ਜਿਹੜਾ ਕਹਿ ਰਿਹਾ ਉਹ ਜ਼ਿਆਦਾ ਮਜ਼ਦੂਰਾਂ ਦੇ ਆਪਾਂ ਚਰਚਾ ਕਾਲ ਸਾਡੇ ਕੋਲ ਜੁੜੀ ਹੈ, ਉਸ ਤੋਂ ਬਾਅਦ ਵੀ ਮਜ਼ਦੂਰਾਂ ਦੇ ਉੱਤੇ ਚਰਚਾ ਆਪਾਂ ਜਿਹੜੀ ਹੈ ਜਾਰੀ ਰੱਖਾਂਗੇ। ਸਵਾਗਤ ਹੈ ਜੀ ਤੁਹਾਡਾ ਨਵਰੰਗ ਟੀਵੀ ਤੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਕੌਣ ਬੋਲ ਰਿਹਾ ਜੀ? ਨਰੇਸ਼ ਭਾਬੇ ਬੋਲ ਰਹੇ। ਹਾਂਜੀ ਚੇਅਰਮੈਨ ਜੀ ਕੀ ਹਾਲ ਚਾਲ ਜੀ? ਅਸੀਂ ਕੱਲ ਵੀ ਤੁਹਾਨੂੰ ਯਾਦ ਕਰ ਰਹੇ ਸੀ, ਅਸੀਂ ਕੱਲ ਸੋਚ ਰਹੇ ਸੀ ਕਿ ਜੋ ਕਣਕ ਦੀ ਪੋਜੀਸ਼ਨ ਆ ਉਹਦੇ ਉੱਤੇ ਤੁਹਾਡੇ ਤੋਂ ਰਿਪੋਰਟ ਲੈ ਕੇ ਉਹ ਸਾਡੇ ਦਰਸ਼ਕਾਂ ਨੂੰ ਦੱਸੀ ਜਾਵੇ। ਨਰੇਸ਼ ਜੀ ਅਗਰ ਗੱਲ ਕਰਦੇ ਆ ਕਿ ਮੈਨੂੰ ਲੱਗਦਾ ਹੁਣ ਤਾਂ ਜ਼ਿਆਦਾਤਰ ਕਣਕ ਖੇਤਾਂ ਦੇ ਵਿੱਚੋਂ ਚੱਕ ਹੋ ਗਈ ਹੋਣੀ ਨਾ? 100% ਜੀ। 4 ਦਿਨ ਪਹਿਲਾਂ ਤੱਕ ਸਾਡੀ ਖਤਮ ਹੋ ਗਈ ਸੀ ਜਿਹੜੀ ਹਾਰਵੈਸਟਿੰਗ ਜੀ। ਤੇ ਮੰਡੀਆਂ ਦੇ ਵਿੱਚ ਇਸ ਟਾਈਮ ਕੀ ਪੋਜੀਸ਼ਨ ਆ ਕਿ ਕਿਸਾਨਾਂ ਦੀ ਜਿਹੜੀ ਫਸਲ ਵਿਕ ਚੁੱਕੀ ਆ? ਹਾਂ ਕਿਸਾਨਾਂ ਦੀ ਫਸਲ ਜਿਹੜੀ ਆ ਬਿਲਕੁਲ ਇੱਕ ਦਾਣਾ ਵਿਕ ਚੁੱਕਾ ਜੀ, ਕੋਈ ਪ੍ਰੋਬਲਮ ਨਹੀਂ। ਤੇ ਅਗਰ ਆਪਾਂ ਟੋਟਲ ਇਸ ਵਾਰ ਜਿਹੜਾ ਆ ਸਪੈਸ਼ਲ ਅਰੇਂਜਮੈਂਟ ਕੀਤੇ ਗਏ ਸੀ ਤੇ ਕਿੱਦਾਂ ਦਾ ਤੁਹਾਡਾ ਜਿਹੜਾ ਆ ਐਕਸਪੀਰੀਅੰਸ ਰਿਹਾ, ਕੀ ਮਾਹੌਲ ਰਿਹਾ ਉੱਥੇ ਕਿ ਕਿਸਾਨਾਂ ਨੂੰ ਜਾਂ ਮਜ਼ਦੂਰਾਂ ਨੂੰ ਜਾਂ ਆੜ੍ਹਤੀਆਂ ਨੂੰ ਕਿਸੇ ਖਾਸ ਮੁਸ਼ਕਲ ਦਾ ਸਾਹਮਣਾ ਤਾਂ ਨਹੀਂ ਕਰਨਾ ਪਿਆ? ਨਹੀਂ ਬਿਲਕੁਲ ਕਿਸੇ ਮੁਸ਼ਕਲ ਦਾ ਕੋਈ ਸਾਹਮਣਾ ਨਹੀਂ ਕਰਨਾ ਪਿਆ ਕਿਉਂਕਿ ਇਸ ਵਾਰ ਪਾਸ ਸਿਸਟਮ ਸੀਗਾ ਤੇ ਪਾਸ ਸਿਸਟਮ ਦੇ ਵਿੱਚ ਜਿਹੜੀ ਸੀ ਗੇਟ ਤੇ ਨਾਲ ਐਂਟਰੀ ਵੀ ਇੱਕੋ ਗੇਟ ਤੋਂ ਸੀ, ਉਹਦੇ ਨਾਲ ਟਾਈਮ ਬਾਉਂਡ ਸੀ ਸਵੇਰੇ 6 ਤੋਂ ਲੈ ਕੇ ਸ਼ਾਮ 6 ਵਜੇ ਤੱਕ। ਤੇ ਫਾਰਮਰ ਨੂੰ ਵੀ ਪਤਾ ਸੀ ਵੀ ਮੇਰਾ ਕਿਸਾਨ ਨੂੰ ਪਤਾ ਸੀ ਕਿ ਮੈਂ ਇੰਨੇ ਵਜੇ ਜਾ ਸਕਦਾ ਹਾਂ, ਉਹ ਟਾਈਮ ਨਾਲ ਆਉਂਦਾ ਸੀ ਤੇ ਟਾਈਮ ਵੇਚ ਕੇ ਚਲੇ ਜਾਂਦਾ ਸੀ। ਤੇ ਇਸ ਕਰਕੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਈ ਕਿਉਂਕਿ ਨਹੀਂ ਤਾਂ ਅੱਗੇ ਜਦੋਂ ਵੀ ਕਿਸੇ ਦਿਲ ਕਰਦਾ ਸੀ ਕੋਈ ਲੇਟ ਨਾਈਟ ਕੋਈ ਅਰਲੀ ਇਨ ਦਾ ਮਾਰਨਿੰਗ ਵੀ ਆ ਜਾਂਦਾ ਸੀ। ਇਸ ਵਾਰ ਜਿਹੜੀ ਲੇਬਰ ਵੀ ਬਹੁਤ ਸੌਖੀ ਰਹੀ ਆ, ਆਰਥਿਕ ਹਾਲ ਬਹੁਤ ਸੌਖੇ ਰਹੇ ਆ ਔਰ ਕਿਸਾਨ ਵੀਰ ਵੀ ਬਹੁਤ ਸੌਖੇ ਰਹੇ ਤਾਂ ਕਿ ਕਿਉਂਕਿ ਜਦੋਂ ਲੇਟ ਆਵਰ ਤੱਕ ਫਸਲ ਆਉਂਦੀ ਰਹਿੰਦੀ ਤਾਂ ਉਹ ਲੇਟ ਆਵਰ ਤੱਕ ਝੁਕਦੀ ਰਹਿੰਦੀ ਹੈ। ਉਹਦੇ ਵਿੱਚ ਹੋਏ ਲੇਬਰ ਵੀ ਪਰੇਸ਼ਾਨ ਹੁੰਦੀ ਤਾਂ ਕਿਸਾਨ ਨੂੰ ਵੀ ਦਿੱਕਤ ਆਉਂਦੀ ਰੱਖਾ ਰਾਤ ਨੂੰ ਘਰ ਜਾਣ ਵਾਸਤੇ। ਠੀਕ ਹੈ ਜੀ। ਤੇ ਜਿਹੜੇ ਮੰਡੀਆਂ ਦੇ ਵਿੱਚ ਕਣਕ ਪਈ ਆ ਉਹ ਹੁਣ ਸਰਕਾਰ ਦੀ ਪਈ ਹੈ ਜੀ? ਹਾਂ ਐਕਚੁਅਲੀ ਜਿਹੜੀ ਹੈਗੀ ਆ ਲੋਡਿੰਗ ਰਹਿੰਦੀ ਆ 15% ਜੋ ਟੋਟਲ ਪ੍ਰੋਕਿਊਰਮੈਂਟ ਹੋਈ ਆ ਉਹਦੀ 15% ਲੋਡਿੰਗ ਬੈਲੈਂਸ ਹੈਗੀ ਆ। ਤੇ ਉਹ ਮੇਰੇ ਕੋਲ ਮੋਸਟ ਪ੍ਰੋਬਬਲੀ ਵਿਦਿਨ 3 ਡੇ ਹੋ ਜਾਏਗੀ ਜੀ। ਤੇ ਇਸ ਵਾਰ ਕੋਈ ਲੇਬਰ ਨੂੰ ਲੈ ਕੇ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਜੀ? ਥੋੜਾ ਲੇਬਰ ਨੂੰ ਲੈ ਕੇ ਮੁਸ਼ਕਲ ਸਾਹਮਣਾ ਕਿਉਂ ਕਰਨਾ ਪਿਆ ਕਿਉਂਕਿ ਲੇਬਰਾਂ ਜਿਹੜੀਆਂ ਸੀ ਨਵੀਆਂ ਸੀ ਔਰ ਇਹ ਪੂਰੀਆਂ ਟ੍ਰੇਨ ਨਹੀਂ ਸੀ ਮੰਡੀਆਂ ਦੇ ਕੰਮ ਲਈ, ਤੇ ਉਹਦੇ ਵਿੱਚ ਥੋੜਾ ਜਿਹਾ ਪ੍ਰੋਬਲਮ ਤਾਂ ਜ਼ਰੂਰ ਆਈ ਹੈ ਬਟ ਫਿਰ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਅੱਛਾ ਸਾਰਾ ਮਿਲ ਕੇ ਜਿਹੜਾ ਭੁਗਤ ਗਿਆ। ਤੇ ਅਗਰ ਟੋਟਲ ਦੇਖਿਆ ਜਾਵੇ ਤਾਂ ਕੀ ਕਹਿ ਸਕਦੇ ਆ ਕਿ ਕੈਪਟਨ ਸਰਕਾਰ ਤੇ ਜਿਹੜਾ ਸਾਰਾ ਪ੍ਰਸ਼ਾਸਨ ਆ ਉਹ ਬਿਲਕੁਲ ਠੀਕ ਢੰਗ ਦੇ ਨਾਲ ਕਣਕ ਦੀ ਜਿਹੜੀ ਆ ਖਰੀਦ ਸਫਲ ਬਣਾਉਣ ਵਿੱਚ ਸਫਲ ਹੋਇਆ? ਹਾਂ ਬਿਲਕੁਲ। ਥੋੜਾ ਜਿਹਾ ਇਹਦੇ ਵਿੱਚ ਦੇਖੋ ਜੀ ਪ੍ਰੋਬਲਮ ਆਈ ਆ ਸਾਨੂੰ ਕਿਉਂਕਿ ਜਿਹੜੀ ਆ ਸਪੈਸ਼ਲ ਲੱਗਦੀਆਂ ਰਹੀਆਂ ਬਹੁਤ ਜ਼ਿਆਦਾ ਪ੍ਰੋਕਿਊਰਮੈਂਟ ਦੇ ਟਾਈਮ ਦੇ ਵਿੱਚ ਰਾਈਸ ਦੀਆਂ, ਉਹਦੇ ਕਰਕੇ ਥੋੜੀ ਜਿਹੀ ਸਾਡੀ ਲਿਫਟਿੰਗ ਜ਼ਰੂਰ ਸਲੋ ਹੋਈ ਆ। ਅਦਰਵਾਈਜ਼ ਪ੍ਰੋਕਿਊਰਮੈਂਟ ਦੇ ਵਿੱਚ ਪੇਮੈਂਟ ਵੱਲੋਂ ਜਾਂ ਕਿਸੇ ਚੀਜ਼ ਵੱਲੋਂ ਵੀ ਕੋਈ ਪ੍ਰੋਬਲਮ ਨਹੀਂ ਆਈ, ਬਹੁਤ ਵਧੀਆ ਸਾਰਾ ਰਿਹਾ ਜੀ। ਤੇ ਜਿਹੜਾ ਕਿਹਾ ਜਾ ਰਿਹਾ ਸੀ ਕਿ ਜਿਹੜਾ ਲੇਟ ਕਣਕ ਲੈ ਕੇ ਆਏਗਾ ਅਗਰ ਸਟੋਰ ਕਰਕੇ ਰੱਖੇਗਾ ਉਹਨੂੰ ਵੀ ਕੁਝ ਨਾ ਕੁਝ ਬੋਨਸ ਦਿੱਤਾ ਜਾਏਗਾ, ਕੀ ਲੱਗਦਾ ਕਿ ਲੋਕਾਂ ਨੇ ਹਜੇ ਤੱਕ ਕਣਕ ਆਪਣੇ ਕੋਲ ਰੋਕ ਕੇ ਰੱਖੀ ਹੋਵੇਗੀ? ਬਿਲਕੁਲ 10% ਫਾਰਮਰ ਐਸੇ ਹੈਗੇ ਆ ਜਿਹੜੇ ਫਾਈਨੈਂਸ਼ਲੀ ਸਟਰੋਂਗ ਆ ਉਹਨਾਂ ਨੇ ਕਣਕ ਰੋਕੀ ਆ, ਬਟ ਐਸ ਸੱਚ ਹਲੇ ਤੱਕ ਗਵਰਨਮੈਂਟ ਵੱਲੋਂ ਕੋਈ ਇਸ ਤਰ੍ਹਾਂ ਦਾ ਨਹੀਂ ਆ ਵੀ ਉਹ ਜੇ ਲੇਟ ਲੈ ਕੇ ਆਉਣਗੇ ਤਾਂ ਉਹਨਾਂ ਨੂੰ ਕੋਈ ਬੋਨਸ ਦਿੱਤਾ ਜਾਏਗਾ। ਹਾਂ ਪ੍ਰਾਈਵੇਟ ਤੌਰ ਤੇ ਸਾਨੂੰ ਰੇਟ ਵੱਧ ਜਾਣ ਤਾਂ ਆਪਾਂ ਕਹਿ ਨਹੀਂ ਸਕਦੇ। ਓਕੇ। ਤੇ ਹੋਰ ਤੁਸੀਂ ਸਾਡੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ ਆਪਣੇ ਵੱਲੋਂ? ਨਹੀਂ ਬਸ ਜੀ ਮੈਂ ਤਾਂ ਇਹੀ ਕਹਾਂਗਾ ਸਾਰਿਆਂ ਨੂੰ ਸ਼ੁਭ ਸ਼ਾਮਾ ਦੇਵਾਂਗਾ ਕਿ ਜਿਹੜਾ ਐਕਚੁਅਲੀ ਕਰੋਨਾ ਦੀ ਮਹਾਮਾਰੀ ਦਾ ਦੌਰ ਚੱਲ ਰਿਹਾ ਹੈ ਉਹਦੇ ਵਿੱਚ ਆਪਾਂ ਸਾਰੇ ਜਿਹੜੇ ਆ ਜੋ ਵੀ ਰੂਲ ਰੈਗੂਲੇਸ਼ਨਸ ਹੈਗੇ ਆ ਗਵਰਨਮੈਂਟ ਆਪਾਂ ਦੱਸ ਰਹੀਆਂ ਜਾਂ ਲੋਕਲ ਐਡਮਿਨਿਸਟ੍ਰੇਸ਼ਨ ਦੱਸ ਰਹੀਆਂ ਆਪਾਂ ਉਹਨੂੰ ਫੋਲੋ ਕਰੀਏ ਔਰ ਆਪਣਾ ਵੀ ਔਰ ਆਪਣੇ ਆਂਢ ਗੁਆਂਢ ਦਾ ਵੀ ਸਾਰਾ ਦਾ ਖਿਆਲ ਰੱਖੀਏ ਕਿਉਂਕਿ ਇਸ ਚੀਜ਼ ਦਾ ਇੱਕ ਇਲਾਜ ਹੈ ਛੋਟਾ ਦਿੱਤਾ ਜੀ, ਉਸ ਨੂੰ ਆਪਾਂ ਮੇਨਟੇਨ ਰੱਖੀਏ। ਭਾਵੇਂ ਗਵਰਨਮੈਂਟ ਨੇ
ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਖੋਲ੍ਹ ਦਿੱਤੇ ਸਾਰੇ ਕਾਰੋਬਾਰ, ਪਰ ਉਹਦੇ ਵਿੱਚ ਸਾਨੂੰ ਸੋਸ਼ਲ ਡਿਸਟੈਂਸ ਮੇਨਟੇਨ ਰੱਖਣਾ ਬਹੁਤ ਹੀ ਜ਼ਰੂਰੀ ਹੈ, ਤਾਂ ਹੀ ਆਪਾਂ ਸਾਰੇ ਜਿਹੜੇ ਇਸ ਬਿਮਾਰੀ ਤੋਂ ਬਚ ਸਕਦੇ ਹਾਂ। ਠੀਕ ਹੈ, ਧੰਨਵਾਦ ਜੀ ਕਾਲ ਕਰਨ ਦੇ ਲਈ। ਥੈਂਕ ਯੂ। ਹਾਂਜੀ, ਤੇ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਜਿਹੜੀ ਕਣਕ ਨੂੰ ਲੈ ਕੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਦਰਸ਼ਕਾਂ ਤੱਕ ਜਿਹੜੀ ਰਿਪੋਰਟ ਆ ਉਹ ਪਹੁੰਚਾਈ ਜਾਵੇ, ਚੈਕਿੰਗਾਂ ਨੂੰ ਸਿੱਧਾ ਇਹਨਾਂ ਨੇ ਗੱਲ ਕੀਤੀ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਹੈਗੀ, ਪਰ ਕਿਸਾਨ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਨੇ। 250 ਦੇ ਕਰੀਬ ਜਿਹੜੀਆਂ ਕਿਸਾਨ ਜਥੇਬੰਦੀਆਂ ਹੈਗੀਆਂ ਨੇ ਜਿਨ੍ਹਾਂ ਵੱਲੋਂ ਅੱਜ ਕਿਸਾਨ ਦਿਵਸ ਮਨਾ ਕੇ ਤੇ ਰੋਸ ਪ੍ਰਦਰਸ਼ਨ ਜਿਹੜਾ ਸਰਕਾਰ ਖਿਲਾਫ ਕੀਤਾ ਜਾ ਰਿਹਾ, ਉਹਨਾਂ ਦਾ ਕਹਿਣਾ ਹੈ ਕਿ ਇਸ ਲੋਕਡਾਊਨ ਦੇ ਸਮੇਂ ਦੌਰਾਨ ਜਿਹੜਾ ਅਸੀਂ ਸਰਕਾਰ ਦੇ ਨਾਲ ਪੂਰਾ ਸਹਿਯੋਗ ਕੀਤਾ, ਪਰ ਸਰਕਾਰ ਨੇ ਸਾਡੇ ਨਾਲ ਸਹਿਯੋਗ ਨਹੀਂ ਕੀਤਾ। ਸਾਡੇ ਲਈ ਮਤਲਬ ਕਿਸੇ ਵੀ ਤਰ੍ਹਾਂ ਦਾ ਕੋਈ ਵਿਸ਼ੇਸ਼ ਜਿਹੜਾ ਕਹਿ ਲਓ ਕਿ ਕੋਈ ਸਹੂਲਤ ਜਿਹੜੀ ਸਾਡੇ ਲਈ ਸਰਕਾਰ ਉਹ ਨਹੀਂ ਲੈ ਕੇ ਆਈ, ਸਪੈਸ਼ਲੀ ਕਿਸਾਨਾਂ ਦੇ ਲਈ। ਕੁਛ ਨਾ ਕੁਛ ਕੱਲ ਅਨਾਉਂਸਮੈਂਟਸ ਜਿਹੜੀਆਂ ਨੇ ਉਹ ਕੀਤੀਆਂ ਨੇ ਫਾਈਨੈਂਸ ਮਿਨਿਸਟਰੀ ਨੇ, ਜਿਹੜਾ ਤੀਜਾ ਪਾਰਟ ਸੀ ਉਹਦੇ ਵਿੱਚ ਜਿੱਥੇ ਕਿਸਾਨਾਂ ਨੂੰ ਵਿਆਜ ਮਾਫੀ ਦੀ ਗੱਲ ਹੋਈ ਆ ਜਾਂ ਕਈ ਹੋਰ ਚੀਜ਼ਾਂ ਨੇ ਜਿੱਦਾਂ ਕਿ ਜਿੱਥੇ ਮਰਜ਼ੀ ਜਾ ਕੇ ਆਪਣੀ ਜਿੰਸ ਆ ਉਹ ਵੇਚ ਸਕਦੇ ਆ, ਇਦਾਂ ਕਈ ਕੁਝ ਕੀਤਾ ਗਿਆ ਹੈ। ਹਜੇ ਆਉਣ ਵਾਲੇ ਟਾਈਮ 'ਚ ਪਤਾ ਲੱਗੇਗਾ ਉਹਨਾਂ ਦਾ ਬੈਨੀਫਿਟ ਜਿਹੜਾ ਆ ਉਹ ਕੀ ਹੁੰਦਾ। ਜਦੋਂ ਇਹ ਗੱਲ ਕਰਦੇ ਹਾਂ ਤੇ ਨਾਲ ਦੀ ਨਾਲ ਉੱਥੇ ਹੁਣ ਰਾਹੁਲ ਗਾਂਧੀ ਹੁਣਾਂ ਨੇ ਮਨਪ੍ਰੀਤ ਕਿਹਾ, ਪ੍ਰੈਸ ਕਾਨਫਰੰਸ ਚੱਲ ਰਹੀ ਸੀ ਉਹਨਾਂ ਦੀ, ਉੱਥੇ ਉਹਨਾਂ ਨੇ ਜਵਾਬ ਦਿੱਤਾ ਕਿ ਵੀ ਇਸ ਟਾਈਮ ਜਿਹੜੀ ਗੱਲ ਆ ਕਰਜ਼ ਦੀ ਨਹੀਂ ਰਾਹਤ ਪੈਕੇਜ ਦੀ ਇਹ ਲੋੜ ਆ। ਆਪਾਂ ਕਿਹਾ ਜਾ ਰਿਹਾ ਕਿ ਵੀ ਇੰਨਾ ਕਰਜ਼ ਜਿਹੜਾ ਆ ਇੰਡਸਟਰੀ ਵਾਲੇ ਲੈ ਸਕਦੇ, ਹੋਰ ਲੈ ਸਕਦੇ, ਇਹ ਨਹੀਂ ਹੁੰਦਾ ਤੁਰੰਤ ਜਿਹੜਾ ਆ ਕੋਈ ਵੀ ਬੰਦਾ ਆ ਉਹਨੂੰ ਜੋ ਆਏਗਾ ਅੱਜ ਉਹ ਚਾਹੀਦਾ ਆ। ਤੇ ਲੋਕਾਂ ਨੂੰ ਜਿਹੜਾ ਕਹਿੰਦੇ ਵੀ ਅੱਜ ਕੈਸ਼ ਮਨੀ ਚਾਹੀਦੀ ਆ ਕਿ ਵੀ ਉਹਨਾਂ ਦੇ ਕੋਲ ਆਵੇ ਤਾਂ ਕਿ ਉਹ ਕਿਤੇ ਨਾ ਕਿਤੇ ਖਰਚ ਸਕਣ, ਉਹਨਾਂ ਨੂੰ ਆਪਣੀਆਂ ਜ਼ਰੂਰਤਾਂ ਆ ਜਿਹੜੀ ਆ ਪੂਰੀਆਂ ਉਹ ਕਰ ਸਕਣ। ਤੇ ਜਿਹੜਾ ਪੈਸਾ ਆ ਉਹ ਮਾਰਕੀਟ ਦੇ ਵਿੱਚ ਆਉਣਾ ਚਾਹੀਦਾ ਆ, ਉਹ ਤਰੀਕੇ ਜਿਹੜੇ ਆ ਸਰਕਾਰ ਨੂੰ ਉਹ ਵਰਤਣੇ ਚਾਹੀਦੇ ਆ। ਸਰਕਾਰ ਕਿਤੇ ਇਦਾਂ ਦਾ ਨਹੀਂ ਸੋਚਦੀ ਕਿ ਤੁਸੀਂ ਜਿਹੜੀ ਵੀ ਆਪਣੀ ਕੋਈ ਲੋੜ ਪੂਰੀ ਕਰਨੀ ਹੈ ਤੁਸੀਂ ਕਰਜ਼ ਲੈ ਲਓ। ਨਹੀਂ, ਸਾਡਾ ਵੀ ਫਾਇਦਾ ਤੁਹਾਡਾ ਵੀ। ਗਵਰਨਮੈਂਟ ਦੀ ਪਾਲਿਸੀ ਜਿਹੜੀ ਆ ਉਹ ਇਹੀ ਆ ਕਿ ਜਿਹੜੇ ਨੇ ਜੌਬਸ ਨੇ ਉਹ ਕ੍ਰੀਏਟ ਕੀਤੀਆਂ ਜਾਣ, ਲੋਕਾਂ ਨੂੰ ਕੰਮਾਂ ਤੇ ਲਾਇਆ ਜਾਵੇ ਹੋਰ। ਲੇਕਿਨ ਉਹ ਗੱਲ ਉਹਨਾਂ ਦੀ ਵੀ ਸਹੀ ਆ, ਉਹ ਕਹਿੰਦੇ ਇਹ ਕੱਲ ਦੀ ਗੱਲ ਆ ਕਿ ਸਰਕਾਰ ਉਹ ਠੀਕ ਆ ਪਾਲਿਸੀ ਜੀ ਲੈ ਕੇ ਆਵੇ। ਕਹਿਣ ਦਾ ਮਤਲਬ ਉਹਨਾਂ ਦਾ ਇਹ ਹੈ ਕਿ ਮੈਨੂੰ ਭੁੱਖ ਅੱਜ ਲੱਗੀ ਆ, ਮੈਨੂੰ ਕੋਈ ਇਹ ਕਵੇ ਕਿ ਕੋਈ ਗੱਲ ਨਹੀਂ ਆਪਾਂ ਸਬਜ਼ੀ ਬੀਜ ਦਿੱਤੀ ਆ, ਜਿੱਦਣ ਇਹ ਵੱਢ ਕੇ ਤਿਆਰ ਹੋਊਗੀ ਬਣਾ ਕੇ ਤੁਹਾਨੂੰ ਸਭ ਨੂੰ ਪਹਿਲਾਂ ਖਿਲਾਉਣੀ ਆ, ਲੇਕਿਨ ਮੈਨੂੰ ਭੁੱਖ ਅੱਜ ਲੱਗੀ ਆ ਬਈ ਨਾ, ਉਹਨਾਂ ਦੇ ਕਹਿੰਦੇ ਤੁਰੰਤ ਕੀ ਕੀਤਾ ਗਿਆ ਉਹਦੇ ਤੇ ਚਰਚਾ ਜਿਹੜੀ ਆ ਹੋਣੀ ਚਾਹੀਦੀ ਆ। ਹੁਣ ਸਾਨੂੰ ਕਿਹੜੀ ਰਾਹਤ ਮਿਲ ਰਹੀ ਹੈ ਇਸ ਬਿਮਾਰੀ ਤੋਂ, ਰਾਹਤ ਕੀ ਮਿਲ ਰਹੀ ਆ ਉਹ ਤੇ। ਸਰ ਤੁਸੀਂ ਕਰਜ਼ ਦੀ ਗੱਲ ਕੀਤੀ ਨਾ, ਬਹੁਤ ਸਾਰੀ ਜਿਹੜੀ ਜਨਤਾ ਉਹ ਇਸ ਕਰਕੇ ਟੈਨਸ਼ਨ 'ਚ ਹੈ ਜਿਨ੍ਹਾਂ ਨੇ ਕਿਸੇ ਤੋਂ ਵਿਆਜੀ ਪੈਸੇ ਲਏ ਹੋਏ ਨੇ। ਉਹਨਾਂ ਨੂੰ ਫਿਕਰ ਹੈ ਕਿ ਅਸੀਂ ਉਹਨਾਂ ਦਾ ਜਿਹੜਾ ਵਿਆਜ ਆ, ਬੇਸ਼ੱਕ ਅਸੀਂ ਪੈਸੇ ਨਹੀਂ ਹਜੇ ਵਾਪਸ ਕਰ ਸਕਦੇ, ਉਹ ਵਿਆਜ ਦੀਆਂ ਜਿਹੜੀਆਂ ਕਿਸ਼ਤਾਂ ਜਾ ਰਹੀਆਂ, ਉਹਦੇ ਕਰਕੇ ਬਹੁਤ ਜਾਣੇ ਜਿਹੜੇ ਟੈਨਸ਼ਨ 'ਚ ਹੈਗੇ ਆ। ਤੇ ਕੱਲ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਮਿਡਲ ਕਲਾਸ ਦਾ ਜਿਹੜਾ ਕਹ ਲੋ ਕਿ ਨੌਜਵਾਨ ਸੀਗਾ, ਉਹਨੇ ਮਤਲਬ ਜਿਹੜਾ ਵਿਆਜ ਕਿਸੇ ਦਾ ਦੇਣਾ ਸੀ ਨਾ, ਉਹਨਾਂ ਦੇ ਮਤਲਬ ਬਾਰ-ਬਾਰ ਫੋਨ ਕਾਲਾਂ ਤੋਂ ਤੰਗ ਹੋ ਕੇ ਕਿ ਉਹ ਸਾਨੂੰ ਪਰੇਸ਼ਾਨ ਕਰ ਰਿਹਾ ਕਿ ਤੁਸੀਂ 2 ਮਹੀਨੇ ਤੋਂ ਆਪਣਾ ਵਿਆਜ ਨਹੀਂ ਦਿੱਤਾ, ਸਾਨੂੰ ਵਿਆਜ ਜਿਹੜਾ ਉਹ ਮਿਲਣਾ ਚਾਹੀਦਾ। ਉਹਨੇ ਖੁਦਕੁਸ਼ੀ ਜਿਹੜੀ ਕਰ ਲਈ ਹੈ। ਪੂਰਾ ਪਰਿਵਾਰ ਇਸ ਸਮੇਂ ਬੜੀ ਟੈਨਸ਼ਨ ਦੇ ਵਿੱਚ ਆ। ਤੇ ਜੀ ਮਨਪ੍ਰੀਤ, ਕਿ ਲੋਕ ਜਿਹੜੇ ਨੇ ਇਸ ਟਾਈਮ ਉਦਾਂ ਹੀ ਪ੍ਰੈਸ਼ਰ ਥੱਲੇ ਨੇ, ਮੈਂਟਲੀ ਤੌਰ ਦੇ ਉੱਤੇ ਡਿਸਟਰਬ ਹਰੇਕ ਕੋਈ ਬੰਦਾ ਹੋ ਰਿਹਾ ਆਪਣੇ ਕੰਮ ਨੂੰ ਲੈ ਕੇ ਹੋ ਰਿਹਾ, ਕਿਉਂਕਿ ਉਹ ਕਿਤੇ ਨਾ ਕਿਤੇ ਬੈਕ ਆਫ ਮਾਈਂਡ ਉਹਦੇ ਤੇ ਚੱਲਦਾ ਹੋਣਾ ਕਿ ਮੈਂ ਇੰਨੇ ਪੈਸੇ ਉਹਨਾਂ ਨੂੰ ਦੇਣੇ ਆ। ਉੱਤੋਂ ਇਨਕਮ ਆਉਣੀ ਬੰਦ ਹੋ ਗਈ, ਉੱਤੋਂ ਘਰ ਦਾ ਰੋਟੀ ਦਾ ਹੋਰ ਹਰੇਕ ਚੀਜ਼ ਦਾ ਖਰਚਾ, ਹਨਾ। ਜਦੋਂ ਬੰਦਾ ਇੰਨੀਆਂ ਸਾਰੀਆਂ ਪ੍ਰੋਬਲਮਸ ਵਿੱਚ ਇੱਕ ਆਮ ਬੰਦਾ ਘਿਰ ਜਾਂਦਾ ਤੇ ਕਈ ਵਾਰੀ ਉਹ ਸੋਚਣ ਦੀ ਸ਼ਕਤੀ ਜਿਹੜੀ ਆ ਉਹ ਖਤਮ ਹੋ ਜਾਂਦੀ ਹੈ ਤੇ ਉਦੋਂ ਕਈ ਵਾਰ ਉਹ ਗਲਤ ਸਟੈਪ ਲੈ ਜਾਂਦਾ। ਪਰ ਨਹੀਂ, ਇਹ ਗਲਤ ਸਟੈਪ ਲੈਣ ਦਾ ਟਾਈਮ ਨਹੀਂ ਹੈਗਾ। ਇਹ ਜੇ ਸਮੱਸਿਆ ਆਈ ਆ ਤੇ ਇਸ ਸਮੱਸਿਆ ਨਾਲ ਲੜ ਕੇ ਆਪਾਂ ਬਾਹਰ ਨਿਕਲਣਾ ਹੈ। ਤੇ ਜੇ ਮਾੜੇ ਦਿਨ ਆਏ ਤਾਂ ਚੰਗੇ ਦਿਨ ਵੀ ਜਿਹੜੇ ਨੇ ਉਹ ਸਾਡੇ ਲਈ ਜ਼ਰੂਰ ਆਉਣਗੇ। ਇਸ ਕਰਕੇ ਪੋਜ਼ਿਟਿਵ ਸੋਚ ਕੇ ਚੱਲੀਏ। ਪਰਿਵਾਰ ਵੱਲੋਂ ਦੱਸਿਆ ਗਿਆ ਕਿ ਉਹ ਬਹੁਤ ਵਧੀਆ ਇੱਕ ਜੌਬ ਕਰਦਾ ਸੀ, ਉਹਨੂੰ ਜੌਬ ਤੋਂ ਜਿਹੜਾ ਉਹਦੇ ਮਾਲਕ ਨੇ ਕੱਢ ਦਿੱਤਾ ਕਿ ਹੁਣ ਜਿਹੜੀ ਹਾਲਾਤ ਸਾਡੇ ਵੀ ਚੰਗੇ ਨਹੀਂ ਹੈਗੇ ਤਾਂ ਅਸੀਂ ਜਿਹੜਾ ਇੰਨਾ ਸਟਾਫ ਨਹੀਂ ਰੱਖ ਸਕਦੇ। ਉਹਨੂੰ ਨਾਲੇ ਜੌਬ ਤੋਂ ਕੱਢ ਦਿੱਤਾ ਗਿਆ, ਨਾਲੇ ਜਿਹੜੀ ਉਹਦੀ ਪਹਿਲੀ ਤਨਖਾਹ ਸੀ ਉਹ ਤੱਕ ਨਹੀਂ ਦਿੱਤੀ ਗਈ, ਜਿਹਦੇ ਕਰਕੇ ਉਹ ਡਿਪਰੈਸ਼ਨ ਦੇ ਵਿੱਚ ਆ ਗਿਆ ਕਿ ਮੈਂ ਘਰ ਦਾ ਖਰਚਾ ਕਿੱਦਾਂ ਕਰਨਾ ਤੇ ਜਾਂ ਫਿਰ ਜਿਹੜੇ ਮੈਂ ਵਿਆਜ ਦੀਆਂ ਕਿਸ਼ਤਾਂ ਦੇਣੀਆਂ ਉਹ ਮੈਂ ਕਿੱਦਾਂ ਦੇਣੀਆਂ, ਹਨਾ ਜੀ। ਮਤਲਬ ਕਹਿ ਲਓ ਕਿ ਇਹ ਸਮਾਂ ਇਦਾਂ ਦਾ ਕਿ ਵੱਡੇ ਤੋਂ ਲੈ ਕੇ ਛੋਟਾ ਕੋਈ ਵੀ ਬੇਸ਼ੱਕ ਵਪਾਰੀ ਆ,
ਬੇਸ਼ੱਕ ਉਹ ਦਿਹਾੜੀਦਾਰ ਆ, ਕਿੱਦਾਂ ਵੀ ਆ, ਸਾਰਿਆਂ ਨੂੰ ਇਸ ਸਮੇਂ ਟੈਨਸ਼ਨ ਹੈ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਇਹਨਾਂ ਦਿਨਾਂ ਦੇ ਵਿੱਚ ਅਸੀਂ ਕਿੱਥੋਂ ਖਾਣਾ, ਕਿੱਦਾਂ ਅਸੀਂ ਜਿਹੜੇ ਆ ਕਿਸ਼ਤਾਂ ਆ ਜਾਂ ਬਿੱਲ ਆ ਉਹ ਕਿੱਦਾਂ ਪੇ ਕਰਨੇ। ਹੁਣ ਥੋੜੇ ਦਿਨ ਹੋਇਆ, ਪਹਿਲਾਂ ਤਾਂ ਸਾਰਿਆਂ ਦੇ ਬੈਂਕ ਚੋਂ ਕਢਾ ਜਾਂਦੇ, ਹੁਣ HDFC ਜਾਂ ਹੋਰ ਆ ਉਹਨਾਂ ਵੱਲੋਂ ਇੱਕ ਮੈਸੇਜ ਆਉਣ ਲੱਗ ਗਿਆ, ਬੈਂਕਾਂ 'ਚ ਵੀ ਮੁੱਕਣ ਲੱਗ ਪਿਆ ਨਾ ਜਿਹੜੀ ਸੇਵਿੰਗ ਸੀ। ਹਾਂ ਨਹੀਂ, ਉਹ ਕਹਿਣ ਲੱਗ ਪਿਆ ਕਿ ਵੀ ਜੇ ਤੁਸੀਂ 3 ਮਹੀਨੇ ਦੀ ਆਪਣੀ ਕਿਸ਼ਤ ਲੇਟ ਕਰਵਾਉਣੀ ਚਾਹੁੰਦੇ ਸਾਡੇ ਇਸ ਲਿੰਕ ਤੇ ਕਲਿੱਕ ਕਰਕੇ ਅਪਲਾਈ ਕਰ ਦਿਓ ਨਾ। ਇਹ ਹੁਣ ਜਾ ਕੇ ਆਉਣਾ ਸ਼ੁਰੂ ਹੋਇਆ, ਲੇਕਿਨ ਲੋਕਾਂ ਨੂੰ ਪਹਿਲਾਂ ਤਾਂ ਜਿਹੜਾ ਹੈ ਉਹਨਾਂ ਦਾ ਫਾਈਨ ਵੀ ਪੈ ਚੁੱਕਾ, ਸਭ ਕੁਝ ਪੈ ਚੁੱਕਾ। ਉਹ ਗੱਲ ਲੱਗ ਗਿਆ ਕਿ ਉਹ ਲੜਾਈ ਲੜ ਕੇ ਗਾਂ ਜਾ ਕੇ ਕਿਤੇ ਮਾਫ ਹੋਏਗਾ ਜਾਂ ਬੈਂਕਾਂ ਆਪਣੇ ਆਪ ਕਰ ਦਿੰਦੀਆਂ, ਪਤਾ ਨਹੀਂ, ਲੇਕਿਨ ਕੋਸ਼ਿਸ਼ ਤਾਂ ਉਹਨਾਂ ਦੀ ਇਹੀ ਹੁੰਦੀ ਆ ਕਿ ਵੱਧ ਤੋਂ ਵੱਧ ਪੈਸਾ ਜਿਹੜਾ ਆ ਉਹ ਗਾਹਕ ਦੀ ਜੇਬ ਦੇ ਵਿੱਚੋਂ ਉਹ ਕਢਾਇਆ ਜਾਵੇ। ਜੀ, ਤੇ ਤੁਸੀਂ ਵੇਖ ਰਹੇ ਹੋ ਜੀ ਨਵਰੰਗ ਟੀਵੀ। ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਫੋਨ ਕਰੋ, ਤੁਹਾਡੇ ਫੋਨ ਕਾਲ ਦਾ ਇੰਤਜ਼ਾਰ ਆ। ਨੰਬਰ ਸਾਡਾ ਸਿਰਫ ਤੇ ਸਿਰਫ ਇੱਕ ਚੱਲ ਰਿਹਾ 01824 380 113। ਇਸ ਨੰਬਰ ਤੇ ਤੁਸੀਂ ਫੋਨ ਕਰਕੇ ਆਪਣਾ ਕੋਈ ਵੀ ਸੁਝਾਅ ਆ, ਕੋਈ ਜਾਣਕਾਰੀ ਸਾਡੇ ਤੱਕ ਪਹੁੰਚਾਉਣਾ ਚਾਹੁੰਦੇ ਹੋ, ਉਹ ਤੁਸੀਂ ਸਾਡੇ ਤੱਕ ਜਿਹੜਾ ਪਹੁੰਚਾ ਸਕਦੇ ਹੋ। ਸਰ, ਜਿੱਦਾਂ ਅਸੀਂ COVID-19 ਦੀ ਗੱਲ ਕਰਦੇ ਹਾਂ, ਸਰਕਾਰ ਵੱਲੋਂ ਕਿਹੜੀਆਂ ਫੈਸਿਲਿਟੀਆਂ ਸਾਡੇ ਤੱਕ ਪਹੁੰਚਦੀਆਂ, ਅਸੀਂ ਉਹਦੇ ਬਾਰੇ ਗੱਲ ਕਰਦੇ ਹਾਂ। ਜ਼ਿਆਦਾਤਰ ਜਿਹੜੀ ਟੈਨਸ਼ਨ ਪਈ ਸੀ ਸਟੂਡੈਂਟਸ ਨੂੰ ਕਿ ਕਈਆਂ ਨੂੰ ਸੀਗਾ ਕਿ 10ਵੀਂ ਵਾਲਿਆਂ ਨੂੰ ਪਾਸ ਕਰ ਦਿੱਤਾ ਗਿਆ ਆ ਜਾਂ +2 ਵਾਲਿਆਂ ਦੇ ਜਿਹੜੇ 1-2 ਪੇਪਰ ਰਹਿੰਦੇ ਸੀ ਉਹਨਾਂ ਦਾ ਕੀ ਹੋਣਾ, ਮਤਲਬ ਕਹਿ ਲਓ ਕਿ ਸਟੂਡੈਂਟਸ ਜਿਹੜੇ ਟੈਨਸ਼ਨ ਦੇ ਵਿੱਚ ਪਏ ਹੋਏ ਸੀ। ਤਾਂ ਉਹਦੇ ਬਾਰੇ ਅੱਜ ਇੱਕ ਅਹਿਮ ਜਿਹੜੀ ਵਿਸ਼ੇਸ਼ ਉਹਨਾਂ ਨੇ ਐਲਾਨ ਕੀਤਾ, ਉਹਦੇ ਬਾਰੇ ਤੁਸੀਂ ਸਾਡੇ ਬੱਚਿਆਂ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਅੱਜ ਸ਼ਾਮ ਨੂੰ ਜਿਹੜਾ ਆ ਉਹ ਡੇਟ ਸ਼ੀਟ ਆ ਉਹ ਅਨਾਉਂਸ ਹੋ ਜਾਏਗੀ, ਮਤਲਬ ਪੇਪਰ ਹੋਣੇ ਆ ਉਹਨਾਂ ਦੇ, ਪੇਪਰ ਹੋਣੇ ਆ, ਡੇਟ ਸ਼ੀਟ ਜਿਹੜੀ ਆ CBSE ਦੀ ਉਹ ਅਨਾਉਂਸ ਹੋ ਜਾਏਗੀ ਤੇ ਕਦੋਂ ਪੇਪਰ ਹੋਣੇ ਆ। ਤੇ ਮੈਨੂੰ ਲੱਗਦਾ ਕਿ ਜ਼ਿਆਦਾ ਨੇੜੇ ਤਾਂ ਨਹੀਂ ਦੇਣਗੇ ਹਜੇ, ਕਿਉਂਕਿ ਸਕੂਲ ਬੰਦ ਆ ਜਾਂ ਫਿਲਹਾਲ ਇੰਨਾ ਕਿ ਚੈਨਲ ਉਹਨਾਂ ਦੇ ਟੈਨਸ਼ਨ ਦੇ ਉੱਤੇ ਲੱਗ ਗਿਆ, ਮਤਲਬ ਰੋਕ ਲੱਗ ਗਈ ਹੈ ਕਿ ਪੇਪਰ ਹੋਣੇ ਆ, ਕਿਉਂਕਿ ਹਜੇ ਇਸੇ ਕਨਫਿਊਜ਼ਨ ਸੀ ਜਿਹੜੀ ਸੀ ਉਹਨਾਂ ਨੂੰ ਦੂਜੇ ਕਰਦੇ ਸੀ। ਤੇ ਮਨਪ੍ਰੀਤ ਆਪਾਂ ਗੱਲ ਕਰਦੇ ਸੀ ਪਹਿਲਾਂ ਮਜ਼ਦੂਰਾਂ ਦੀ ਨਾ, ਇੱਕ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਨੇ ਸਾਡੇ ਕੋਲ ਵੀਡੀਓਜ਼ ਜਾਂ ਹੋਰ ਬਹੁਤ ਕੁਝ ਸਾਡੇ ਕੋਲ ਆ ਰਿਹਾ, ਜਿਹਦੇ ਵਿੱਚ ਦੇਖ ਕੇ ਜਿਹੜਾ ਮਨ ਆ ਉਹ ਪਸੀ ਜਾਂਦਾ। ਬਿਲਕੁਲ। ਇੱਕ ਹੋਰ ਘਟਨਾ ਵਾਪਰੀ ਕਿ ਇੱਕ ਬੰਦੇ ਨੇ ਆਪਣੇ ਬੇਟੇ ਦੇ ਨਾਲ ਤਕਰੀਬਨ 1200 ਕਿਲੋਮੀਟਰ ਜਾਣਾ ਸੀ ਤੇ ਉਹਨੇ ਮਨਪ੍ਰੀਤ ਸਾਈਕਲ ਚੋਰੀ ਕੀਤਾ। ਸਾਈਕਲ ਚੋਰੀ ਕਰਕੇ ਉਸਨੇ ਇੱਕ ਲੈਟਰ ਲਿਖ ਕੇ ਉੱਥੇ ਰੱਖ ਦਿੱਤੀ ਕਿ ਸਾਈਕਲ ਦੇ ਮਾਲਕ ਲਈ, ਹਾਂ ਸਾਈਕਲ ਦੇ ਮਾਲਕ ਲਈ, ਕਿ ਮੈਂ ਆਪਣੇ ਬੇਟੇ ਦੇ ਨਾਲ ਆਪਣੇ ਪਿੰਡ ਨੂੰ 1200 ਕਿਲੋਮੀਟਰ ਜਾਣਾ, ਮੈਂ ਪੈਦਲ ਨਹੀਂ ਜਾ ਸਕਦਾ, ਮੈਂ ਇਸ ਕਰਕੇ ਇਹ ਸਾਈਕਲ ਚੋਰੀ ਕੀਤੀ ਆ, ਮੈਂ ਚੋਰ ਨਹੀਂ ਆ ਤੇ ਮੈਨੂੰ ਇਹ ਸਾਈਕਲ ਚੋਰੀ ਲਈ ਭਾਈ ਮਾਫ ਕਰ ਦੇ। ਮਤਲਬ ਮਜਬੂਰੀ ਬੰਦੇ ਤੋਂ ਮਜਬੂਰੀ ਜਿਹੜੀ ਆ ਉਹ ਬਹੁਤ ਕੁਝ ਕਰਾ ਲੈਂਦੀ ਆ। ਇਦਾਂ ਦਾ ਬਹੁਤ ਕੁਝ ਸਾਹਮਣੇ ਆ ਰਿਹਾ। ਇੱਕ ਅਸੀਂ ਵੀ ਤੁਹਾਨੂੰ ਤਸਵੀਰ ਦਿਖਾਉਣਾ ਚਾਹੁੰਦੇ ਆ ਜੋ ਮਜ਼ਦੂਰਾਂ ਦੀ ਦੁਰਦਸ਼ਾ ਹੋ ਰਹੀ ਹੈ ਜਾਂ ਜੋ ਰਸਤੇ ਦੇ ਵਿੱਚ ਉਹਨਾਂ ਨਾਲ ਹੋ ਰਿਹਾ। ਇਹ ਤਸਵੀਰ ਅਸੀਂ ਵੀ ਇੱਕ ਤੁਹਾਡੇ ਮੂਹਰੇ ਪੇਸ਼ ਕਰਨਾ ਚਾਹੁੰਦੇ ਆ, ਪਲੀਜ਼ ਜੀ। ਪਿਛਲੇ ਲੰਬੇ ਸਮੇਂ ਤੋਂ ਕੋਰੋਨਾ ਵਾਇਰਸ ਨੇ ਆਮ ਜਨਜੀਵਨ ਪੂਰੀ ਤਰ੍ਹਾਂ ਨਾਲ ਹਿਲਾ ਕੇ ਰੱਖ ਦਿੱਤਾ ਹੈ। ਇਸ ਵਾਇਰਸ ਨੇ ਸਿਰਫ ਜਨਜੀਵਨ ਤੇ ਹੀ ਆਪਣਾ ਪ੍ਰਭਾਵ ਨਹੀਂ ਛੱਡਿਆ, ਬਲਕਿ ਆਮ ਲੋਕ ਜਿਹੜੇ ਨੇ ਉਹ ਇਸ ਦੇ ਵਿੱਚ ਪਿਸਦੇ ਹੀ ਨਜ਼ਰ ਆ ਰਹੇ ਨੇ। ਪਿਛਲੇ ਕੁਝ ਸਮੇਂ 'ਚ ਇਹ ਦੇਖਣ ਨੂੰ ਮਿਲਿਆ ਕਿ ਇਸ ਕਰੋਨਾ ਕਰਕੇ ਜਿਹੜਾ ਕਰਫਿਊ ਲੱਗਿਆ ਹੈ ਉਹਦੇ ਕਰਕੇ ਪੋਲਿਊਸ਼ਨ ਬਹੁਤ ਘਟ ਗਿਆ, ਪਹਾੜ ਦਿਖਾਈ ਦੇਣ ਲੱਗ ਪਏ। ਪਰ ਕਿਤੇ ਨਾ ਕਿਤੇ ਸਰਕਾਰਾਂ ਨੂੰ ਉਹ ਗਰੀਬ ਮਜ਼ਦੂਰ, ਪ੍ਰਵਾਸੀ ਮਜ਼ਦੂਰਾਂ ਦਾ ਦੁੱਖ ਨਜ਼ਰ ਨਹੀਂ ਆ ਰਿਹਾ। ਜੀ ਹਾਂ, ਮੈਂ ਤਰਸੀਮ ਅਰੋੜਾ ਗੱਲ ਕਰ ਰਿਹਾ ਉਹਨਾਂ ਪ੍ਰਵਾਸੀ ਮਜ਼ਦੂਰਾਂ ਦੀ ਜੋ ਰੋਜੀ ਰੋਟੀ ਦੀ ਖਾਤਰ ਆਪਣਾ ਘਰ ਪਰਿਵਾਰ ਛੱਡ ਕੇ ਭਾਰਤ ਵਿੱਚ ਆਏ ਸੀ, ਪਰ ਅੱਜ ਹਾਲਾਤ ਇਹ ਬਣ ਗਏ ਕਿ ਉਸੇ ਰੋਜੀ ਰੋਟੀ ਨਾ ਮਿਲਣ ਕਰਕੇ ਉਹਨਾਂ ਨੂੰ ਵਾਪਸ ਆਪਣੇ ਘਰ ਜਾਣਾ ਪੈ ਰਿਹਾ ਹੈ। ਲੇਕਿਨ ਪ੍ਰਵਾਸੀ ਮਜ਼ਦੂਰਾਂ ਨੂੰ ਇਸ ਗੱਲ ਦਾ ਰੋਸ਼ ਨਹੀਂ ਹੈ ਕਿ ਉਹਨਾਂ ਨੂੰ ਆਪਣੇ ਘਰ ਵਾਪਸ ਜਾਣਾ ਪੈ ਰਿਹਾ ਹੈ। ਗੁੱਸਾ ਇਸ ਗੱਲ ਦਾ ਹੈ ਕਿ ਉਹਨਾਂ ਨੂੰ ਹਜ਼ਾਰਾਂ ਕਿਲੋਮੀਟਰ ਤਪਦੀ ਧੁੱਪ ਦੇ ਵਿੱਚ ਆਪਣੇ ਘਰ ਪੈਦਲ ਜਾਣਾ ਪੈ ਰਿਹਾ ਹੈ। ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਜਿਹੜਾ ਆ ਗਰਮੀ ਦੇ ਵਿੱਚ, ਤਪਦੀ ਸੜਕ, ਔਰ ਬਹੁਤ ਸਾਰੇ ਇਹੋ ਜਿਹੇ ਮਜ਼ਦੂਰ ਵੀ ਤੁਸੀਂ ਦੇਖੇ ਹੋਣਗੇ ਜਿਨ੍ਹਾਂ ਦੇ ਪੈਰਾਂ ਦੇ ਵਿੱਚ ਚੱਪਲਾਂ ਵੀ ਨਹੀਂ ਹਨ, ਉਹ ਪੈਦਲ ਸਫ਼ਰ ਤੈਅ ਕਰ ਰਹੇ ਨੇ। ਕਿਉਂ ਨਹੀਂ ਨਜ਼ਰ ਆ ਰਿਹਾ ਸਰਕਾਰ ਨੂੰ ਇਹਨਾਂ ਦਾ ਦੁੱਖ, ਜਦਕਿ ਸੋਸ਼ਲ ਮੀਡੀਆ ਜਿਹੜਾ ਆ ਉਹਦੇ ਵਿੱਚ ਵੀਡੀਓ ਦੇ ਨਾਲ ਭਰਿਆ ਪਿਆ ਆ। ਕੋਈ ਮਜ਼ਦੂਰ ਜਿਹੜਾ ਆ ਆਪਣੇ ਬੱਚੇ ਨੂੰ ਗੋਦੀ 'ਚ ਚੁੱਕ ਕੇ ਕਿੰਨੇ ਕਿਲੋਮੀਟਰ ਚੱਲ ਰਿਹਾ ਹੈ। ਕੋਈ ਮਾਂ ਆਪਣੇ ਬੱਚੇ ਨੂੰ ਟਰਾਲੀ ਵਾਲੇ ਟੈਚੀ ਦੇ ਉੱਪਰ ਬਿਠਾ ਕੇ ਉਹਨੂੰ ਲੈ ਕੇ ਜਾ ਰਹੀ ਹੈ। ਸਰਕਾਰ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ
ਕਿਉਂ ਦੇਖ ਰਿਹਾ ਇਹ ਸਭ? ਕਿਤੇ ਨਾ ਕਿਤੇ ਇਹ ਚਿੰਤਾ ਦਾ ਵਿਸ਼ਾ ਹੈ। ਆਓ ਦੇਖਦੇ ਹਾਂ ਕੁਝ ਤਸਵੀਰਾਂ ਜੋ ਇਹ ਹਾਲਾਤ ਬਿਆਨ ਕਰ ਰਹੀਆਂ ਨੇ ਕਿ ਸਾਡਾ ਜਿਹੜਾ ਭਾਰਤ ਦੇਸ਼ ਆ ਜਾਂ ਉਸ ਦਾ ਜਿਹੜਾ ਪ੍ਰਸ਼ਾਸਨ ਲੋਕਤੰਤਰ ਹੈ ਕਿਤੇ ਨਾ ਕਿਤੇ ਥੱਲੇ ਡਿੱਗਦਾ ਨਜ਼ਰ ਆ ਰਿਹਾ ਹੈ। ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਲੋਕਡਾਊਨ ਜਿਸ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ, ਉੱਥੇ ਹੀ ਪ੍ਰਵਾਸੀ ਮਜ਼ਦੂਰਾਂ ਲਈ ਇਹ ਦੁੱਖਾਂ ਦਾ ਪਹਾੜ ਵੀ ਬਣ ਗਿਆ। ਬੇਸ਼ੱਕ ਇਸ ਲੋਕਡਾਊਨ ਨੇ ਇਸ ਪਰਿਆਵਰਨ ਨੂੰ, ਵਾਤਾਵਰਨ ਨੂੰ ਪੋਲਿਊਸ਼ਨ ਮੁਕਤ ਤਾਂ ਕਰ ਦਿੱਤਾ ਔਰ ਪਹਾੜ ਵੀ ਨਜ਼ਰ ਆਉਣ ਲੱਗ ਪਏ, ਪਰ ਕਿਤੇ ਨਾ ਕਿਤੇ ਮਜ਼ਦੂਰਾਂ ਦਾ ਦੁੱਖ ਦਰਦ ਜਿਹੜਾ ਆ ਉਹ ਸਰਕਾਰਾਂ ਨੂੰ ਨਜ਼ਰ ਨਹੀਂ ਆਇਆ। ਰੋਜੀ ਰੋਟੀ ਕਮਾਉਣ ਲਈ ਭਾਰਤ ਆਏ ਪ੍ਰਵਾਸੀ ਮਜ਼ਦੂਰਾਂ ਨੂੰ ਅੱਜ ਰੋਜੀ ਰੋਟੀ ਨਾ ਮਿਲਣ ਕਰਕੇ ਹੀ ਵਾਪਸ ਆਪਣੇ ਵਤਨ परतना पै रहा है। मजदूरों को गांव हमारे भेज दो सरकार, सूना पड़ा घर द्वार। हम मजदूरों को गांव हमारे भेज दो सरकार, सूना पड़ा घर द्वार। मजबूरी में हम सब मजदूरी करते हैं, घर बार छोड़ करके शहरों में भटकते हैं। हो मजबूरी में हम सब मजदूरी करते हैं, घर बार छोड़ करके शहरों में भटकते हैं। जो लेकर हमको आए वो ही छोड़ गए मझधार, कुछ तो करो सरकार। ਪਰ ਇਹਨਾਂ ਮਜ਼ਦੂਰਾਂ ਨੂੰ ਦੁੱਖ ਇਸ ਗੱਲ ਦਾ ਨਹੀਂ ਹੈ ਕਿ ਵਾਪਸ ਆਪਣੇ ਘਰ ਜਾਣਾ ਪੈ ਰਿਹਾ ਹੈ। ਦੁੱਖ ਇਸ ਗੱਲ ਦਾ ਹੈ ਕਿ ਸਰਕਾਰਾਂ ਨੇ ਇਹਨਾਂ ਦੀ ਕੋਈ ਸਾਰ ਨਹੀਂ ਲਈ। ਟਰਾਂਸਪੋਰਟ ਨਾ ਹੋਣ ਕਰਕੇ ਹਜ਼ਾਰਾਂ ਕਿਲੋਮੀਟਰ ਪੈਦਲ ਚੱਲ ਕੇ ਆਪਣੇ ਘਰ ਨੂੰ ਇਹ ਮਜ਼ਦੂਰ ਰਵਾਨਾ ਹੋ ਗਏ। ਕੋਈ ਸਾਈਕਲ ਤੇ ਜਾ ਰਿਹਾ ਹੈ, ਕੋਈ ਪੈਦਲ ਜਾ ਰਿਹਾ ਹੈ, ਹਰ ਕੋਈ ਕੋਸ਼ਿਸ਼ ਕਰ ਰਿਹਾ ਹੈ ਕਿ ਕਿਵੇਂ ਨਾ ਕਿਵੇਂ ਆਪਣੇ ਘਰ ਪਹੁੰਚ ਜਾਇਆ ਜਾਵੇ। ਪਰ ਕਿਤੇ ਨਾ ਕਿਤੇ ਇਹ ਗੱਲ ਹਿਰਦੇ ਵਲੂੰਦਰਦੀ ਹੈ, ਝੰਜੋੜ ਦਿੰਦੀ ਹੈ ਕਿ ਹਜ਼ਾਰਾਂ ਕਿਲੋਮੀਟਰ ਤਪਦੀ ਧੁੱਪ ਗਰਮੀ ਦੇ ਵਿੱਚ ਸੜਕ ਤੇ ਜਾਣਾ, ਆਪਣੇ ਘਰ ਪਹੁੰਚਣਾ, ਇਹ ਚਿੰਤਾ ਦਾ ਵਿਸ਼ਾ ਹੈ। ਮਜ਼ਦੂਰਾਂ ਦਾ ਕਹਿਣਾ ਹੈ ਕਿ ਸਰਕਾਰ ਅਮੀਰਾਂ ਲਈ ਤਾਂ ਬਹੁਤ ਕੁਝ ਕਰ ਰਹੀ ਹੈ, ਪਰ ਗਰੀਬਾਂ ਲਈ ਜਾਂ ਇਹ ਕਹਿ ਲਓ ਕਿ प्रवासी मजदूरों लिए कुछ भी नहीं कर रही। मोदी जी ने जो किया ना बढ़िया किया, हमारे लिए सही किया है, हमारे लिए तो बढ़िया किया आपने। हम तो ऐसे कि चलो भोग लगे जैसे करेंगे कर लेंगे हम, पर वो तो एक जगह बैठे ना कम से कम। अरे उनको कम से कम सोचना चाहिए कि कम से कम परेशानी जैसे गरीब आदमी है उनको कुछ करें तो करना तो चाहिए, उनको नहीं करना चाहिए। ਇਹ ਉਹ ਮਜ਼ਦੂਰ ਨੇ ਜਿਹੜੇ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਲੈ ਕੇ ਇਸ ਪਾਣੀ ਦੇ ਵਿੱਚੋਂ ਲੰਘ ਰਹੇ ਨੇ। ਅੱਜ ਮੰਜ਼ਰ ਇਦਾਂ ਦਾ ਬਣ ਗਿਆ ਕਿ ਕਰੋਨਾ ਦੀ ਮਹਾਮਾਰੀ ਨੇ ਇਹਨਾਂ ਦੇ ਇਹ ਵਾਲੇ ਹਾਲਾਤ ਨਹੀਂ ਬਣਾਏ, ਬਲਕਿ ਇਹਦੇ ਵਿੱਚ ਸਰਕਾਰਾਂ ਦਾ ਰੋਲ ਹੈ। ਜੇਕਰ ਇਹਨਾਂ ਨੂੰ ਟਰਾਂਸਪੋਰਟ ਦਿੱਤੀ ਹੁੰਦੀ ਤਾਂ ਅੱਜ ਇਹ ਆਪਣੇ ਘਰ ਪਹੁੰਚ ਸਕਦੇ ਸੀ। ਰੋ ਰੋ ਕੇ ਆਪਣਾ ਦੁੱਖ ਬਿਆਨ ਕਰਦੇ ਹੋਏ ਪ੍ਰਵਾਸੀ ਮਜ਼ਦੂਰ ਫਿਰ ਵੀ ਸਰਕਾਰ ਦਾ ਧੰਨਵਾਦ ਕਰਦੇ ਹੀ ਨਜ਼ਰ ਆਏ। ਬੇਸ਼ੱਕ ਉਸ ਦੇ ਵਿੱਚ ਸੱਚਾਈ ਕੁਝ ਹੋਰ ਸੀ। ਕੀ ਬਿਆਨ ਕੀਤਾ ਮਜ਼ਦੂਰ ਨੇ, ਆਓ सुनते हैं। पर वो तो एक जगह बैठे हैं ना कम से कम। अरे उनको कम से कम सोचना चाहिए कि कम से कम परेशानी जैसे गरीब आदमी है उनको कुछ करें तो करना तो चाहिए, उनको नहीं करना चाहिए। चलो ठीक है, हम तो जैसे हैं तो निकल जाएंगे, मर जाएंगे जैसे भी होगा, हम निकल जाएंगे। बच्चों को लेके हम निकल जाएंगे। हम बहुत परेशान हैं साहब, बहुत परेशान हैं। अब जी हम बच्चे हम कैसे करेंगे बताओ हमें आप। यहाँ से भगा दिए, यहाँ से जाएंगे, यहाँ से भगा देंगे। अब जाएंगे कहाँ से? जाके अम्बाला से आ रहे हैं हम। कहाँ से? अम्बाला से आ रहे। 6 दिन हो गए यार, 6 दिन हो गए। किसी की टूटी हुई साइकिल ली थी, 500 रुपये टूटी साइकिल ली थी, आज वैसे ही चल रहे हैं। अब क्या करें, कुछ खाने के लिए नहीं है। रोज चावल खाएंगे, वैसे भी सर्दी जुकाम हो जाए तो क्या कोरोना हो गया। चावल खाने से भी दिक्कत आएगी नहीं। चावल ही खाएं और जाके धूप में खड़े हुए लाइन में लगे तब खाना मिलता है।
ਇੱਕ ਵਾਰੀ ਮੁੜ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਇੱਕ ਨਜ਼ਰ ਦੇ ਵਿੱਚ। ਤੇ ਇਹ ਉਹ ਤਸਵੀਰ ਹੈ ਜਿਹੜੀ ਮਜ਼ਦੂਰਾਂ ਨੂੰ ਇਸ ਸਮੇਂ ਮੁਸ਼ਕਲਾਂ ਆ ਰਹੀਆਂ ਨੇ, ਜਾਂ ਫਿਰ ਉਹ ਕੀ ਸੋਚ ਰਹੇ ਨੇ, ਕੀ ਸੋਚ ਕੇ ਜਿਹੜਾ ਪੰਜਾਬ ਛੱਡ ਕੇ ਆਪਣੇ ਘਰਾਂ ਨੂੰ ਜਾ ਰਹੇ ਨੇ। ਪੰਜਾਬ ਨਹੀਂ, ਪੰਜਾਬ ਬੰਬੇ ਕੀ ਕਹ ਲੋ, ਜਿੱਥੋਂ ਵੀ ਕੋਈ ਵੀ ਆਪਣਾ ਕੰਮ ਕਰਨ ਦੇ ਲਈ ਹੋਇਆ ਹੈ ਸੀ, ਅਲੱਗ-ਅਲੱਗ ਪੂਰੀ ਇੰਡੀਆ ਦੇ ਵਿੱਚ ਇਸ ਟਾਈਮ ਜਿਹੜੇ ਸੜਕਾਂ ਦੇ ਉੱਤੇ ਪੂਰੀ ਰਾਤ ਜਿਹੜੇ ਨੇ ਇਹ ਤੁਰ ਕੇ ਆਪਣੇ ਘਰਾਂ ਨੂੰ ਪਹੁੰਚ ਰਹੇ ਨੇ। ਤੇ ਹਜੇ ਆਪਣੇ ਇੱਥੇ ਮਤਲਬ ਫਿਰ ਮੌਸਮ ਠੀਕ ਆ ਕਿ ਜਦੋਂ ਆਪਾਂ ਬਿਹਾਰ ਦੀ ਗੱਲ ਕਰਦੇ ਆ ਜਾਂ ਹੋਰ ਉਧਰ ਐਮਪੀ ਦੀ ਗੱਲ ਕਰਦੇ ਆ ਜਾਂ ਰਾਜਸਥਾਨ ਦੀ ਗੱਲ ਕਰਦੇ ਆ, ਉੱਥੇ ਗਰਮੀ ਬਹੁਤ ਜ਼ਿਆਦਾ ਵਧੀ ਹੋਈ ਹੈ। ਤੇ ਉਨੀ ਗਰਮੀ ਦੇ ਵਿੱਚ ਇੱਕ ਛੋਟੇ ਬੱਚਿਆਂ ਨੂੰ ਕਿਸੇ ਨੂੰ ਮੋਢੇ ਤੇ ਰੱਖ ਕੇ, ਕਿਸੇ ਨੇ ਆਪਣੀ ਮਾਂ ਨੂੰ ਗੋਦ ਵਿੱਚ ਚੱਕਿਆ ਆ, ਤੇ ਕੋਈ ਸਾਈਕਲ ਤੇ ਆ, ਕੋਈ ਤੁਰ ਕੇ ਆ, ਉਹ ਕਿੰਨਾ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਆ ਆਪਣੇ ਘਰਾਂ ਤੱਕ ਪਹੁੰਚਣਾ। ਉਹ ਜਾਨੀ ਕਿ ਜੇ ਕੁਝ ਬੱਚੇ ਤਾਂ 6 ਮਹੀਨੇ ਦੇ 2 ਮਹੀਨੇ ਦੇ ਬੱਚੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਕੀ ਹੋ ਰਿਹਾ। ਪਿਛਲੇ ਦਿਨੇ ਖਬਰਾਂ ਸਾਂਝੀਆਂ ਕੀਤੀਆਂ ਗਈਆਂ ਨੇ ਤਾਂ ਰਾਸਤੇ 'ਚ ਜਾਂਦੇ ਦੌਰਾਨ ਜਿਹੜਾ ਬੱਚਿਆਂ ਨੂੰ ਜਨਮ ਦਿੱਤਾ ਹਾਂ, ਤੇ ਕਿੰਨਾ ਪੈਦਲ ਜਿਹੜਾ ਚੱਲ ਕੇ ਗਏ ਨੇ। ਕਿੰਨੀਆਂ ਮੁਸ਼ਕਿਲ ਤਸਵੀਰਾਂ ਨੇ ਜਿਹੜੀਆਂ ਇਹ ਸਾਡੇ ਸਾਹਮਣੇ ਆ ਰਹੀਆਂ ਨੇ। ਕੋਈ ਅਸੀਂ ਕਹਿੰਦੇ ਕਿ ਅਸੀਂ ਬਹੁਤ ਜ਼ਿਆਦਾ ਭਾਗਾਂ ਵਾਲੇ ਆ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਬੈਠ ਕੇ ਇਹ ਖਬਰਾਂ ਦੇਖ ਰਹੇ ਨੇ। ਕਿੰਨੇ ਲੋਕ ਨੇ ਜਿਹੜੇ ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਕਿ ਸਾਡੀਆਂ ਖਬਰਾਂ ਟੈਲੀਵਿਜ਼ਨਾਂ ਦੇ ਉੱਤੇ ਆ ਰਹੀਆਂ, ਕਿਉਂਕਿ ਕਈਆਂ ਦੇ ਘਰ ਤਾਂ ਟੈਲੀਵਿਜ਼ਨ ਹੀ ਨਹੀਂ ਹੈਗੇ। ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਇਹ ਚੀਜ਼ਾਂ ਜਿਹੜੀਆਂ ਸਾਡੀਆਂ ਸਾਡਾ ਮਕਸਦ ਇਹੀ ਹੈ ਕਿ ਅਸੀਂ ਉਹਨਾਂ ਦੇ ਪ੍ਰਤੀ ਸੋਚੀਏ ਵੀ ਉਹ ਕਿਹੜੀ ਸੋਚ ਦੇ ਨਾਲ ਚੱਲੇ ਹੋਏ ਨੇ, ਮੁਸ਼ਕਿਲ ਦੇ ਨਾਲ ਜਿਹੜਾ ਉਹ ਘਰਾਂ ਤੱਕ ਪਹੁੰਚਣ ਦੇ ਲਈ ਕਾਹਲੀ ਪਏ ਹੋਏ ਨੇ। ਤੇ ਫਿਰ ਤੁਸੀਂ ਇਹ ਦੇਖੋ ਇੰਨਾ ਮੁਸ਼ਕਿਲ ਜਿਹੜਾ ਉਹਨਾਂ ਦਾ ਪੈਂਦੜਾ ਹੈ, ਉਹਨਾਂ ਨੇ ਪਹੁੰਚਣਾ ਆ, ਉਹਦੇ ਵਿੱਚ ਕਿੰਨੀਆਂ ਹੋਰ ਮੁਸ਼ਕਲਾਂ, ਜਿੱਦਾਂ ਹਾਦਸੇ ਹੋ ਰਹੇ ਨੇ, ਹੋਰ ਦੁਰਘਟਨਾਵਾਂ ਹੋ ਰਹੀਆਂ ਨੇ, ਕਿੰਨੇ ਮਜ਼ਦੂਰਾਂ ਦੀ ਜਿਹੜੀ ਜਾਨ ਹੁਣ ਤੱਕ ਉਹ ਚਲੀ ਗਈ ਹੈ। ਇਹ ਜਿਹੜੇ ਵੱਡੇ ਹਾਦਸੇ ਹੋਏ ਨੇ ਆਪਾਂ ਉਹਨਾਂ ਦੀ ਗੱਲ ਕੀਤੀ ਆ। ਕਈ ਜਗ੍ਹਾ ਦੇ ਉੱਤੇ ਕੋਈ ਭੁੱਖ ਦੇ ਨਾਲ, ਕੋਈ ਬਿਮਾਰੀ ਦੇ ਨਾਲ ਜਿਹੜਾ ਨੇ ਉਦਾਂ ਕੋਈ ਆਪਣੀ ਜ਼ਿੰਦਗੀ ਤੋਂ ਚਲੇ ਜਾਂਦੇ ਆ। ਜਿਹੜੀਆਂ ਖਬਰਾਂ ਆਈਆਂ ਵੀ ਲੂ ਲੱਗਣ ਦੇ ਨਾਲ ਜਿਹੜੇ ਮਰੀਜ਼ ਉਹਨਾਂ ਦੇ ਮਜ਼ਦੂਰਾਂ ਦੀ ਜਿਹੜੀ ਮੌਤ ਹੋਈ ਆ। ਤੇ ਉਹ ਦੇਖੋ ਕਿ ਕਿੰਨਾ ਮੁਸ਼ਕਿਲ ਆ ਨਾ। ਕੱਲ ਇੱਕ ਦੀ ਮੈਂ ਇੰਟਰਵਿਊ ਸੁਣ ਰਿਹਾ ਸੀ, ਉਹ ਕਹਿਣਾ ਸੀ ਕਿ ਲੇਡੀ ਸੀ, ਉਹ ਕਹਿੰਦੀ ਕਿ ਸਾਨੂੰ ਕੰਮ ਤੋਂ ਮਾਲਕ ने जवाब देता कि उन्होंने कहता आप अपने गांव चले जाओ, यदि गांव जाने के लिए हमारे पास कुछ नहीं है तो हम पैदल ही चल पड़े। एक कुड़ी ना मतलब जब उन्हें को कोई और रास्ता दे से नहीं रहा, फिर बंदा यही सोचता कि मेरा रास्ता हैगा मैं ਉਹਨੂੰ ਹੀ ਅਪਣਾ ਲਵਾਂ। सोच देखो कि कई मजदूर ਤੁਸੀਂ ਇਦਾਂ ਦੇਖੇ ਹੋਣੇ ਆ ਕਿ ਕੋਲ ਕਿੰਨਾ ਸਮਾਨ ਟੈਚੀ ਤੱਕ ਸਿਰ ਤੇ ਰੱਖ ਕੇ ਜਾਂ ਬਿਸਤਰੇ ਸਿਰ ਤੇ ਉੱਤੇ ਰੱਖ ਕੇ ਜਾਂ ਹੋਰ ਬਹੁਤ ਕੁਝ ਸਮਾਨ ਸਿਰ ਦੇ ਉੱਤੇ ਰੱਖ ਕੇ ਤੁਰੇ ਹੋਏ ਨੇ। ਜੇ ਇਹ ਕਹ ਲਈਏ ਕਿ ਇੰਨੇ 100 ਕਿਲੋਮੀਟਰ ਸਿਰ ਦੇ ਉੱਤੇ ਸਮਾਨ ਰੱਖ ਕੇ ਜਾਣਾ, ਮੈਂ ਕਹਿੰਦਾ ਕਿ ਖਾਲੀ ਝੋਲਾ ਲੈ ਕੇ ਜਾਣਾ ਹੋਵੇ ਨਾ ਤਾਂ ਬਾਂਹ ਦੁਖਣ ਲੱਗ ਪੈਂਦੀ ਆ। ਖਾਲੀ ਤੁਰਨਾ ਹੋਵੇ ਬਗੈਰ ਸਮਾਨ ਤੋਂ, ਮਤਲਬ ਇਹ ਉਹ ਹੱਥੀਂ ਕਿਰਤ ਕਰਨ ਵਾਲੇ ਨਾ, ਮਜ਼ਦੂਰੀ ਕਰਦੇ ਤਾਂ ਉਹਨਾਂ ਦੇ ਹੱਥਾਂ ਦੇ ਲੇਕਿਨ ਫਿਰ ਵੀ ਜਿਹੜਾ ਬੜਾ ਮੁਸ਼ਕਲ ਆ ਕਿ ਹਾਲ ਹੈ ਤਾਂ ਇਨਸਾਨ ਹੀ ਨਾ, ਮਸ਼ੀਨਾਂ ਨਹੀਂ ਹੈਗੀਆਂ। ਮਸ਼ੀਨਾਂ ਵੀ ਇੰਨੀ ਦੇਰ ਆਪਾਂ ਕਾਰਾਂ ਚੱਲੀਆਂ ਤਾਂ 2 ਵਾਰੀ ਖਰਾਬ ਹੋ ਜਾਂਦੀ ਰਸਤੇ ਵਿੱਚ, ਤੇ ਇਹ ਤਾਂ ਫਿਰ ਜਿਹੜੇ ਨੇ ਉਹ ਇਨਸਾਨ ਨੇ। ਤੇ ਮਤਲਬ ਇਹਨਾਂ ਦੇ ਲਈ ਜਿਹੜਾ ਸਾਨੂੰ ਸਰਕਾਰ ਨੂੰ ਤੁਰੰਤ ਜਿਹੜਾ ਵੀ ਹੈ ਉਹਨਾਂ ਨੂੰ ਇਹ ਕਿਹਾ ਕੀਤਾ ਜਾਵੇ ਕਿ ਜਿੱਥੇ ਵੀ ਮਜ਼ਦੂਰ ਹੈ, ਜਿਹੜੀ ਵੀ ਸਰਕਾਰ ਹੈਗੀ ਆ, ਉੱਥੇ ਹੀ ਉਹਨਾਂ ਨੂੰ ਰੋਕ ਕੇ ਤੇ ਤੁਰੰਤ ਬੱਸਾਂ ਦਾ ਅਰੇਂਜਮੈਂਟ ਕਰਕੇ, ਟ੍ਰੇਨਾਂ ਦਾ ਅਰੇਂਜਮੈਂਟ ਕਰਕੇ, ਜਿੱਥੇ ਬੱਸ ਜਾ ਸਕਦੀ ਹੈ, ਟ੍ਰੇਨ ਜਾ ਸਕਦੀ ਹੈ, ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਉੱਥੇ ਭੇਜਿਆ ਜਾਵੇ ਆਪਣੇ ਘਰਾਂ ਦੇ ਵਿੱਚ। ਹਰ ਕੋਈ ਬੰਦਾ ਆਪਣੇ ਘਰ ਜਾਣਾ ਚਾਹੁੰਦਾ। ਤੇ ਜੇ ਹੁਣ ਜੇ ਆਪਾਂ ਇਹ ਕਹ ਲਈਏ ਕਿ ਕੋਈ ਐਵੇਂ ਕਹਿ ਸਕਦੇ ਕਿ ਨਾ ਕੋਈ ਸੋਸ਼ਲ ਡਿਸਟੈਂਸ ਜਾਂ ਹੋਰ ਕਿਸੇ ਚੀਜ਼ ਦਾ ਕੋਈ ਵੀ ਜਿਹੜੀ ਪਾਲਣਾ ਹੋ ਹੀ ਨਹੀਂ ਸਕਦੀ, ਆਪਾਂ ਐਵੇਂ ਕਹੀਏ ਹੋ ਹੀ ਨਹੀਂ ਸਕਦੀ। ਤੇ ਜਿੱਦਾਂ ਹੈਗਾ ਇਦਾਂ ਹੀ ਚਲਾ ਕੇ ਹੁਣ ਤਾਂ ਇਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਜਿਹੜਾ ਆ ਜਲਦੀ ਤੋਂ ਜਲਦੀ ਪਹੁੰਚਾਉਣਾ ਚਾਹੀਦਾ। ਜੀ ਸਰ, ਜਿੱਦਾਂ ਅਸੀਂ ਸਾਰੇ ਜਾਣਦੇ ਕਿ ਇੱਕ ਪੰਜਾਬ ਦੇ ਵਿੱਚ ਵੱਖਰੀ ਚੇਨ ਬਣੀ ਸੀ ਸ਼ਰਧਾਲੂਆਂ ਦੀ। ਜਦੋਂ ਸ਼ਰਧਾਲੂ ਸ਼੍ਰੀ ਨੰਦੇੜ ਸਾਹਿਬ ਤੋਂ ਵਾਪਸ ਆਏ ਸੀ ਨਾ, ਤਾਂ ਬਹੁਤ ਸਾਰੇ ਜਿਹੜੇ ਸ਼ਰਧਾਲੂ, ਕਰੀਬ 1300 ਦੇ ਨੇੜੇ ਜਿਹੜੇ ਸ਼ਰਧਾਲੂ ਉਹ ਕਰੋਨਾ ਪੋਜ਼ਿਟਿਵ ਆਏ ਸੀ। ਤਾਂ ਅੰਮ੍ਰਿਤਸਰ ਦੇ ਵਿੱਚ, ਜਲੰਧਰ ਦੇ ਵਿੱਚ, ਮਤਲਬ ਕਈ ਥਾਵਾਂ ਤੇ ਬਹੁਤ ਵੱਡੀ ਗਿਣਤੀ ਸੀ ਇਹਨਾਂ ਦੇ ਸ਼ਰਧਾਲੂਆਂ ਦੀ, ਹੈ ਨਾ। ਤੇ ਅੰਮ੍ਰਿਤਸਰ ਸਾਹਿਬ ਤੋਂ ਜਿਹੜੀ ਚੰਗੀ ਖਬਰ ਹੈਗੀ ਹੈ ਕਿ 45 ਸ਼ਰਧਾਲੂ ਜਿਹੜੇ ਕਰੋਨਾ ਵਾਇਰਸ ਨੂੰ ਮਾਤ ਜਿਨ੍ਹਾਂ ਨੇ ਕੱਲ ਦਿੱਤੀ ਹੈ, ਤੇ ਟੋਟਲ 140 ਜਿਹੜੇ ਉਹਨਾਂ ਦੇ ਵਿੱਚੋਂ ਹੁਣ ਤੱਕ ਠੀਕ ਹੋ ਕੇ ਆਪਣੇ ਘਰਾਂ ਨੂੰ ਚਲ ਗਏ ਨੇ। ਸਿਰਫ ਤੇ ਸਿਰਫ 120 ਸ਼ਰਧਾਲੂ ਜਿਹੜੇ ਰਹਿ ਗਏ ਨੇ, ਤੇ ਉਹਨਾਂ ਦੀ ਵੀ ਜਲਦੀ ਠੀਕ ਹੋਣ ਦੀ ਜਿਹੜੀ ਸੰਭਾਵਨਾ। ਅੱਜ ਵੀ ਉਹਦੇ ਵਿੱਚੋਂ ਹੁਣੇ ਜਿਹੜੀ ਮੇਰੇ ਕੋਲ ਖਬਰ ਆਈ ਆ, ਅੱਜ ਵੀ ਉਹਦੇ ਵਿੱਚੋਂ ਤਕਰੀਬਨ 44 ਦੇ ਕਰੀਬ ਸ਼ਰਧਾਲੂ ਹੋਰ ਜਿਹੜੇ ਨੇ ਉਹ ਠੀਕ ਹੋ ਕੇ ਅੱਜ ਆਪਣੇ ਘਰਾਂ, ਅੱਜ ਦੀ ਗੱਲ ਕਰ ਰਹੇ ਜਿਹੜੇ ਆਪਣੇ ਪ੍ਰੋਗਰਾਮ ਚੱਲਦੀ ਗੱਲ ਦੀ ਜਿਹੜੀ ਖਬਰ ਆਈ ਆ, ਉਹ 44 ਦੇ ਕਰੀਬ ਹਜੇ ਹੋਰ ਸ਼ਰਧਾਲੂ ਜਿਹੜੇ ਨੇ ਅੱਜ ਠੀਕ ਹੋ ਕੇ ਆਪਣੇ ਘਰਾਂ ਨੂੰ ਉਹ ਚਲੇ ਗਏ ਨੇ। ਤੇ ਜੇ ਅੰਮ੍ਰਿਤਸਰ ਦੀ ਖਬਰ ਆ ਇਹ ਤਾਂ ਬਾਕੀ ਜਗ੍ਹਾ ਦੇ ਉੱਤੇ ਵੀ ਇਦਾਂ ਹੀ ਹੋ ਰਿਹਾ ਹੋਣਾ। ਤੇ ਮੈਨੂੰ ਲੱਗਦਾ ਜੇ ਕੱਲ 500 ਕੰਨੇ ਤੇ ਅੱਜ ਵੀ ਜੇ ਇਸ ਰੇਸ਼ੋ ਦੇ ਨਾਲ ਕੋਈ ਵੀ ਬੇਸ਼ੱਕ ਸ਼ਰਧਾਲੂ ਆ, ਬੇਸ਼ੱਕ ਕੋਈ ਵੀ ਕਰੋਨਾ ਦਾ ਪੇਸ਼ੈਂਟ ਆ ਜਾਂ ਕੁਆਰੰਟਾਈਨ ਕੀਤੇ ਹੋਏ ਲੋਕ ਨੇ, ਉਹ ਆਪਣੇ ਘਰਾਂ ਨੂੰ ਜਾਣੇ ਸ਼ੁਰੂ ਹੋ ਜਾਣਗੇ ਤਾਂ ਥੋੜੇ ਦਿਨ ਰਹਿ ਜਾਣਗੇ ਕਿ ਸਾਡਾ ਸਾਰਾ ਜਿਹੜਾ ਪੰਜਾਬ ਆ ਉਹ ਗ੍ਰੀਨ ਜ਼ੋਨ ਚ ਆ ਜਾਏਗਾ ਤੇ ਅਸੀਂ ਕਰੋਨਾ ਫ੍ਰੀ ਸਟੇਟ ਬਣਨ ਦਾ ਜਿਹੜਾ ਮਾਣ ਆ ਉਹ ਹਾਸਲ ਕਰਾਂਗੇ।
ਤੇ ਸਰ ਜਿਵੇਂ ਅਸੀਂ ਸਾਰੇ ਜਾਣਦੇ ਕਿ ਅੱਜ ਜਿਹੜਾ 16 ਮਈ ਹੋ ਗਈ ਹੈ, 17 ਮਈ ਤੱਕ ਲੋਕਡਾਊਨ ਸੀਗਾ ਤੇ ਇਹ ਤੋਂ ਅਗਲਾ ਲੋਕਡਾਊਨ 4 ਜਿਹੜਾ ਉਹ ਸਾਨੂੰ ਅੱਜ ਪਤਾ ਲੱਗ ਜਾਣਾ ਅੱਜ ਕੱਲ੍ਹ ਦੇ ਵਿੱਚ ਵੀ ਹਾਂ ਵੀ ਕਿੰਨੇ ਤੋਂ ਕਿੰਨੇ ਤਰੀਕ ਤੱਕ ਜਿਹੜਾ ਹੈਗਾ ਨਾ, ਤੇ ਉਹਦੀਆਂ ਜਿਹੜੀਆਂ ਤਿਆਰੀਆਂ ਉਹ ਮਤਲਬ ਕਹਿ ਲਓ ਕਿ ਸ਼ੁਰੂ ਹੋ ਰਹੀਆਂ। ਮੀਟਿੰਗ ਚੱਲ ਰਹੀ ਹੈ ਗ੍ਰਹਿ ਮੰਤਰੀ ਸਾਹਿਬ ਜਿਹੜਾ ਮਤਲਬ ਉਹਨਾਂ ਦੀ ਜਿਹੜੀ ਮੀਟਿੰਗ ਚੱਲ ਰਹੀ ਹੈ ਉਹਦੇ ਵਿੱਚ ਅੱਜ ਜਿਹੜਾ ਇਹ ਫੈਸਲਾ ਉਹ ਆ ਜਾਣਾ ਤੇ ਉਹਦੇ ਵਿੱਚ ਰੈੱਡ ਜ਼ੋਨ, ਗ੍ਰੀਨ ਜ਼ੋਨ ਜਾਂ ਔਰੰਜ ਜ਼ੋਨ ਦੇ ਮਤਲਬ ਕੀ ਉਹਨਾਂ ਦੇ ਨਿਯਮ ਉਹਨਾਂ ਨੂੰ ਲਾਗੂ ਕਰਨੇ ਆ, ਉਹਨਾਂ ਨੇ ਉਹ ਦੱਸਣਾ ਹੈ ਤੇ ਨਾਲ ਦੀ ਨਾਲ ਕਿਹੜੀਆਂ ਜਿਹੜੀਆਂ ਸ਼ਾਪਸ ਵਗੈਰਾ ਜਾਂ ਕਿਹੜੇ ਕੰਮ ਉਹ ਜਿਹੜੇ ਖੁੱਲਣ ਜਾ ਰਹੇ ਆ। ਇਹਦੇ ਵਿੱਚ ਮਨਪ੍ਰੀਤ ਇੱਕ ਤਾਂ ਇਹਨਾਂ ਨੇ ਇਹ ਕਰਨ ਜਾ ਰਹੇ ਨੇ ਕਿ ਜਿੱਥੇ ਤਾਈਂ ਸਾਨੂੰ ਨੌਲੇਜ ਮਿਲੀ ਆ ਕਿ ਜਿਹੜੇ ਵੀ ਜ਼ੋਨ ਨੇ ਗ੍ਰੀਨ, ਰੈੱਡ ਜ਼ੋਨ ਜਾਂ ਕੋਈ ਵੀ ਜ਼ੋਨ ਆ ਉਹਨੂੰ ਪ੍ਰਦੇਸ਼ ਦੇ ਲੈਵਲ ਤੇ ਯਾਨੀ ਸਟੇਟ ਜਿਹੜੀ ਆ ਉਹ ਆਪ ਡਿਸਾਈਡ ਕਰੇਗੀ। ਸੈਕੰਡ ਜਿਹੜਾ ਗੱਲ ਹੈਗੀ ਆ ਕਿ ਗ੍ਰੀਨ ਜ਼ੋਨ ਜਿਹੜੇ ਨੇ ਉੱਥੇ ਆਲਮੋਸਟ ਆਪਾਂ ਇਸ ਟੌਪਿਕ ਦੇ ਉੱਤੇ ਨਾਲ ਜਿਹੜੀ ਚਰਚਾ ਜਾਰੀ ਰੱਖਾਂਗੇ। ਪਹਿਲਾਂ ਸਾਡੇ ਕੋਈ ਕਾਲਰ ਜੁੜ ਗਏ ਨੇ ਜੀ। ਸਵਾਗਤ ਹੈ ਜੀ ਤੁਹਾਡਾ ਨਵਰੰਗ ਟੀਵੀ ਤੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਬਰਜਿੰਦਰ ਠੇਕੇਦਾਰ ਬੋਲਦਾ ਜੀ। ਹਾਂਜੀ ਠੇਕੇਦਾਰ ਸਾਹਿਬ ਕੀ ਹਾਲ ਚਾਲ ਹੈ ਜੀ? ਬਸ ਠੀਕ ਠਾਕ ਸਰ, ਬਹੁਤ ਵਧੀਆ ਜੀ। ਠੇਕੇਦਾਰ ਸਾਹਿਬ ਇੱਕ ਤੁਹਾਡੇ ਵਾਰਡ ਦੇ ਵਿੱਚੋਂ ਇੱਕ ਕੱਲ ਪੇਸ਼ੈਂਟ ਪੋਜ਼ਿਟਿਵ ਆਇਆ, ਇੱਕ ਮਰੀਜ਼ ਨਿਕਲਿਆ ਕਰੋਨਾ ਦਾ, ਤੇ ਤੁਸੀਂ ਇਹਦੇ ਬਾਰੇ ਕੀ ਜਾਣਕਾਰੀ ਦੇਣਾ ਚਾਹੁੰਦੇ ਸਾਨੂੰ? ਉਹਦੇ ਵਿੱਚ ਸਰ ਏਦਾਂ ਮੇਰੇ ਘਰ ਦੇ ਬਿਲਕੁਲ 2-3 ਕੋਠੀਆਂ ਛੱਡ ਕੇ ਨਾਲ ਕੋਠੀ ਆ ਜਿਹੜਾ ਪੇਸ਼ੈਂਟ ਪੋਜ਼ਿਟਿਵ ਨਿਕਲਿਆ ਕਿ ਜਦੋਂ ਕੁਆਰੰਟਾਈਨ ਕਰਨ ਆਸ਼ਾ ਵਰਕਰ ਆਏ ਆ ਕੱਲ ਸ਼ਾਮੀ ਬਾਕੀ ਫੈਮਿਲੀ ਨੂੰ, ਤੇ ਮੈਂ ਮੌਕੇ ਤੇ ਸੀ ਉੱਥੇ, ਤਾਂ ਉਹਦੇ ਫਾਦਰ ਨੇ ਕਿਹਾ ਕਿ ਇਹ 2 ਦਿਨ ਤੋਂ ਬੇਟੇ ਨੂੰ ਬੁਖਾਰ ਸੀਗਾ ਤਾਂ ਦਵਾਈ ਲੈਣ ਗਿਆ ਸਿਵਲ ਹਸਪੀਟਲ, ਉਹ ਟੈਸਟ ਆਇਆ ਤਾਂ ਦੂਜੇ ਰਿਪੋਰਟ ਉਹਦੀ ਪੋਜ਼ਿਟਿਵ ਆ ਗਈ ਆ। ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਮੀਡੀਏਟ ਜਿਹੜੀ ਉਹਨਾਂ ਦੀ ਬਾਕੀ ਫੈਮਿਲੀ ਆ ਉਹਨਾਂ ਦੇ ਵੀ ਟੈਸਟ ਇਮੀਡੀਏਟ ਹੋਣੇ ਚਾਹੀਦੇ ਆ ਜੀ। ਤੇ ਹਾਂਜੀ ਦੱਸੋ। ਇਮੀਡੀਏਟ ਉਹ ਫੈਮਿਲੀ ਦੇ ਟੈਸਟ ਹੋਣੇ ਚਾਹੀਦੇ ਆ, ਤੇ ਜਿਹੜਾ ਬੱਚਾ ਜੇ 2-4 ਦਿਨ ਪਹਿਲਾਂ ਕਿਤੇ ਮਿਲਿਆ ਗਿਲਿਆ ਆਪਣੇ ਯਾਰਾਂ ਦੋਸਤਾਂ ਨੂੰ, ਉਹਨਾਂ ਦਾ ਵੀ ਪੂਰਾ ਚੈੱਕਅਪ ਕਰਕੇ ਉਹਨਾਂ ਨੂੰ ਕੁਆਰੰਟਾਈਨ ਕੀਤਾ ਜਾਵੇ, ਉਹਦੀ ਜਿਹੜੀ ਚੇਨ ਆ ਪੂਰੀ ਫਾਲੋ ਅਪ ਕੀਤੀ ਜਾਵੇ ਕਿ ਤਾਂ ਜੋ ਇਹ ਗਾਹਾਂ ਨਾ ਫੈਲ ਸਕੇ। ਇਹਦਾ ਮਤਲਬ ਆ ਕਿ ਉਹ ਬੱਚਾ ਜਿਹੜਾ ਸੀ ਉਹ ਆਪਣੇ ਘਰੇ ਸੀਗਾ? ਉਹ ਇਹਦਾ ਮਤਲਬ ਜੀ ਉਹ ਜਦੋਂ ਉਹਦੇ ਪਾਪਾ ਨੇ ਕਿਹਾ ਕਿ ਉਹ ਬੁਖਾਰ ਹੋਇਆ ਉਹਨੂੰ ਕਿਹਾ ਦਵਾਈ ਲਿਆ ਜਾ ਕੇ, ਇਹ ਹੁਣ ਇਹ ਕਲੀਅਰ ਨਹੀਂ ਆ ਘਰ ਸੀਗਾ ਕਿ ਇਹ ਪੁੱਛੇ ਨਹੀਂ ਸਕੇ ਕਿ ਘਰ ਸੀਗਾ ਉਹਨੇ। ਨਹੀਂ ਕਹਿਣ ਦਾ ਮਤਲਬ ਇਹ ਆ ਕਿ ਪ੍ਰਸ਼ਾਸਨ ਵੱਲੋਂ ਇਹ ਕਿਹਾ ਜਾਂਦਾ ਸੀ ਕਿ ਜਦੋਂ ਉਹ ਲੇਡੀ ਜਿਹੜੀ ਜਲੰਧਰ ਹਸਪੀਟਲ ਵਿੱਚ ਐਡਮਿਟ ਸੀ ਉਹ ਪੋਜ਼ਿਟਿਵ ਉਹਦੀ ਰਿਪੋਰਟ ਆਈ ਆ, ਤੇ ਇਹ ਸ਼ਾਇਦ ਆਪਣੇ ਨਾਨਾ ਜੀ ਦੀ ਸੇਵਾ ਲਈ ਉੱਥੇ ਸੀਗੇ, ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਉਹਨਾਂ ਦੇ ਟੱਚ ਵਿੱਚ ਆ ਚੁੱਕੇ ਨੇ ਤੇ ਇਹਨਾਂ ਨੂੰ ਉਦੋਂ ਤੋਂ ਆਈਸੋਲੇਟ ਕਰਕੇ ਰੱਖਿਆ ਗਿਆ ਸੀ, ਇਹਨਾਂ ਨੂੰ ਘਰ ਨਹੀਂ ਆਉਣ ਦਿੱਤਾ ਸੀ। ਇਹ 'ਚ ਸੱਚਾਈ ਹੈ ਜਾਂ ਨਹੀਂ? ਇਹਦੇ ਬਾਰੇ ਕੋਈ ਪਤਾ ਨਹੀਂ ਜੀ ਲੱਗ ਰਿਹਾ, ਕਲੀਅਰ ਨਹੀਂ ਹੋ ਰਿਹਾ। ਨਹੀਂ, ਅਗਰ ਉਹ ਘਰੋਂ ਦਵਾਈ ਲੈਣ ਜਾਣਗੇ, ਉਹਦਾ ਡੈਡੀ ਉਹਨੂੰ ਕਹੇਗਾ ਕਿ ਤੁਸੀਂ ਘਰੋਂ ਜਾ ਕੇ ਦਵਾਈ ਲੈ ਆਓ, ਇਹਦਾ ਮਤਲਬ ਤਾਂ ਉਹ ਘਰ ਸੀ ਤੇ ਆਪਣੇ ਘੁੰਮ ਰਿਹਾ ਸੀ ਆਪਣੇ। ਮੇਰੇ ਕੋਲ ਘਰ ਸੀਗਾ, ਦੱਸਾਂ ਪੁੱਛਣ ਦੇ ਵਿੱਚ ਲੋਕ ਇਹ ਦੱਸਦੇ ਆ ਕਿ ਮੁੰਡੇ ਨੂੰ 2 ਦਿਨ ਪਹਿਲਾਂ ਤੇ ਐਮਐਲਏ ਤੇ ਮਾਲਟਨ ਘੁੰਮਦਾ ਦੇਖਿਆ ਵੀ ਗਿਆ। ਅੱਛਾ, ਘੁੰਮਦਾ ਦੇਖਿਆ ਗਿਆ ਜੇ ਕਹਿੰਦੇ ਲੋਕ ਦੱਸਦੇ ਆ ਮੁੰਡੇ ਜਿਹੜੇ। ਹਾਂ, ਤੇ ਉਹਦੇ ਘਰਦਿਆਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਜੀ? ਹਾਂ, ਉਹਨਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ, ਬਟ ਉਹਨਾਂ ਦੇ ਟੈਸਟ ਅਜੇ ਤਾਈਂ ਕੋਈ ਆਏ ਨਹੀਂ, ਟੀਮ ਆਈ ਨਹੀਂ। ਉਹਨੇ ਇਮੀਡੀਏਟ ਟੈਸਟ ਹੋਣੇ ਚਾਹੀਦੇ ਤਾਂ ਜੋ ਰਿਪੋਰਟ ਦਾ ਪਤਾ ਲੱਗ ਸਕੇ ਤੇ ਉਹਦਾ ਗਾਹਾਂ ਦਾ ਕਰਮਨ ਨਾ ਫੈਲ ਸਕੇ। ਉਹਦੇ ਬਚਾਅ ਲਈ ਆਪਾਂ ਨੂੰ ਜੋ ਪ੍ਰਸ਼ਾਸਨ ਦੀ ਹਦਾਇਤਾਂ ਉੱਤੇ ਅਮਲ ਕੀਤਾ ਜਾਵੇ। ਅਗਰ ਜੇ ਇਹ ਫੈਲਦਾ ਵਾ ਤਾਂ ਇਹਨੂੰ ਜੇ ਸਾਡੇ ਮਹੱਲੇ ਨੂੰ ਲੋਕਡਾਊਨ ਕਰਨਾ ਚਾਹਣ ਤਾਂ ਬੇਸ਼ੱਕ ਕਰਨ, ਇਹਨੂੰ ਇਹ ਬਿਮਾਰੀ ਨੂੰ ਰੋਕਿਆ ਜਾਵੇ। ਨਹੀਂ, ਉਹਦੇ ਵਿੱਚ ਇਹ ਵੀ ਆ ਜਾਂਦਾ ਕਿ ਜਿਹੜੀ ਦਵਾਈ ਲੈਣ ਆ, ਤੁਹਾਨੂੰ ਇੰਨੀ ਨੌਲੇਜ ਹੈ ਕਿ ਉਹ ਸਿਵਲ ਹਸਪਤਾਲ ਗਿਆ ਜਾਂ ਕਿਸੇ ਹੋਰ ਡਾਕਟਰ ਦੇ ਗਿਆ? ਇਹ ਹਸਪੀਟਲ ਗਿਆ ਜੀ, ਉਹਦੇ ਫਾਦਰ ਨੇ ਕਿ ਹਸਪੀਟਲ ਜਾ ਕੇ ਤੂੰ ਆਪਣੀ ਦਵਾਈ ਲੈ ਆ। ਉਹਨੇ ਕਿਹਾ ਕਿ 2 ਦਿਨ ਨੂੰ ਬੁਖਾਰ ਸੀ ਇਹਨੂੰ। ਇਹਦਾ ਮਤਲਬ ਇਹ ਆ ਕਿ ਉਹਨੂੰ ਹਸਪੀਟਲ ਜਿਹੜਾ ਆ ਪ੍ਰਸ਼ਾਸਨ ਵੱਲੋਂ ਕਿਹਾ ਜਾਂਦਾ ਵੀ ਆਈਸੋਲੇਟ ਕੀਤਾ ਗਿਆ ਸੀ, ਇਹਦਾ ਮਤਲਬ ਉਹਨੂੰ ਘਰ ਦੇ ਵਿੱਚ ਹੀ ਆਈਸੋਲੇਟ ਕੀਤਾ ਗਿਆ ਸੀ, ਨਾ ਕਿ ਹਸਪੀਟਲ ਦੇ ਵਿੱਚ। ਇਹ ਹੋ ਸਕਦਾ ਜੀ, ਕਿਉਂਕਿ ਜਦੋਂ ਅਸੀਂ ਗਏ ਆ ਤਾਂ ਸਾਨੂੰ ਮੁੰਡਾ ਇਹ ਜਿਹੜਾ ਪੋਜ਼ਿਟਿਵ ਹੈਗਾ ਵਾ ਇਹ ਮਿਲਿਆ ਨਹੀਂ, ਇਹਦੇ ਬ੍ਰਦਰ ਮਿਲੇ ਤੇ ਇਹਦੇ ਪਾਪਾ ਮਿਲੇ ਆ। ਅੱਛਾ, ਕਿੰਨੇ ਮੈਂਬਰ ਹੈ ਜੀ ਫੈਮਿਲੀ ਦੇ? ਇਹ 2 ਬ੍ਰਦਰਾਂ ਦੀ ਫੈਮਿਲੀ ਰਹਿੰਦੀ ਆ ਜੀ, ਮੇਰੇ ਖਿਆਲ 8 ਮੈਂਬਰ ਆ ਟੋਟਲੀ ਇਸ ਨੂੰ ਬਿਲਡਿੰਗ ਦੇ ਵਿੱਚ। ਅੱਛਾ, ਪਰਿਵਾਰ ਦੇ 8 ਮੈਂਬਰ ਨੇ ਤੇ 8 ਹੀ ਹੁਣ ਘਰ ਵਿੱਚ ਹੀ ਰਹੇ ਨੇ, ਉੱਥੇ ਘਰੇ ਹੀ ਇਹਨਾਂ ਨੂੰ ਆਈਸੋਲੇਟ ਕੀਤਾ ਗਿਆ ਜੀ? ਹਾਂਜੀ, ਘਰੇ ਆਈਸੋਲੇਟ ਕੀਤਾ ਗਿਆ ਜੀ। ਬਾਹਰ ਉਹ ਲਾ ਗਿਆ ਸਟicker ਆਪਣੇ ਆਸ਼ਾ ਵਰਕਰ, ਤੇ ਬਟ ਅਜੇ ਤਾਂ ਕੋਈ ਟੀਮ ਆਈ ਨਹੀਂ ਕਿ ਉਹਨਾਂ ਦੇ ਟੈਸਟ ਅਸੀਂ ਚਾਹੁੰਦੇ ਆ ਕਿ ਉਹਨਾਂ ਦੇ ਟੈਸਟ ਜਿਹੜੇ ਹੋ ਕੇ ਰਿਪੋਰਟ ਪਤਾ ਲੱਗੇ ਤਾਂ ਗਾਹਾਂ ਉਹਦੇ ਜੋ ਵੀ ਪ੍ਰੀਕਾਸ਼ਨ ਲਈ ਸਰਕਾਰ ਦੀਆਂ ਹਦਾਇਤਾਂ ਵਾ ਉਹਦੀ ਉੱਤੇ ਅਮਲ ਕਰ ਸਕੀਏ। ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ। ਹੋਰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ?
ਇਹੀ ਚਾਹੁੰਦੇ ਆ ਕਿ ਪ੍ਰਸ਼ਾਸਨ ਇਹਨੂੰ ਇਮੀਡੀਏਟ ਪ੍ਰਾਇੋਰਟੀ ਦੇ ਨੂੰ ਲਵੇ, ਕਿਉਂਕਿ ਕੱਲ ਦਾ ਪੋਜ਼ਿਟਿਵ ਕੇਸ ਹੋਇਆ ਹੋਇਆ ਤੇ ਅੱਜ ਤਾਈਂ ਕੋਈ ਅਜੇ ਤਾਈਂ ਉਹ ਗਲੀ ਦੇ ਵਿੱਚ ਉਸ ਘਰ ਦੇ ਵਿੱਚ ਕੋਈ ਪ੍ਰਸ਼ਾਸਨ ਦੀ ਟੀਮ ਨਹੀਂ ਆਈ ਗਈ। ਤੇ ਉਹ ਜਿਹੜੇ ਫੈਮਿਲੀ ਦੇ ਬਾਕੀ ਮੈਂਬਰ ਆ ਉਹਨਾਂ ਨੂੰ ਇਹਦੇ ਵੀ ਟੈਸਟ ਹੋਣੇ ਚਾਹੀਦੇ ਆ। ਠੀਕ ਹੈ ਜੀ। ਲੋਕਾਂ 'ਚ ਇਸ ਗੱਲ ਦੀ ਥੋੜੀ ਜਿਹੀ ਹੈਗੀ ਆ ਕਿ ਉਹਨਾਂ ਨੂੰ ਇਮੀਡੀਏਟ ਇਹਦੇ ਜਿਹੜੇ ਟੈਸਟ ਕਰਾਉਣੇ ਪ੍ਰਸ਼ਾਸਨ ਜੋ ਪ੍ਰੀਕਾਸ਼ਨ ਦੀਆਂ ਹਦਾਇਤਾਂ ਕਰਦਾ ਉਹਦਾ ਸਾਰਾ ਜਿਹੜਾ ਵਾਰਡ ਦੇ ਲੋਕ ਆ ਉਹਨੂੰ ਅਮਲ 'ਚ ਲਿਆਉਣ। ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ। ਥੈਂਕ ਯੂ ਜੀ। ਦੇਖੋ ਕਿੰਨੀ ਕਲੈਰਿਟੀ ਜਿਹੜੀ ਆ ਇਸ ਚੀਜ਼ ਦੇ ਨਾਲ ਆਉਂਦੀ ਆ। ਜੇ ਠੇਕੇਦਾਰ ਸਾਹਿਬ ਨੇ ਕਾਲ ਕਰਕੇ ਸਾਨੂੰ ਦੱਸਿਆ ਇਹ ਉੱਥੇ ਦੇ ਐਕਸ ਐਮਸੀ ਵੀ ਨੇ ਜੀ। ਦੇਖੋ ਨਹੀਂ ਤਾਂ ਇਹ ਕਿਹਾ ਜਾਂਦਾ ਸੀ ਕਿ ਬਈ ਪ੍ਰਸ਼ਾਸਨ ਨਾਲ ਵੀ ਸਾਡੀ ਗੱਲ ਹੋਈ ਆ, ਉਹਨਾਂ ਨੇ ਕਿਹਾ ਸੀ ਕਿ ਉਦੋਂ ਤੋਂ ਹੀ ਉਹ ਲੜਕਾ ਜਿਹੜਾ ਆ ਉਹ ਹਸਪੀਟਲ ਸੀ, ਜਦੋਂ ਕਿ ਇਹਨਾਂ ਵੱਲੋਂ ਕਿਹਾ ਗਿਆ ਕਿ ਉਹਨੂੰ ਮਾਲਟਾਊਨ 'ਚ ਘੁੰਮਦੇ ਦੇਖਿਆ ਗਿਆ। ਉਹਨਾਂ ਨੇ ਉਹ ਵੀ ਦੱਸਿਆ ਕਿ ਜਦੋਂ ਅਸੀਂ ਘਰ ਗਏ ਤਾਂ ਉਹਨਾਂ ਦੇ ਫਾਦਰ ਸਾਹਿਬ ਨੇ ਖੁਦ ਦੱਸਿਆ ਕਿ ਅਸੀਂ ਉਹਨਾਂ ਨੂੰ ਕਿਹਾ ਤੈਨੂੰ 2 ਦਿਨ ਤੋਂ ਬੁਖਾਰ ਆ, ਤੂੰ ਦਵਾਈ ਲੈ ਕੇ ਆ। ਇਹਦਾ ਮਤਲਬ ਉਹ ਘਰ ਸੀ। ਘਰ ਦੇ ਸਾਰੇ ਰਿਸਕ ਵਿੱਚ ਆ ਜਾਂਦੇ ਆ ਜੇ ਉਹ ਡਾਕਟਰ ਦੇ ਗਿਆ, ਕਿਤੇ ਪ੍ਰਾਈਵੇਟ ਡਾਕਟਰ ਦਾ ਨਹੀਂ ਗਿਆ, ਕਿਤੇ ਮੈਡੀਕਲ ਸਟੋਰ ਤੋਂ ਦਵਾਈ ਤਾਂ ਨਹੀਂ ਲੈ ਕੇ ਆ। ਇਹ ਬਹੁਤ ਚੀਜ਼ਾਂ ਜਿਹੜੀਆਂ ਗੱਲਾਂ ਨੇ, ਨੋਟ ਕਰਨ ਵਾਲੀਆਂ ਗੱਲਾਂ ਨੇ। ਇਹ ਪ੍ਰੋਬਲਮ ਹੀ ਇੱਥੇ ਆਉਂਦੀ ਹੈ ਕਿ ਜਦੋਂ ਕੋਈ ਵੀ ਇਹਦਾ ਪੇਸ਼ੈਂਟ ਕਿਤੇ ਆਮ ਪਬਲਿਕ ਦੇ ਵਿੱਚ ਘੁੰਮਦਾ ਹੈ ਜਾਂ ਕੁਝ ਹੁੰਦਾ ਹੈ, ਉਹਦੇ ਨਾਲ ਬਹੁਤ ਤੇਜ਼ੀ ਦੇ ਨਾਲ ਇਹ ਜਿਹੜੀ ਪ੍ਰੋਬਲਮ ਆ ਇਹ ਸਪਰੈਡ ਹੁੰਦੀ ਆ। ਹਨਾ ਤੁਸੀਂ ਇਹ ਦੇਖੋ ਜਿੱਥੇ ਉਹ ਆਲੇ ਦੁਆਲੇ ਸਪਰੈਡ ਹੋਣੀ ਹੈ ਉੱਥੇ ਜਿਹੜੀ ਫੈਮਿਲੀ ਦੇ 8 ਮੈਂਬਰ ਹੈਗੇ ਨੇ ਜਾਂ 2 ਦਿਨ ਤੋਂ ਉਹਨੂੰ ਬੁਖਾਰ ਚੱਲ ਰਿਹਾ, ਜੇਕਰ ਉਹ ਘਰ ਦੇ ਵਿੱਚ ਹੈਗਾ ਆ ਤਾਂ ਫਿਰ ਤੁਸੀਂ ਇਹ ਦੇਖੋ 8 ਦੇ 8 ਰਿਸਕ ਦੇ ਅੰਦਰ ਰਿਸਕ ਦੇ ਵਿੱਚ ਆ ਜਾਂਦੇ ਆ। ਜਦੋਂ ਕਿ ਜੇ ਉਹਨੂੰ ਪਹਿਲਾਂ ਹੀ ਘਰ ਦੇ ਵਿੱਚ ਆਈਸੋਲੇਟ ਕੀਤਾ ਗਿਆ ਤਾਂ ਪਹਿਲਾਂ ਉਹਦੇ ਬੋਰਡ ਲੱਗਣਾ ਚਾਹੀਦਾ ਸੀ, ਬਾਕੀ ਮੈਂਬਰ ਵੀ ਆਈਸੋਲੇਟ ਹੋਣੇ ਚਾਹੀਦੇ ਸੀ। ਜੇ ਪਹਿਲਾਂ ਬੋਰਡ ਨਹੀਂ ਲੱਗਾ ਇਹਦਾ ਮਤਲਬ ਉਹਦੇ ਤੇ ਪ੍ਰਸ਼ਾਸਨ ਨੇ ਪਹਿਲਾਂ ਨਿਗਰਾਨੀ ਨਹੀਂ ਰੱਖੀ। ਮਤਲਬ ਉਹੀ ਨਾ ਕਿ ਗੱਲ ਹਜੇ ਤੱਕ ਅਸੀਂ ਕਹਿੰਦੇ ਗੁੱਜੀ ਚੱਲ ਰਹੀ ਹੈ, ਪ੍ਰੋਪਰ ਕਲੀਅਰ ਹੋ ਕੇ ਜਿਹੜਾ ਪ੍ਰਸ਼ਾਸਨ ਜਿਹੜਾ ਆਪਣਾ ਸਕਿਲ ਸੇਫ ਕਰ ਰਿਹਾ ਹੈ ਜੋ ਵੀ ਹੈ ਸੱਚ ਝੂਠ ਕਰਕੇ ਕਿ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗੇਗਾ ਜਾਂ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਦੇਰ ਵਿੱਚ ਪਤਾ ਲੱਗੇਗਾ ਕਿ ਬਈ ਕਿਸ ਪਾਸੇ ਨੂੰ ਕੀ ਅਸਲ ਸੱਚਾਈ ਆ। ਇਹਦੇ ਬਾਰੇ ਆਪਾਂ ਜਿਹੜੀ ਆ ਉਹ ਜਾਣਕਾਰੀ ਲੈਂਦੀ ਆ ਉਹ ਕੋਸ਼ਿਸ਼ ਕਰਾਂਗੇ। ਸਰ ਉੱਥੇ ਜਿੱਥੇ ਅਸੀਂ ਇਸ ਕਰੋਨਾ ਮਹਾਮਾਰੀ ਤੋਂ ਸਾਰੇ ਆਲੇ ਦੁਆਲੇ ਮਤਲਬ ਕਹਿ ਲਓ ਕਿ ਇੱਕ ਹਿਸਾਬ ਦੇ ਅਸੀਂ ਕੰਟਰੋਲ ਦੇ ਵਿੱਚ ਬੈਠੇ ਹਾਂ, ਲਾਕਡਾਊਨ ਦੇ ਵਿੱਚ ਬੈਠੇ ਹਾਂ ਹਨਾ ਇਸ ਬਿਮਾਰੀ ਕਰਕੇ, ਉੱਥੇ ਜਿਹੜਾ ਇੱਕ ਮਤਲਬ ਵਿਭਾਗ ਵੱਲੋਂ ਜਿਹੜਾ ਆਪਣੇ ਇਹ ਮਤਲਬ ਅਨਾਉਂਸ ਕੀਤਾ ਗਿਆ ਹੈ ਕਿ ਜਿਹੜਾ ਚੱਕਰਵਾਰੀ ਤੂਫਾਨ ਅੱਜ ਕੋਈ ਆ ਰਿਹਾ ਹੈ ਉਹਦੇ ਕਰਕੇ ਜਿਹੜਾ ਇੱਕ ਅਨਾਉਂਸਮੈਂਟ ਕੀਤੀ ਗਈ ਹੈ, ਰੈੱਡ ਅਲਰਟ ਜਿਹੜਾ ਜਾਰੀ ਕੀਤਾ ਗਿਆ ਕਿ ਸ਼ਨੀਵਾਰ ਸ਼ਾਮ ਨੂੰ ਜਿਹੜਾ ਉਹ ਤੂਫਾਨ ਆ ਰਿਹਾ ਉਹਦੇ ਕਰਕੇ ਜਿਹੜਾ ਲੋਕਾਂ ਨੂੰ ਘਰਾਂ ਦੇ ਵਿੱਚ ਹੀ ਰਹਿਣ ਦਾ ਜਿਹੜਾ ਇੱਕ ਮੈਸੇਜ ਹੈ ਉਹ ਵੀ ਹੋਇਆ ਕਿ ਲੋਕੀ ਘਰਾਂ 'ਚ ਹੀ ਰਹਿਣ। ਕੁਦਰਤ ਵੀ ਚਾਹੁੰਦੀ ਕਿ ਬਾਹਰ ਨਾ ਨਿਕਲੋ, ਕੁਦਰਤ ਵੀ ਇਹੀ ਚਾਹੁੰਦੀ ਹੈ ਜੀ। ਤੇ ਚਲੋ ਲੋਕਾਂ ਨੂੰ ਘਰ 'ਚ ਵੀ ਰਹਿਣਾ ਚਾਹੀਦਾ। ਲੇਕਿਨ ਜਿਹੜੀ ਆਪਾਂ ਗੱਲ ਕਰਦੇ ਪਏ ਸੀ ਕਿ ਆਉਣ ਵਾਲੇ ਜਿਹੜਾ ਆ ਲਾਕਡਾਊਨ 4 ਆ ਉਹਦੀ ਗੱਲ ਕਰ ਰਹੇ ਸੀ, ਉਹਦੇ ਵਿੱਚ ਸਭ ਨਾਲੋਂ ਵੱਡੀ ਤਾਂ ਇਹੀ ਹੈ ਕਿ ਜਿਹੜੇ ਗ੍ਰੀਨ ਜ਼ੋਨ, ਔਰੰਜ ਜ਼ੋਨ, ਰੈੱਡ ਜ਼ੋਨ ਆ ਉਹ ਸਟੇਟ ਲੈਵਲ ਦੇ ਉੱਤੇ ਜਿਹੜੇ ਆ ਬਣਾਏ ਜਾਣਗੇ। ਉਸ ਤੋਂ ਇਲਾਵਾ ਜੇ ਕਿਸੇ ਏਰੀਆ ਦੇ ਵਿੱਚ ਕੋਈ ਰੈੱਡ ਜ਼ੋਨ ਆਇਆ ਲੇਕਿਨ ਜਿਹੜਾ ਉਸੇ ਜ਼ਿਲ੍ਹੇ ਦਾ ਬਾਕੀ ਪਾਰਟ ਆ ਉਸ ਤੋਂ ਦੂਰ ਪੈਂਦਾ ਆ, ਉਸ ਨੂੰ ਜਿਹੜਾ ਆ ਉਹ ਅਲੱਗ ਕਰਕੇ ਗ੍ਰੀਨ ਜਾਂ ਔਰੰਜ ਜ਼ੋਨ ਦੇ ਵਿੱਚ ਉਹ ਰੱਖਿਆ ਜਾਵੇਗਾ। ਤੇ ਆਸ ਕੀਤੀ ਜਾਂਦੀ ਹੈ ਕਿ ਜਿਹੜੇ ਗ੍ਰੀਨ ਜ਼ੋਨ ਨੇ ਉੱਥੇ ਤਾਂ ਆਲਮੋਸਟ ਸਾਰਾ ਕੁਝ ਨਾਰਮਲ ਦੀ ਤਰ੍ਹਾਂ ਉਹ ਖੁੱਲ ਜਾਏਗਾ। ਲੇਕਿਨ ਪੂਰੇ ਇੰਡੀਆ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਮਾਲ, ਸਿਨੇਮਾ ਘਰ ਤੇ ਹੋਰ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਨੇ, ਮੈਰਿਜ ਪੈਲੇਸ ਹੋ ਗਏ ਜਾਂ ਹੋਰ ਆ, ਉਹ ਖੁੱਲਣ ਦੀ ਕਿਤੇ ਵੀ ਇਜਾਜ਼ਤ ਨਹੀਂ ਹੋਗੀ, ਭਾਵੇਂ ਉਹ ਗ੍ਰੀਨ ਜ਼ੋਨ ਹੋਵੇ, ਔਰੰਜ ਹੋਵੇ ਜਾਂ ਰੈੱਡ ਜ਼ੋਨ ਹੋਵੇ। ਤੇ ਉਸ ਤੋਂ ਇਲਾਵਾ ਫਲਾਈਟਾਂ ਜਿਹੜੀਆਂ ਨੇ ਉਮੀਦ ਆ ਕਿ 8-10 ਦਿਨ ਦੇ ਵਿੱਚ ਕਿ ਉਹਨਾਂ ਨੂੰ ਸ਼ੁਰੂ ਕਰਨ ਦੀ ਪ੍ਰਵਾਨਗੀ, ਘਰੇਲੂ ਫਲਾਈਟਾਂ ਜਿਹੜੀਆਂ ਡੋਮੈਸਟਿਕ ਫਲਾਈਟਸ ਨੇ ਉਹਨਾਂ ਨੂੰ ਸ਼ੁਰੂ ਕਰਨ ਦੀ ਜਿਹੜੀ ਆ ਪ੍ਰਵਾਨਗੀ ਆ ਉਹ ਮਿਲ ਸਕਦੀ ਆ। ਤੇ ਕੁਛ ਇੱਕ ਜਿਹੜੀਆਂ 30 ਜੂਨ ਤੱਕ ਤਾਂ ਹਜੇ ਇਹਨਾਂ ਨੇ ਟ੍ਰੇਨਸ ਦਾ ਕਹਿਤਾ ਵੀ ਨਹੀਂ ਚੱਲਣਗੀਆਂ, ਲੇਕਿਨ ਜਿਹੜੀਆਂ ਸਪੈਸ਼ਲ ਟ੍ਰੇਨਸ ਇਹਨਾਂ ਵੱਲ ਚਲਾਈਆਂ ਜਾ ਰਹੀਆਂ ਨੇ ਉਹ ਹੋ ਸਕਦਾ ਆ ਕਿ ਉਹ ਵਧਾ ਦਿੱਤੀਆਂ ਜਾਣ ਜੀ। ਤੇ ਸਰ ਜਿਹੜੀ ਤੁਸੀਂ ਫਲਾਈਟਾਂ ਦੀ ਗੱਲ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਕਈ ਨਿਯਮ ਵੀ ਰੱਖੇ ਨੇ, ਜ਼ਰੂਰੀ ਕਰ ਦਿੱਤੇ ਗਏ ਨੇ। 에어ਪੋਰਟ ਦੇ ਉੱਤੇ ਜੇ ਕੋਈ 3 ਚੇਅਰਾਂ ਵਾਲੀ ਜਿਹੜੀ ਆ ਉਹਦੇ ਵਿੱਚ ਇੱਕ ਗਵਲੀ ਚੇਅਰ ਜਿਹੜੀ ਆ ਉਹ ਖਾਲੀ ਰਹੇਗੀ, ਉਹਨੂੰ ਕ੍ਰਾਸ ਕੀਤਾ ਗਿਆ ਹੈ। ਉਸ ਤੋਂ ਇਲਾਵਾ ਪੂਰੇ ਇੱਕ ਤਾਂ ਜ਼ਿੰਦਗੀ ਸਾਡੀ ਦਾ ਫਿਲਹਾਲ ਹਿੱਸਾ ਬਣ ਚੁੱਕਾ, ਅਸੀਂ ਕਿਸੇ ਵੀ ਜਗ੍ਹਾ ਦੇ ਉੱਤੇ ਜਾਈਏ, ਕਿਸੇ ਸ਼ਾਪ ਦੇ ਉੱਤੇ ਜਾਈਏ, ਕਿਸੇ ਮਾਲ 'ਚ ਜਾਈਏ, ਕਿਤੇ ਵੀ ਜਾਈਏ, ਇਹ ਗੋਲ ਚੱਕਰ ਜਿਹੜੇ ਨੇ ਹਨਾ ਉਹ ਸਾਨੂੰ ਸਰਕਲ ਹਰੇਕ ਚੱਕਰ 'ਚ ਪਾ ਕੇ ਰੱਖਣਗੇ। ਸਰਕਲ ਜਿਹੜੇ ਆ ਉਹ ਹਰੇਕ ਤਰ੍ਹਾਂ ਦੇ ਉੱਤੇ ਸਾਨੂੰ ਮਿਲ ਰਹੇ ਨੇ। ਜਿਹੜਾ ਕੋਈ 에어ਪੋਰਟ ਦੇ ਉੱਤੇ ਜਾਵੇਗਾ ਉਹਨੂੰ ਕਾਫੀ ਟਾਈਮ ਪਹਿਲਾਂ ਜਾਣਾ ਪਏਗਾ, ਉਹਨੂੰ ਟੋਟਲ ਜਿਹੜਾ ਆ ਸੈਨੀਟਾਈਜ਼ ਕਰਕੇ ਹੀ ਅੰਦਰ ਆਉਣ ਦਿੱਤਾ ਜਾਏਗਾ। ਬਹੁਤ ਕੁਝ ਜਿਹੜਾ ਆ ਉਹਨਾਂ ਦੇ ਬਚਾਅ ਦੇ ਲਈ ਕੋਈ ਵੀ ਜਿਹੜਾ ਸੈਨੀਟਾਈਜ਼ਰ, ਮਾਸਕ ਆ ਸਭ ਕੁਝ ਜਿਹੜਾ ਉਹ ਇਨਕਲੂਡ ਕਰ ਦਿੱਤਾ ਗਿਆ। ਹਾਂਜੀ, ਉਹ ਤੁਹਾਡੇ ਕੋਲ ਹੋਣਾ ਚਾਹੀਦਾ ਆ। ਤੇ ਫਲਾਈਟ ਦੇ ਵਿੱਚ ਵੀ ਸੋਸ਼ਲ ਡਿਸਟੈਂਸ ਕਿੱਦਾਂ ਬਣਿਆ ਰਹਿਣਾ ਉਹਦੇ ਤੇ ਵੀ ਜਿਹੜੀ ਪਲੈਨਿੰਗ ਆ ਉਹ ਸਾਰੀਆਂ ਚੱਲ ਰਹੀਆਂ। ਤਾਂ ਹੀ ਜੇ ਸ਼ੁਰੂ ਹੋਇਆ ਤਾਂ ਥੋੜੇ ਦਿਨ ਜਿਹੜੇ ਆ ਲੱਗ ਜਾਣਗੇ ਫਲਾਈਟਸ ਆਨ ਕਰਨ ਨੂੰ। ਲੇਕਿਨ ਆਪਾਂ ਚਲੋ ਜੇ ਬਾਜ਼ਾਰਾਂ ਦੀ ਗੱਲ ਕਰਦੇ ਆ ਤਾਂ ਉਮੀਦ ਹੈ ਕਿ ਸੈਲੂਨ ਵਗੈਰਾ ਜਾਂ ਹੋਰ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਆ ਉਹ ਵੀ
ਉਹ ਅਗਲੇ ਲੋਕਡਾਊਨ ਦੇ ਵਿੱਚ ਉਹ ਖੁੱਲਣ ਦੇ ਆਸਾਰ ਨੇ। ਪਰ ਜੇਕਰ ਕੰਟਰੋਲ 'ਚ ਰਹਿੰਦਾ ਸਾਰਾ ਕੁਝ, ਜਿੱਦਾਂ ਹਾਂ, ਕੋਈ ਜਿਹੜਾ ਨਵਾਂ ਕੇਸ ਆਇਆ ਉਹਦੀ ਇੱਕ ਵੱਖਰੀ ਚੀਜ਼ ਸਾਡੇ ਤੱਕ ਦਿਖ ਰਹੀ ਹੈ, ਜੇਕਰ ਉਹਦੇ 'ਚ ਕੋਈ ਪ੍ਰੋਬਲਮ ਆਉਂਦੀ ਹੈ, ਕੋਈ ਚਿੰਤਾ ਆਉਂਦੀ ਹੈ, ਤਾਂ ਫਿਰ ਮੈਨੂੰ ਲੱਗਦਾ ਕਿ ਥੋੜਾ ਜਿਹਾ ਰੋਕ ਉਹ ਹੋ ਸਕਦੀ ਹੈ। ਬਿਲਕੁਲ ਹੋ ਸਕਦੀ ਹੈ, ਕਿਉਂਕਿ ਸਾਡੇ ਫਗਵਾੜੇ ਦੀ ਜੇਕਰ ਅਸੀਂ ਗੱਲ ਕਰੀਏ, ਮੇਨ ਫਗਵਾੜੇ ਦੀ ਜਿਹੜੀ ਚੱਲ ਰਹੀ ਹੈ ਨਾ ਸਰ, ਜਿੱਦਾਂ ਤੁਸੀਂ ਗੱਲ ਕੀਤੀ, ਜਿਹੜਾ ਉਹ ਚੱਕਰ ਆ ਬੇਸ਼ੱਕ ਉਹ ਬੈਂਕਾਂ ਦੇ ਬਾਹਰ ਜਾਂ ਕਰਿਆਨੇ ਦੀ ਸ਼ਾਪ ਦੇ ਬਾਹਰ ਜਾਂ ਕਿਤੇ ਵੀ ਆ, ਵੀ ਸਾਨੂੰ ਹੁਣ ਉਹਦੇ ਲਈ ਯੂਜ਼ ਟੂ ਹੋ ਜਾਣਾ ਚਾਹੀਦਾ। ਪਰ ਉਹ ਜਿਹੜਾ ਚੱਕਰ ਹੈ ਨਾ, ਚੱਕਰ ਦੇ ਵਿੱਚ ਅਸੀਂ ਖੜੇ ਹੋਣਾ, ਉਹ ਸਾਨੂੰ ਇੱਕ ਸੁਨੇਹਾ ਵੀ ਦੇ ਰਿਹਾ ਇਹੀ ਕਿ ਤੁਸੀਂ ਇਹਦੇ ਅੰਦਰ ਖੜੇ ਰਹੋ, ਇਹਦੇ ਆਲੇ ਦੁਆਲੇ ਖਤਰਾ ਆ, ਮਤਲਬ ਤੁਹਾਡੇ ਆਲੇ ਦੁਆਲੇ ਕੁਝ ਘੁੰਮ ਰਿਹਾ ਆ, ਤੁਸੀਂ ਮਤਲਬ ਕਹਿ ਲਓ ਕਿ ਕੰਟਰੋਲ ਦੇ ਵਿੱਚ ਰਹੋ। ਸਾਨੂੰ ਸਾਈਨ ਵੀ ਦੇ ਰਿਹਾ, ਸਿਰਫ ਉਹ ਚੱਕਰ ਸਾਡੇ ਖੜਨ ਦੇ ਲਈ ਨਹੀਂ ਹੈਗਾ, ਜਾਂ ਫਿਰ ਇਹ ਨਹੀਂ ਹੈਗਾ ਕਿ ਅਸੀਂ ਕਿਊ ਦੇ ਵਿੱਚ ਖੜਨਾ ਤਾਂ ਅਸੀਂ ਉਸ ਚੱਕਰ ਦੇ ਵਿੱਚ ਹੀ ਖੜਨਾ ਹੈ ਨਾ। ਬਲਕਿ ਜਲੰਧਰ ਦੇ ਵਿੱਚ ਜਿਹੜੇ ਸਾਡੇ ਕਰੋਨਾ ਯੋਧਾ ਨੇ, ਡਾਕਟਰ ਸਾਹਿਬਾਨ ਨੇ ਜਾਂ ਹੋਰ ਨੇ, ਉਹਨਾਂ ਦੇ ਵੀ ਡਰੋਨ ਦੇ ਨਾਲ ਜਿਹੜਾ ਫੁੱਲਾਂ ਦੀ ਵਰਖਾ ਜਿਹੜੀ ਕੀਤੀ ਜਾਵੇਗੀ ਉਹਨਾਂ ਦਾ ਮਨੋਬਲ ਵਧਾਉਣ ਦੇ ਲਈ। ਤੇ ਕੁਝ ਇੱਕ ਤਸਵੀਰਾਂ ਮੈਂ ਦੇਖੀਆਂ ਸੀ ਫੋਰਨ ਤੋਂ, ਜਿਹੜੇ ਇੱਥੇ ਲੋਕਡਾਊਨ ਖੁੱਲੇ ਨੇ, ਰੈਸਟੋਰੈਂਟ ਖੁੱਲੇ ਨੇ, ਉੱਥੇ ਮਤਲਬ ਕਿ ਕੋਈ ਇਕੱਲਾ ਆਪਣੇ ਆਪ ਨੂੰ ਫੀਲ ਨਾ ਕਰੇ। ਕਈ ਜਗ੍ਹਾ ਦੇ ਉੱਤੇ ਕੁਝ ਚੇਅਰ ਦੇ ਉੱਤੇ ਟੈਡੀ ਬੇਅਰ ਰੱਖੇ ਗਏ ਨੇ, ਤੇ ਕੁਝ ਜਗ੍ਹਾ ਉੱਤੇ ਸਟੈਚੂ ਜਿਹੜੇ ਫੁੱਲ ਸਾਈਜ਼ ਦੇ ਰੱਖੇ ਗਏ ਨੇ, ਕਿ ਅਗਲਾ ਲੱਗੇ ਕਿ ਸਾਡੇ ਨਾਲ ਕੋਈ ਬੈਠਾ ਆ, ਕਿ ਅਸੀਂ ਇਕੱਲੇ ਨਹੀਂ ਹੈਗੇ ਇੱਥੇ, ਕਿਉਂਕਿ 50% ਜਿਹੜੀ ਆ ਆਕੂਪੈਂਸੀ ਜਿਹੜੀ ਆ ਉੱਥੇ ਕੀਤੀ ਗਈ ਆ, ਸਟਾਫ ਘਟਾਇਆ ਗਿਆ ਆ, ਹਨਾ। ਤੇ ਜਿਹੜੀ ਤੁਸੀਂ ਉਹ ਗੱਲ ਕਰਦੇ ਸੀ ਕੈਪ ਜਿਹੜੀਆਂ ਨੇ ਡੰਡਿਆਂ ਵਾਲੀਆਂ, ਉਹ ਵੀ ਜਿਹੜੀਆਂ ਨੇ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਕੁਝ ਜਗ੍ਹਾ ਉੱਤੇ, ਹਰ ਅਲੱਗ-ਅਲੱਗ ਜਗ੍ਹਾ ਤੇ ਇਸ ਹਿਸਾਬ ਨਾਲ ਮੈਨੇਜ ਕੀਤਾ ਜਾ ਰਿਹਾ। ਡਿਸਟੈਂਸ ਜਿਹੜਾ ਉਹ ਬਣਾ ਕੇ ਰੱਖਿਆ, ਸਾਰਾ ਕੁਝ ਠੀਕ ਵੀ ਹੋ ਜਾਂਦਾ, ਇਹਨੂੰ ਅਸੀਂ ਯੂਜ਼ ਉੱਪਰ ਏਰੀਆ ਵਿੱਚ ਦੂਰ ਚੇਅਰਾਂ ਲਾਈਆਂ ਜਾ ਰਹੀਆਂ ਨੇ ਕਿ ਵੀ ਅਗਰ ਰੈਸਟੋਰੈਂਟ ਦੇ ਵਿੱਚ ਕੋਈ ਆਉਂਦਾ ਆ ਤਾਂ ਉਹ ਕਿਸੇ ਵੀ ਚੀਜ਼ ਦੀ ਇਹਨਾਂ ਦੀ ਪ੍ਰੋਬਲਮ ਦੇ ਵਿੱਚ ਆ ਉਹ ਨਾ ਫਸ ਸਕੇ ਜੀ। ਤੇ ਸਰ ਉੱਥੇ ਜਿੱਦਾਂ ਅਸੀਂ ਸਾਰੇ ਜਾਣਦੇ ਕਿ ਇਟਲੀ ਸਰਕਾਰ ਨੇ ਜਿਹੜਾ ਲੋਕਡਾਊਨ ਦੇ ਵਿੱਚ ਢਿੱਲ ਦੇ ਕੇ ਮਤਲਬ ਉੱਥੇ ਜਿਹੜਾ ਸਾਰਾ ਕੁਝ ਹੁਣ ਥੋੜਾ ਕੰਟਰੋਲ ਦੇ ਵਿੱਚ ਹੈਗਾ ਆ, ਨਾਲ ਦੀ ਨਾਲ ਲੋਕ ਜਿਹੜੇ ਉਹ ਕੰਮਾਂ ਕਾਰਾਂ ਤੇ ਵੀ ਜਾਣ ਲੱਗ ਪਏ ਨੇ, 40 ਲੱਖ ਤੋਂ ਵਧੇਰੇ ਲੋਕ ਜਿਹੜੇ ਕੰਮਾਂ ਤੇ ਵਰਤੇ ਨੇ, ਹਨਾ। ਤੇ ਇਟਲੀ ਸਰਕਾਰ ਨੇ ਇਹ ਵੀ ਅਨਾਉਂਸ ਕਰ ਦਿੱਤਾ ਕਿ 3 ਜੂਨ ਤੋਂ ਜਿਹੜੀਆਂ ਵਿਦੇਸ਼ ਨੂੰ ਫਲਾਈਟਾਂ ਆ, ਜੇਕਰ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ, ਤੁਸੀਂ ਜਾਣਾ ਚਾਹੁੰਦੇ ਹੋ, ਤੁਸੀਂ ਜਿਹੜਾ ਹੈਲਥ ਸਰਟੀਫਿਕੇਟ ਦੇ ਨਾਲ ਤੁਸੀਂ ਜਾ ਸਕਦੇ ਹੋ। 3 ਜੂਨ ਤੋਂ ਉਹਨਾਂ ਨੇ ਸ਼ੁਰੂ ਕਰ ਦਿੱਤਾ, ਮਤਲਬ ਥੋੜਾ ਹੌਲੀ-ਹੌਲੀ ਜਿਹੜਾ ਸਮੇਂ ਦੇ ਨਾਲ ਬਦਲਾਅ ਜਿਹੜੇ ਉਹ ਦੁਬਾਰਾ ਹੋਣ ਲੱਗ ਪਏ। ਫਲਾਈਟਾਂ ਜਿਹੜੀਆਂ ਨੇ ਮੈਨੂੰ ਲੱਗਦਾ ਕਿ ਇੰਡੀਆ ਤੋਂ ਵੀ ਜਿਹੜੀਆਂ ਚੱਲ ਪੈਣਗੀਆਂ, ਲੇਕਿਨ ਚੱਕਰ ਇਹੀ ਆ ਕਿ ਜਾਣਾ ਠੀਕ ਆ, ਲੇਕਿਨ ਜਿਹੜੇ ਉਹਨਾਂ ਕੰਟਰੀਜ਼ ਦੇ ਵਿੱਚੋਂ ਵਾਪਸ ਆਉਣਗੇ ਹਨਾ, ਉਹਨਾਂ ਨੂੰ ਕਿੱਦਾਂ ਮੈਨੇਜ ਕੀਤਾ ਜਾਵੇਗਾ? ਇੰਨੇ ਲੋਕਾਂ ਨੂੰ ਤੁਸੀਂ ਜਿਹੜਾ ਆ ਆਈਸੋਲੇਟ ਨਹੀਂ ਕਰ ਸਕਦੇ, ਹਨਾ। ਜਾਂ ਤਾਂ ਗੱਲ ਉਹੀ ਹੈ ਕਿ ਬਈ ਇੱਕ ਨਾਲ ਦੀ ਨਾਲ ਕਰੋਨਾ ਦੀ ਜਿਹੜੀ ਆ ਟੈਸਟ ਰਿਪੋਰਟ ਹਨਾ, ਉਹ ਨਾਲ ਜ਼ਰੂਰੀ ਕਰ ਦਿੱਤੀ ਜਾਵੇ ਕਿ ਤੁਸੀਂ ਉਹ ਲੈ ਕੇ 에ਅਰਪੋਰਟ ਦੇ ਉੱਤੇ ਜਾਣਾ। ਬਿਲਕੁਲ ਉਹੀ ਨਾ, ਤੁਸੀਂ ਇਹ ਦੇਖੋ ਜੇਕਰ ਫਲਾਈਟਾਂ ਖੁੱਲ ਜਾਂਦੀਆਂ ਫਿਰ ਉਹ ਸਾਡੇ ਤੇ ਕਹ ਲਓ ਕਿ ਸਾਡੀ ਇੱਕ ਰਿਸਪੌਂਸਿਬਿਲਟੀ ਬਣਦੀ ਹੈ ਕਿ ਅਸੀਂ ਬਿਨਾਂ ਮਤਲਬ ਤੋਂ ਨਾ ਫਿਰ ਸਾਰਾ ਕੁਝ ਸ਼ੁਰੂ ਕਰ ਲਈਏ, ਪਹਿਲਾਂ ਮੇਰੇ ਕੋਲ ਵੀਜ਼ਾ ਹੈਗਾ ਮੈਂ ਵੀ ਚਲੇ ਜਾਵਾਂ, ਇਸ ਤੋਂ ਪਹਿਲਾਂ ਕਿ ਫਲਾਈਟਾਂ ਬੰਦ ਹੋ ਜਾਣ। ਜਿਹੜਾ ਜ਼ਰੂਰੀ ਕੰਮ ਆ, ਜੇਕਰ ਜ਼ਿਆਦਾ ਹੀ ਜ਼ਰੂਰੀ ਆ, ਉੱਥੇ ਅਸੀਂ ਮਤਲਬ ਇਹਨੂੰ ਪਹਿਲ ਦਈਏ, ਹਨਾ, ਮਤਲਬ ਇਹਦਾ ਰਸ਼ ਨਾ ਪਾਈਏ ਜੀ। ਤੇ ਟਾਈਮ ਤੇ ਲੱਗੇ ਜਾ ਰਹੇ ਆਪਾਂ ਹੌਲੀ ਹੌਲੀ, ਟਾਈਮ ਦੇ ਆਪਣੇ ਕੋਲ 10 ਮਿੰਟ ਹਜੇ ਹੈਗੇ ਆ। ਤੇ ਸਰ ਤੁਹਾਨੂੰ ਪਤਾ ਜਿਹੜਾ ਇਸ ਸਮੇਂ ਜਿੱਥੇ ਇਹ ਖਬਰਾਂ ਆ ਰਹੀਆਂ ਸੀ ਕਿ ਸਾਨੂੰ ਰਾਸ਼ਨ ਨਹੀਂ ਮਿਲ ਰਿਹਾ, ਕਿਤੇ ਇਹ ਖਬਰਾਂ ਆ ਰਹੀਆਂ ਕਿ ਆਪਣੇ ਚਹੇਤਿਆਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ ਨਾ, ਮਤਲਬ ਕਹ ਲਓ ਕਿ ਇਸ ਸਮੇਂ ਸਿਆਸਤ ਵੀ ਜਿਹੜੀ ਉਹ ਗਰਮਾਈ ਹੋਈ ਹੈ, ਆਪੋ ਆਪਣੇ ਜਿਹੜੇ ਬਿਆਨਾਂ ਦੇ ਨਾਲ ਸਿਆਸਤ ਆ ਉਹ ਕਹ ਲਓ ਕਿ ਟੋਣੇ ਲਗਾਉਣੋਂ ਨਹੀਂ ਹਟ ਰਹੀ ਆਪਣੀਆਂ ਪਾਰਟੀਆਂ ਦੇ ਲਈ। ਤੇ ਆਪਣੇ ਫਗਵਾੜੇ 'ਚ ਵੀ ਥੋੜਾ ਜਿਹਾ ਇਦਾਂ ਦਾ ਮਾਹੌਲ ਦੇਖਣ ਨੂੰ ਸੁਣਨ ਨੂੰ ਮਿਲਿਆ। ਕੱਲ ਰਾਤ ਜਿਹੜੀ ਆ ਇੱਕ ਚਾਚੋਕੀ ਦੀ ਵਿਖੇ ਇੱਕ ਕਾਂਗਰਸ ਤੇ ਭਾਜਪਾ ਦੇ ਜਿਹੜੇ ਵਰਕਰ ਸੀ ਉਹਨਾਂ ਦੇ ਵਿੱਚ ਖਿੱਚੋਤਾਣ ਹੋਈ ਆ, ਜਿਸ ਨੂੰ ਲੈ ਕੇ ਹਜੇ ਦੇਖੋ ਗੱਲ ਇਹ ਸੀ ਕਿ ਰਾਸ਼ਨ ਨਹੀਂ, ਉਹ ਕਣਕ ਆ ਜਿਹੜੀ ਡਿਪੂ ਤੇ ਆਉਂਦੀ ਆ ਉਹ ਅੱਜ ਵੰਡੀ ਜਾਣੀ ਆ, ਤੇ ਉਸ ਚੀਜ਼ ਨੂੰ ਲੈ ਕੇ ਇੱਕ ਦਿਨ ਪਹਿਲਾਂ ਹੀ ਰਾਤ ਨੂੰ ਜਿਹੜੀ ਆਪਸ ਵਿੱਚ ਇਹਨਾਂ ਦੀ ਖੜਕ ਪਈ। ਤੇ ਜਿਸ ਤੋਂ ਬਾਅਦ ਭਾਜਪਾ ਦੇ ਮੰਡਲ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੂੰ ਜਿਹੜਾ ਆ ਉਹ ਪੁਲਿਸ ਚੱਕ ਕੇ ਹਸਪੀਟਲ ਉੱਥੇ ਲੈ ਆਈ, ਆਪਣੇ ਪੁਲਿਸ ਥਾਣੇ ਵੀ ਲੈ ਆਈ, ਹਸਪੀਟਲ ਲਿਜਾ ਕੇ ਉਹਨਾਂ ਦਾ ਮੈਡੀਕਲ ਵੀ ਕਰਾਇਆ ਗਿਆ। ਤੇ ਉੱਥੇ ਕਈ ਤਿੱਖੀ ਨੋਕ ਝੋਕ ਜਿਹੜੀ ਆ ਭਾਜਪਾ ਦੇ ਅਹੁਦੇਦਾਰਾਂ ਦੇ ਵਿੱਚ ਤੇ ਪੁਲਿਸ ਦੇ ਅਫਸਰਾਂ ਵਿੱਚ ਦੇਖਣ ਨੂੰ ਮਿਲੀ। ਹੋਰ ਇਦਾਂ ਦਾ ਉੱਥੇ ਬਹੁਤ ਕੁਝ ਹੋਇਆ ਤੇ ਇੱਕ ਦੂਜੇ ਉੱਤੇ ਜਿਹੜੇ ਆ ਉਹ ਇਲਜ਼ਾਮ ਲਗਾਏ ਜਾ ਰਹੇ ਨੇ। ਜਿੱਥੇ ਪੰਮਾ ਜੀ ਕਹਿੰਦੇ ਆ ਕਿ ਮੇਰੇ ਘਰ ਦੇ ਉੱਤੇ ਹਮਲਾ ਹੋਇਆ, ਤੇ ਉੱਥੇ ਹੀ ਜਿਹੜੇ ਕਾਂਗਰਸ ਦੇ ਲੀਡਰ ਨੇ ਜਸਵੀਰ, ਉਹਨਾਂ ਵੱਲੋਂ ਕਿਹਾ ਗਿਆ ਕਿ ਮੈਨੂੰ ਘੇਰ ਕੇ ਜਿਹੜਾ ਮੇਰੇ ਉੱਤੇ ਉਹ ਹਮਲਾ ਕੀਤਾ ਗਿਆ। ਤੇ ਪੁਲਿਸ ਆਪਣੇ ਤੌਰ ਦੇ ਉੱਤੇ ਜਾਂਚ ਕਰ ਰਹੀ ਆ, ਸੀਸੀਟੀਵੀ ਜਿਹੜੇ ਆ ਉਹ ਦੇਖੇ ਜਾ ਰਹੇ ਨੇ ਕਿ ਕਿੱਥੇ ਕਿਹਦਾ ਫਾਲਟ ਆ, ਤੇ ਮਤਲਬ ਸੱਚਾਈ ਜਿਹੜੀ ਆ ਉਹ ਬੜੀ ਜਲਦੀ ਸਾਹਮਣੇ ਆ ਜੀ। ਤੇ ਸਾਡੇ ਨਾਲ ਕਾਲਰ ਜੁੜੇ ਨੇ ਜੀ ਪ੍ਰੋਗਰਾਮ ਦੇ ਵਿੱਚ। ਸਵਾਗਤ ਹੈ ਜੀ ਤੁਹਾਡਾ ਨਵਰੰਗ ਟੀਵੀ ਤੇ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਰਿਪਨਜੀਤ ਬੋਲਦੇ ਨੇ ਰਾਹੁਲ ਦਾ ਜੀ। ਹਾਂਜੀ 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 ਹਾਂਜੀ
सब ठीक ठाक। हाँ जी ठीक है जी। मैं कहता हुई कि मोदी जी ने मैसेज भेज दो जो जन योजना खाते ना उन्होंने पैसे पवाते जाओ। ठीक है जी, जन योजना खाते उन्होंने कहा कि पैसे पवा दिते गए या पहुंच गए जी? नहीं वो नहीं पहुंचे किसी को। ओके, वो कहते सी लेडीज के खाते में जेडे आ पैसे आ चुके ने। हाँ जी ठीक है जी, धन्यवाद। हाँ जी थैंक यू। ठीक है जी, धन्यवाद जी। थैंक यू। गल तो सीधी है कि पब्लिक है कि भी सीधे पैसे ਜਿਹੜੇ ਆ ਸਾਡੇ ਅਕਾਊਂਟ ਦੇ ਵਿੱਚ ਉਹ ਪਹੁੰਚ ਮਤਲਬ ਨਹੀਂ, ਪਰ ਉਹਨਾਂ ਦੇ ਕਹਿਣ ਦਾ ਤਰੀਕਾ ਇਦਾਂ ਸੀ ਜਿੱਦਾਂ ਮੋਦੀ ਜੀ ਸਾਡੇ ਨਾਲ ਬੈਠੇ ਸੀ। ਹਾਂ ਠੀਕ ਹੈ, ਪਰ ਨਹੀਂ ਆਸ ਹੁੰਦੀ ਹੈ, ਮੈਸੇਜ ਦੇ ਦਿਓ, ਆਸ ਹੁੰਦੀ ਹੈ ਨਾ ਇਹ। ਨਹੀਂ ਚਲੋ ਉਹਨਾਂ ਦਾ ਕਹਿ ਲਓ ਕਿ ਉਹਨਾਂ ਨੇ ਜਿਹੜੀ ਉਹਨਾਂ ਨੂੰ ਮੁਸ਼ਕਲ ਆ ਰਹੀ ਹੈ ਉਹਦੇ ਤੇ ਉਹਨਾਂ ਨੇ ਸਾਡੇ ਤੱਕ ਜਿਹੜਾ ਕਲੀਅਰ ਉਹ ਕਰ ਦਿੱਤਾ ਹੈ ਨਾ, ਵੀ ਮੇਰਾ ਮੈਸੇਜ ਪਹੁੰਚਦਾ ਕਰਦਾ ਵੀ ਹੁਣ ਪੈਸੇ ਪਵਾ ਦਿੱਤੇ ਜਾਣਾ ਨਾ, ਕਿਉਂਕਿ ਲੋੜ ਇਸ ਸਮੇਂ ਸਭ ਨੂੰ ਹੈਗੀ ਹੈ ਜੀ। ਤੇ ਸਰ ਜਦੋਂ ਤੁਸੀਂ ਗੱਲ ਕੀਤੀ ਕਿ ਸਮਾਂ ਨੱਠਦਾ ਜਾ ਰਿਹਾ ਤੇ ਨਾਲ ਦੀ ਨਾਲ ਅਸੀਂ ਜਿਹੜੀਆਂ ਗੱਲਾਂ ਬਾਤਾਂ ਕਰ ਰਹੇ ਹਾਂ ਕੋਵਿਡ-19 ਦੇ ਬਾਰੇ ਵਿੱਚ, ਆਪਣੇ ਆਲੇ ਦੁਆਲੇ ਦੇ ਬਾਰੇ ਵਿੱਚ, ਤੇ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਜਿਹੜੀ ਅਸੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਆ ਉਹ ਸਹੀ ਸਮੇਂ ਤੇ ਜਿਹੜੀ ਤੁਹਾਡੇ ਤੱਕ ਪਹੁੰਚਦੀ ਹੈਗੀ ਆ, ਹਨਾ। ਤੇ ਉੱਥੇ ਜੇਕਰ ਅਸੀਂ ਵਿਦੇਸ਼ ਦੀ ਗੱਲ ਕਰੀਏ ਤਾਂ ਵਿਦੇਸ਼ ਦੇ ਵਿੱਚ ਜਿਹੜਾ ਅਮਰੀਕਾ ਦੇ ਵਿੱਚ ਹਜੇ ਵੀ ਇਸ ਬਿਮਾਰੀ ਦਾ ਜਿਹੜਾ ਪੀੜਤਾਂ ਦਾ ਅੰਕੜਾ, ਮੌਤਾਂ ਦਾ ਜਿਹੜਾ ਹੈਗਾ ਉਹ ਕਾਫੀ ਵੱਧ ਹੈਗਾ। ਤੇ ਜੇਕਰ ਅਸੀਂ ਅਮਰੀਕਾ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ ਜਿਹੜਾ 24 ਘੰਟਿਆਂ ਦੇ ਵਿੱਚ 680 ਮੌਤਾਂ ਹੋਈਆਂ ਨੇ। ਮਤਲਬ ਉੱਥੇ ਕੰਟਰੋਲ ਜਿਹੜਾ ਨਹੀਂ ਹੋ ਰਿਹਾ, ਅੱਗੇ ਨਾਲੋਂ ਘਟ ਗਿਆ। 3-4 ਹੀ ਡੇਲੀ ਹੁੰਦੀ ਸੀ, ਲੇਕਿਨ ਹੁਣ 1000 ਤੋਂ ਵੀ ਡਾਊਨ ਆ ਗਈ ਆ। ਬਿਲਕੁਲ। ਤੇ ਇੱਥੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਸੀਂ ਜਿਹੜਾ ਭਾਰਤ ਨੂੰ ਆ ਉਹ ਵੈਂਟੀਲੇਟਰ ਦੇਵਾਂਗੇ, ਇੱਕ ਗ੍ਰਾਂਟ ਵਾਂਗੂ। ਜਿੱਦਾਂ ਗ੍ਰਾਂਟ ਨਹੀਂ ਅਸੀਂ ਕਿਸੇ ਕੰਟਰੀ ਨੂੰ ਦਿੰਨੇ ਆ, ਉਹ ਕਹਿੰਦੇ ਅਸੀਂ ਇੱਕ ਗ੍ਰਾਂਟ ਦੇ ਤੌਰ ਤੇ ਜਿਹੜਾ 200 ਵੈਂਟੀਲੇਟਰ ਹੈ ਉਹ ਭਾਰਤ ਨੂੰ ਦਵਾਂਗੇ। ਅਸੀਂ ਜਿੱਦਾਂ ਸਾਡੀ ਤੁਸੀਂ ਹੈਲਪ ਕੀਤੀ ਹੈ ਭਾਰਤ ਨੇ, ਤਾਂ ਉਸੇ ਤਰ੍ਹਾਂ ਅਸੀਂ ਜਿਹੜੀ ਭਾਰਤ ਦੀ ਉਹ ਹੈਲਪ ਕਰਨ ਜਾ ਰਹੇ ਹਾਂ, ਰਿਟਰਨ ਗਿਫਟ। ਤੇ ਉਹਨਾਂ ਨੇ 88,000, ਤੁਸੀਂ ਇਹ ਦੇਖ ਲਓ ਕਿ ਉੱਥੇ ਹੁਣ ਤੱਕ ਜਿਹੜਾ ਮੌਤਾਂ ਦਾ ਅੰਕੜਾ ਉਹ ਪਾਰ ਹੋ ਚੁੱਕਾ। 88,000 ਕਹਿਣ ਦੀ ਗੱਲ ਹੈ ਕਿ ਕਿੰਨੇ ਲੋਕ, ਕਿੰਨੇ ਘਰ ਜਿਹੜੇ ਨਹੀਂ ਤਾਂ ਉਹ ਕਹਿੰਦੇ ਅਗਰ ਸਾਡਾ ਇੱਕ ਅਮਰੀਕਨ ਮਰ ਜਾਵੇ ਤਾਂ ਅਸੀਂ ਉਹਦੇ ਤੇ ਪੂਰੀ ਕਾਰਵਾਈ ਕਰਦੇ ਆ, ਦੇਸ਼ ਨਾਲ ਲੜਾਈ ਤੱਕ ਲਾ ਦਿੰਦੇ ਆ। ਬਿਲਕੁਲ। ਤੇ ਉੱਥੇ ਜਿਹੜਾ 14,84,285 ਹੁਣ ਤੱਕ ਜਿਹੜੇ ਉਹ ਪੀੜਤ ਆ ਉਹ ਵੀ ਜਿਹੜੇ ਉਹ ਪਾਏ ਗਏ ਨੇ। ਤੇ ਇਹਨਾਂ ਕਿ ਜਿਹੜੇ ਟਰੰਪ ਸਾਹਿਬ ਆ ਉਹ ਆਪਣੇ ਬਿਆਨ ਦੇਣ ਤੋਂ ਜਿਹੜਾ ਕਹਿ ਲੋ ਕਿ ਇਹ ਨਹੀਂ ਦੇਖਦੇ ਕਿ ਸਮਾਂ ਕਿੱਦਾਂ ਸ਼ਬਦੀ ਬਾਣ ਜਿਹੜੇ ਚਲਾ ਰਹੇ ਨੇ, ਚਲਾ ਰਹੇ ਨੇ। ਇੱਥੇ ਹੁਣ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਜਿਹੜਾ ਮਤਲਬ ਜੇਕਰ ਅਸੀਂ ਜਿਹੜਾ ਵੈਕਸੀਨ ਤਿਆਰ ਕਰ ਰਹੇ ਹਾਂ ਕੋਵਿਡ-19 ਦਾ, ਜੇਕਰ ਉਹ ਟੀਕਾ ਤਿਆਰ ਹੋ ਜਾਂਦਾ ਆ ਤੇ ਉਹ ਜਿਹੜਾ ਟੀਕਾ ਹੈ ਉਹ ਜਨਤਾ ਨੂੰ ਅਸੀਂ ਫ੍ਰੀ ਦੇਵਾਂਗੇ। ਪਰ ਫਿਲਹਾਲ ਸਾਨੂੰ ਉਡੀਕ ਇਹ ਹੈ ਕਿ ਉਹ ਟੀਕਾ ਕਦੋਂ ਸਾਡੇ ਤੱਕ ਪਹੁੰਚਦਾ ਹੈ। ਅਸੀਂ ਇਹੀ ਆਸ ਕਰਦੇ ਹਾਂ ਕਿ ਹਰ ਕੋਈ ਆਪੋ ਆਪਣਾ ਪਰੀਖਣ ਕਰ ਰਿਹਾ, ਹਰੇਕ ਕੰਟਰੀ ਕਰ ਰਹੀ ਹੈ, ਯੂਕੇ ਵੀ ਉਹਦੇ ਵਿੱਚ ਬਹੁਤ ਅੱਗੇ ਜਿਹੜਾ ਨਿਕਲ ਚੁੱਕਾ ਹੈ, ਜਾ ਰਿਹਾ। ਤੇ ਜਿਹੜਾ ਅਮਰੀਕਾ ਹੁਣ ਜਿਹੜਾ ਭਾਰਤ ਦੇ ਨਾਲ ਰਲ ਕੇ ਇਸ ਵੈਕਸੀਨ ਤੇ ਜਿਹੜਾ ਉਹ ਕੰਮ ਕਰ ਰਿਹਾ ਹੈ ਨਾ, ਤੇ ਸਾਡੇ ਵੱਲੋਂ ਇਹੀ ਕਹਿ ਲੋ ਕਿ ਇੱਕ ਅਰਦਾਸ ਕੀਤੀ ਜਾਂਦੀ ਹੈ ਕਿ ਜਲਦੀ ਤੋਂ ਜਲਦੀ ਇਹ ਜਿਹੜਾ ਵੈਕਸੀਨ ਆ ਉਹ ਤਿਆਰ ਹੋਵੇ ਤਾਂ ਕਿ ਜਿਹੜੀਆਂ ਇਹ ਕੀਮਤੀ ਜਾਨਾਂ ਨੇ ਉਹਨਾਂ ਨੂੰ ਬਚਾਇਆ ਜਾ ਸਕੇ ਜੀ। ਤੇ ਸਰ ਉੱਥੇ ਹੀ ਆਪਾਂ ਗੱਲ ਕਰਦੇ ਹਾਂ ਜਿਹੜੀ ਅੱਜ ਦੀ ਰਿਪੋਰਟ ਹੈਗੀ ਆ। ਜੇਕਰ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਜਿਹੜਾ ਇਹ ਵਾਇਰਸ ਆ ਬੜੀ ਤੇਜ਼ੀ ਨਾਲ ਜਿਹੜਾ ਫੈਲ ਰਿਹਾ। ਕਿੱਥੇ ਅਸੀਂ 50,000 ਦਾ ਅੰਕੜਾ 3-4 ਦਿਨ ਪਹਿਲਾਂ ਅਸੀਂ ਕੀਤਾ ਸੀ, ਹੁਣ ਅਸੀਂ ਲੱਖ ਦੇ ਨੇੜੇ ਜਿਹੜਾ ਪਹੁੰਚ ਚੁੱਕੇ ਹਾਂ। ਕਹਿ ਲਓ ਕਿ ਅਸੀਂ 85,000 ਦਾ ਅੰਕੜਾ ਜਿਹੜਾ ਚਾਈਨਾ ਨੂੰ ਕ੍ਰਾਸ ਕਰ ਲਿਆ, 85,940 ਜਿਹੜੇ ਹੁਣ ਤੱਕ ਪੂਰੇ ਭਾਰਤ ਦੇ ਵਿੱਚ ਪੀੜਤ ਪਾਏ ਗਏ ਨੇ। 2752 ਮੌਤਾਂ ਹੋ ਚੁੱਕੀਆਂ ਨੇ। ਤਾਂ ਪਿਛਲੇ 24 ਘੰਟਿਆਂ ਦੇ ਵਿੱਚ 4000 ਦੇ ਕਰੀਬ 3970 ਕੇਸ ਨਵੇਂ ਆਏ ਨੇ, 4000 ਦੇ ਕਰੀਬ। ਬਿਲਕੁਲ। ਉਧਰਲੇ ਜਿਹੜੇ ਸਟੇਟਾਂ ਨੇ ਉਹਦੇ ਵਿੱਚ ਬੜੀ ਤੇਜ਼ੀ ਦੇ ਨਾਲ ਜਿਹੜਾ ਉਹ ਵਾਧਾ ਹੋ ਰਿਹਾ ਹੈ। ਤੇ 24 ਘੰਟਿਆਂ ਦੇ ਵਿੱਚ ਪੂਰੇ ਭਾਰਤ ਦੇ ਵਿੱਚ 103 ਜਿਹੜੀਆਂ ਕੱਲ ਮੌਤਾਂ ਹੋਈਆਂ ਨੇ ਤੇ 30,153 ਜਿਹੜੇ ਇਹਨਾਂ 85,000 ਦੇ ਵਿੱਚੋਂ ਠੀਕ ਵੀ ਹੋ ਗਏ ਨੇ। ਉਹ ਵੀ ਠੀਕ ਹੈ ਰੇਸ਼ੋ ਜਿਹੜੀ ਠੀਕ ਹੁੰਦੀ ਆ ਜੀ। ਤੇ ਜਿੱਥੇ ਜੇਕਰ ਅਸੀਂ ਪੂਰੇ ਵਿਸ਼ਵ ਦੀ ਗੱਲ ਕਰੀਏ ਤਾਂ ਵਿਸ਼ਵ ਦੇ ਵਿੱਚ 46 ਲੱਖ 28,000 ਜਿਹੜਾ ਅਸੀਂ ਪੀੜਤਾਂ ਦਾ ਅੰਕੜਾ ਉੱਥੇ ਅਸੀਂ ਪਹੁੰਚ ਗਏ ਆ। ਤੇ 3,86,045 ਹੁਣ ਤੱਕ ਪੂਰੇ ਵਿਸ਼ਵ ਦੇ ਵਿੱਚ ਮੌਤਾਂ ਹੋ ਚੁੱਕੀਆਂ ਨੇ। 17,58,039 ਮਰੀਜ਼ ਜਿਹੜੇ ਉਹ ਠੀਕ ਹੋ ਚੁੱਕੇ ਨੇ। ਸੋ ਇਹ ਜਿਹੜੀ ਸੀਗੀ ਜੀ ਆਪਣੇ ਵਿਸ਼ਵ ਦੀ ਰਿਪੋਰਟ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਘਰਾਂ ਦੇ ਵਿੱਚ ਤੇ ਨਾਲ ਦੀ ਨਾਲ ਤੁਸੀਂ ਪ੍ਰੋਗਰਾਮ ਇੰਜੋਏ ਕਰਦੇ ਹੋ। ਤੇ ਜੇਕਰ ਤੁਹਾਡੇ ਕੋਲ ਕੋਈ ਸੁਝਾਅ ਹੈ ਸਾਡੇ ਇਸ ਪ੍ਰੋਗਰਾਮ ਦੇ ਰਿਗਾਰਡਿੰਗ, ਤੁਸੀਂ ਸਾਡੇ ਤੱਕ ਉਹ ਪਹੁੰਚਾਉਣਾ ਚਾਹੁੰਦੇ ਹੋ, ਤੁਸੀਂ ਕੋਈ ਚੇਂਜ ਚਾਹੁੰਦੇ ਹੋ ਇਸ ਪ੍ਰੋਗਰਾਮ ਦੇ ਵਿੱਚ, ਉਹ ਵੀ ਤੁਸੀਂ ਸਾਡੇ ਤੱਕ ਪਹੁੰਚਾ ਸਕਦੇ ਹੋ। ਤੇ ਹੁਣ ਤੱਕ ਦੇ ਲਈ ਦਿਓ ਇਜਾਜ਼ਤ। ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ।